ਕੈਨੇਡਾ ਨੇ ਅਨਾਉਂਸ ਕਰ ਦਿੱਤਾ ਹੈ 5 ਲੱਖ ਬੰਦੇ ਕੈਨੇਡਾ ਦੇ ਵਿੱਚ ਇਸੇ ਸਮਰ ਦੇ ਵਿੱਚ ਬੁਲਾਉਣ ਵਾਲੇ ਨੇ ਕੈਨੇਡਾ ਸਰਕਾਰ। ਮੈਨੂੰ ਤਾਂ ਨਹੀਂ ਲੱਗਦਾ ਕੋਈ ਕੈਨੇਡਾ ਆ ਕੇ ਵਾਪਸ ਜਾ ਰਿਹਾ ਵਾ ਕੋਈ, ਪਰ ਰਿਪੋਰਟ ਤਾਂ ਇਹੀ ਕਹਿੰਦੀ ਹੈ। ਰਿਪੋਰਟ ਦਾ ਜੀ ਪਤਾ ਨਹੀਂ, ਬਟ ਜੋ ਮੇਰਾ ਪਰਸਨਲ ਐਕਸਪੀਰੀਅੰਸ ਤਾਂ ਇਹ ਕਹਿ ਰਿਹਾ ਕਿ ਜਿਹੜਾ ਇੱਕ ਵਾਰੀ ਆ ਜਾਂਦਾ ਜੀ ਉਹ ਕਹਿੰਦਾ ਮੈਨੂੰ ਵਾਪਸ ਨਹੀਂ ਮੈਂ ਮੁੜਨਾ ਹੈਗਾ। ਇਮੀਗ੍ਰੇਸ਼ਨ ਇੱਕ ਸਭ ਤੋਂ ਸਾਡੇ ਦਿਲ ਦੇ ਨੇੜੇ ਇੱਕ ਸਬਜੈਕਟ ਹੈ, ਕਿਉਂਕਿ ਅਸੀਂ ਕੈਨੇਡਾ ਆਉਣਾ ਚਾਹੁੰਦੇ ਹਾਂ, ਕੈਨੇਡਾ ਆ ਕੇ ਪੜ੍ਹਨਾ ਚਾਹੁੰਦੇ ਹਾਂ, ਖਾਸ ਕਰਕੇ ਇਹਨਾਂ ਸਮਿਆਂ ਦੇ ਵਿੱਚ। ਬਹੁਤ ਪੜ੍ਹੇ ਲਿਖੇ ਬੱਚੇ ਨੇਗੇ, ਬੜੇ ਵਧੀਆ ਉਹਨਾਂ ਦੇ ਆਲਸੋ ਸਕੋਰ ਆਏ ਹੋਏ ਨੇਗੇ, ਉਹਨਾਂ ਦੇ ਐਕੈਡੈਮਿਕਸ ਬੜੇ ਗੁੱਡ ਨੇ, ਉਹਨਾਂ ਦੇ ਕੋਲ ਐਕਸਪੀਰੀਅੰਸ ਬਹੁਤ ਤਗੜੇ ਨੇ। ਸੋ ਉਹਨਾਂ ਜਿੰਨੀ ਕਰੀਮ ਕੈਨੇਡਾ ਲੈ ਰਿਹਾ ਨਾ ਜੀ, ਆਉਣ ਵਾਲੇ ਟਾਈਮ ਦੇ ਵਿੱਚ ਇਹ ਪੇ ਬੈਕ ਹੋਊਗੀ। ਦੇਖਿਓ ਮਹਿੰਗਾਈ ਕੈਨੇਡਾ 'ਚ ਵੀ ਵੱਧ ਰਹੀ ਹੈ। ਕੀ ਲੋਕ ਉਨੇ ਹੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਨੇ? ਕੀ ਲੋਕ ਜਿਹੜੇ ਨੇ ਮਹਿੰਗਾਈ ਦੇ ਸਮੇਂ ਦੇ ਵਿੱਚ ਵੀ ਕੈਨੇਡਾ ਨੂੰ ਪਹਿਲੇ ਨੰਬਰ ਦੇ ਉੱਤੇ ਰੱਖੀ ਬੈਠੇ ਨੇ? ਤੁਹਾਡੇ ਪ੍ਰੂਫ ਜਿਹੜਾ ਰਿਲੇਸ਼ਨਸ਼ਿਪ ਆ ਨਾ, ਉਹਦੇ ਤੇ ਹਮੇਸ਼ਾ ਕੁਐਸਚਨ ਮਾਰਕ ਹੋਣਾ ਹੀ ਹੋਣਾ। ਫਾਈਲਾਂ ਦਾ ਅਜੇ ਕੋਈ ਰਿਜ਼ਲਟ ਜਿਹੜਾ ਸਾਹਮਣੇ ਨਹੀਂ ਆਇਆ, ਪਰ ਹੁਣ ਵਰਕ ਪਰਮਿਟ ਲੋਕਾਂ ਦੇ ਐਕਸਪਾਇਰ ਹੋਣ ਦੇ ਨੇੜੇ ਨੇ। ਇੱਕ ਪੇਰੈਂਟਸ ਦਾ ਮੰਨ ਲਓ ਵਿਜ਼ਟਰ ਲੱਗਿਆ ਵਾ, ਇੱਕ ਦਾ ਪੇਰੈਂਟ ਦਾ ਸੁਪਰ ਲੱਗਿਆ। ਸੁਪਰ ਵਾਲਾ 2 ਸਾਲ ਰਹਿ ਸਕਦਾ ਬਿਨਾਂ ਐਕਸਟੈਂਸ਼ਨ ਪਾਏ, ਜਿਹੜਾ ਵਿਜ਼ਟਰ ਵਾਲਾ ਉਹ 6 ਮਹੀਨੇ ਰਹੂਗਾ, 6 ਮਹੀਨੇ ਬਾਅਦ ਉਹਨੂੰ ਐਕਸਟੈਂਸ਼ਨ ਪਾਉਣੀ ਪੈਣੀ ਆ ਆਪਦੀ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਇਹ ਪ੍ਰੋਗਰਾਮ ਲਾਈਵ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ। ਸੋ ਸਟੂਡੀਓ ਦੀਆਂ ਘੜੀਆਂ ਦੇ ਉੱਤੇ 4 ਵੱਜ ਚੁੱਕੇ ਨੇ, ਪੂਰੇ 4 ਵੱਜ ਚੁੱਕੇ ਨੇ ਤੇ 4 ਤੋਂ 5 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ। ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹੋ ਤੇ ਤੁਸੀਂ ਸਾਨੂੰ ਟੀਵੀ ਦੇ ਜ਼ਰੀਏ ਵੀ ਦੇਖ ਰਹੇ ਹੋ। ਜੇ ਕੋਈ ਵੀ ਇਮੀਗ੍ਰੇਸ਼ਨ ਦੇ ਪ੍ਰਤੀ ਸਵਾਲ ਹੈ ਤੁਹਾਡੇ ਜ਼ਿਹਨ ਦੇ ਵਿੱਚ ਤਾਂ ਸਾਨੂੰ ਫੋਨ ਕੀਤਾ ਜਾ ਸਕਦਾ ਹੈ, ਕਮੈਂਟ ਲਿਖਿਆ ਜਾ ਸਕਦਾ ਹੈ ਤੇ ਅਸੀਂ ਐਕਸਪਰਟਸ ਤੋਂ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਲਵਾਂਗੇ। ਅੱਜ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਹੋਣੀ ਹੈ। ਇਮੀਗ੍ਰੇਸ਼ਨ ਇੱਕ ਸਭ ਤੋਂ ਸਾਡੇ ਦਿਲ ਦੇ ਨੇੜੇ ਇੱਕ ਸਬਜੈਕਟ ਹੈ, ਕਿਉਂਕਿ ਅਸੀਂ ਕੈਨੇਡਾ ਆਉਣਾ ਚਾਹੁੰਦੇ ਹਾਂ, ਕੈਨੇਡਾ ਆ ਕੇ ਪੜ੍ਹਨਾ ਚਾਹੁੰਦੇ ਹਾਂ, ਖਾਸ ਕਰਕੇ ਇਹਨਾਂ ਸਮਿਆਂ ਦੇ ਵਿੱਚ। ਇਹ ਸਮਿਆਂ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਕਿ ਸਿਸਟਮ ਕਿਸ ਤਰ੍ਹਾਂ ਦੇ ਵੱਲ ਜਾ ਰਿਹਾ, ਪਰ ਦੂਜੇ ਪਾਸੇ ਇੱਕ ਸਿੱਕੇ ਦੇ 2 ਪਹਿਲੂ ਹੁੰਦੇ ਆ। ਮਹਿੰਗਾਈ ਕੈਨੇਡਾ 'ਚ ਵੀ ਵੱਧ ਰਹੀ ਹੈ। ਕੀ ਲੋਕ ਉਨੇ ਹੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਨੇ? ਕੀ ਲੋਕ ਜਿਹੜੇ ਨੇ ਮਹਿੰਗਾਈ ਦੇ ਸਮੇਂ ਦੇ ਵਿੱਚ ਵੀ ਕੈਨੇਡਾ ਨੂੰ ਪਹਿਲੇ ਨੰਬਰ ਦੇ ਉੱਤੇ ਰੱਖੀ ਬੈਠੇ ਨੇ? ਕਿਉਂਕਿ ਕੈਨੇਡਾ ਨੇ ਅਨਾਉਂਸ ਕਰ ਦਿੱਤਾ ਹੈ 5 ਲੱਖ ਬੰਦੇ ਕੈਨੇਡਾ ਦੇ ਵਿੱਚ ਇਸੇ ਸਮਰ ਦੇ ਵਿੱਚ ਬੁਲਾਉਣ ਵਾਲੇ ਨੇ ਕੈਨੇਡਾ ਸਰਕਾਰ। ਹੁਣ 5 ਲੱਖ ਬੰਦੇ ਕੈਨੇਡਾ ਦੇ ਵਿੱਚ ਕਿਵੇਂ ਆ ਸਕਦੇ ਨੇ? ਕਿਹੜੇ ਪ੍ਰੋਗਰਾਮਸ ਦੇ ਜਰੀਏ ਆ ਸਕਦੇ ਨੇ? ਜਿਹੜੇ ਪ੍ਰੋਗਰਾਮ ਆਲਰੇਡੀ ਚੱਲ ਰਹੇ ਨੇ ਉਹਨਾਂ 'ਚ ਕੀ ਅਪਡੇਟ ਹੈ? ਸੁਪਰ ਵੀਜ਼ੇ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਆ ਸਾਡੇ ਸਾਹਮਣੇ ਆਈ ਹੈ। ਉਸ ਦੇ ਵਿੱਚ ਹੁਣ ਸਾਰਿਆਂ ਨੂੰ ਪਤਾ ਹੈ ਕਿ 5 ਸਾਲਾਂ ਦੇ ਲਈ ਵਧਾ ਦਿੱਤੀ ਗਈ ਹੈ ਮਿਆਦ, ਪਰ ਉਹਦੇ ਵਿੱਚ ਕੀ ਕੁਝ ਹੋਰ ਜਿਹੜੇ ਨੇ ਉਹ ਕਹਿ ਸਕਦੇ ਹਾਂ ਕਿ ਲੂਪ ਹੋਲਸ ਹੈਗੇ ਨੇ, ਜਾਂ ਉਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਨੇ, ਜਾਂ ਜੇ ਤੁਸੀਂ ਸੁਪਰ ਵੀਜ਼ੇ ਤੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਤਾਂ ਕੀ ਕੁਝ ਹੋਰ ਕਿਹੜੇ ਪੇਪਰ ਵਰਕ ਤੁਹਾਨੂੰ ਤਿਆਰ ਕਰਨੇ ਪੈਣਗੇ, ਕਿਹੜਾ ਫਾਈਨੈਂਸ਼ੀਅਲ ਬਰਡਨ ਤੁਹਾਡੇ ਤੇ ਹੋਵੇਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। PGWP ਬਾਰੇ ਗੱਲਬਾਤ ਕਰਾਂਗੇ। ਹੋਰ ਜਿਹੜੇ TR to PR ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਸੀ, ਫਾਈਲਾਂ ਦਾ ਅਜੇ ਕੋਈ ਰਿਜ਼ਲਟ ਜਿਹੜਾ ਸਾਹਮਣੇ ਨਹੀਂ ਆਇਆ, ਪਰ ਹੁਣ ਵਰਕ ਪਰਮਿਟ ਲੋਕਾਂ ਦੇ ਐਕਸਪਾਇਰ ਹੋਣ ਦੇ ਨੇੜੇ ਨੇ, ਉਹ ਕੀ ਕਰ ਸਕਦੇ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਕੀ ਨਵੀਂ ਅਪਡੇਟ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਹੈਰੀ ਇਮੀਗ੍ਰੇਸ਼ਨ ਤੋਂ ਮਿਸਟਰ ਹੈਰੀ। ਆਓ ਸਵਾਗਤ ਕਰਦੇ ਹਾਂ ਉਹਨਾਂ ਦਾ। ਹੈਰੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਸਟੂਡੀਓ ਦੇ ਵਿੱਚ ਜਦੋਂ ਵੀ ਆਉਂਦੇ ਆ ਨਾ, ਤੁਹਾਡੇ ਤੋਂ ਪੂਰੀ ਵਧੀਆ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ। ਸੋ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਇਹ ਸਟੂਡੀਓ ਤੋਂ ਬਾਹਰ ਜਾਂਦੇ ਹਾਂ, ਮੈਨੂੰ ਲੱਗਦਾ ਐਕਸਪਰਟ ਬਣੇ ਹੁੰਦੇ ਆ। ਥੈਂਕ ਯੂ ਜੀ। ਕਿ ਬਈ ਹੁਣ ਹੈਰੀ ਤੋਂ ਪਤਾ ਲੱਗ ਗਿਆ ਵੀ ਆਹ ਪ੍ਰੋਗਰਾਮ ਚੱਲ ਰਹੇ ਆ, ਹੁਣ ਜਿਹਨੂੰ ਵੀ ਕਿਸੇ ਨੂੰ ਲੋੜ ਹੁੰਦੀ ਹੈ ਪਹਿਲਾਂ ਤਾਂ ਆਪ ਦੱਸ ਦਈਦਾ, ਐਕਸਪਲੇਨ ਕਰ ਦਿੰਦਾ, ਫਿਰ ਕਹਿੰਦਾ ਵੀ ਹੈਰੀ ਨੂੰ ਫੋਨ ਕਰ ਲਓ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਸੋ ਹੈਰੀ, ਜਿੱਦਾਂ ਅਸੀਂ ਕਿਹਾ ਕਿ ਇਮੀਗ੍ਰੇਸ਼ਨ ਸਾਰੇ ਸਾਡੇ ਦਿਲ ਦੇ ਨਜ਼ਦੀਕ ਇੱਕ ਸਬਜੈਕਟ ਹੈਗਾ, ਤੇ ਮੈਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ, ਇਨਫਲੇਸ਼ਨ ਵੱਧ ਰਹੀ ਹੈ। ਮੈਂ ਰਿਪੋਰਟ ਪੜ੍ਹ ਰਹੀ ਸੀਗੀ, ਇੱਕ ਪਿਛਲੇ ਮਹੀਨੇ ਦੀ ਰਿਪੋਰਟ ਹੈ, ਤੇ ਉਹਦੇ ਵਿੱਚ ਇਹ ਕਿਹਾ ਗਿਆ ਇਨਫਲੇਸ਼ਨ ਵੱਧ ਗਈ ਆ ਕੋਵਿਡ ਕਰਕੇ, ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਅਫੋਰਡੇਬਿਲਿਟੀ ਦੀ ਸਮੱਸਿਆ ਬਣੀ ਹੋਈ ਆ, ਚਾਹੇ ਮਿਨੀਮਮ ਪ੍ਰਾਈਸ ਜਿਹੜੀ ਰੇਟ ਹੈਗਾ ਆ ਉਹ ਵੱਧ ਗਿਆ, ਪਰ ਫਿਰ ਵੀ ਲਿਵਿੰਗ ਵੇਜ $20 ਪਹਿਲਾਂ ਕਹੀ ਜਾ ਰਹੀ ਸੀ, ਤੇ ਹੁਣ ਇਸ ਮਹੀਨੇ ਰਿਪੋਰਟ ਆਈ ਹੈ ਕਿ BC ਦੇ ਵਿੱਚ ਜੇ ਰਹਿਣਾ ਨਾ
ਘੱਟ ਤੋਂ ਘੱਟ ਲਿਵਿੰਗ ਵੇਜ 23 ਤੋਂ $24 ਘੰਟਾ ਕੋਈ ਲੈਂਦਾ ਤਾਂ ਹੀ ਉਹ ਵਧੀਆ ਤਰੀਕੇ ਦੇ ਨਾਲ ਆਪਣੀ ਰੋਟੀ ਪਾਣੀ ਖਾ ਸਕਦਾ। ਲਗਜ਼ਰੀ ਨਹੀਂ ਮੈਂ ਕਹਿ ਰਹੀ, ਰੋਟੀ ਪਾਣੀ ਖਾ ਸਕਦਾ। ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਰਿਪੋਰਟ ਦੇ ਵਿੱਚ ਕਹੀਆਂ ਗਈਆਂ ਨੇ। ਤੇ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਹੈ ਉਹ ਸੋਚ ਰਹੇ ਆ ਕਿ ਜਾਂ ਤਾਂ ਵਾਪਸ ਆਪਣੇ ਮੁਲਕ ਜਾਇਆ ਜਾਵੇ, ਇਕੱਲੇ ਭਾਰਤ ਦੇ ਨਹੀਂ ਹੋਰ ਦੇਸ਼ਾਂ ਤੋਂ ਜਿਹੜੇ ਲੋਕ ਆਏ ਹੋਏ ਨੇ, ਜਾਂ ਵਾਪਸ ਚਲੇ ਜਾਵੇ, ਜਾਂ ਸੋਚ ਰਹੇ ਨੇ ਕਿ ਜੇ ਇਦਾਂ ਹੀ ਮਹਿੰਗਾਈ ਰਹੀ ਤਾਂ ਅਸੀਂ ਛੱਡ ਜਾਣਾ ਕੈਨੇਡਾ। ਉਸ ਦੇ ਦਰਮਿਆਨ ਤੁਹਾਡੇ ਕੋਲ ਐਪਲੀਕੇਸ਼ਨਸ ਪੂਰੀਆਂ ਵਧੀਆ ਤਰੀਕੇ ਦੇ ਨਾਲ ਆ ਰਹੀਆਂ ਜਾਂ ਘਟ ਰਹੀਆਂ? ਵਧੀਆ ਤਰੀਕੇ ਨਾਲ ਆ ਰਹੀਆਂ ਜੀ। ਮੈਨੂੰ ਤਾਂ ਨਹੀਂ ਲੱਗਦਾ ਕੋਈ ਕੈਨੇਡਾ ਆ ਕੇ ਵਾਪਸ ਜਾ ਰਿਹਾ ਵਾ ਕੋਈ। ਪਰ ਰਿਪੋਰਟ ਤਾਂ ਇਹੀ ਕਹਿੰਦੀ ਹੈ ਜੀ। ਰਿਪੋਰਟ ਦਾ ਜੀ ਪਤਾ ਨਹੀਂ, ਬਟ ਜੋ ਮੇਰਾ ਪਰਸਨਲ ਐਕਸਪੀਰੀਅੰਸ ਤਾਂ ਇਹ ਕਹਿ ਰਿਹਾ ਕਿ ਜਿਹੜਾ ਇੱਕ ਵਾਰੀ ਆ ਜਾਂਦਾ ਜੀ ਉਹ ਕਹਿੰਦਾ ਮੈਨੂੰ ਵਾਪਸ ਨਹੀਂ ਮੈਂ ਮੁੜਨਾ ਹੈਗਾ, ਚਾਹੇ ਜਿਵੇਂ ਮਰਜ਼ੀ ਰੋਕੋ ਮੈਨੂੰ। ਈਵਨ ਮੈਨੂੰ ਅੱਜ ਹੀ ਮੈਂ ਆਫਿਸ ਤੋਂ ਆ ਰਿਹਾ ਤੇ ਇੱਕ ਅੱਜ ਹੀ ਕਾਲ ਆਈ ਸੀਗੀ, ਉਹਨਾਂ ਦਾ ਸੇਮ ਆਹੀ ਸੀਗਾ ਜੀ, ਮੈਂ ਵਾਪਸ ਨਹੀਂ ਜਾਣਾ ਤੇ ਮੇਰਾ ਵਰਕ ਪਰਮਿਟ ਖਤਮ ਹੋ ਰਿਹਾ ਤੇ ਮੈਨੂੰ ਕਿਸੇ ਤਰੀਕੇ ਰੋਕ ਲਓ ਬਸ। ਚੋਇਸ ਆਲਵੇਜ਼ ਕੈਨੇਡਾ, ਆਲਵੇਜ਼ ਫਰਸਟ ਪ੍ਰੈਫਰੈਂਸ, ਹਮੇਸ਼ਾ ਫਰਸਟ ਚੋਇਸ ਹਮੇਸ਼ਾ ਹੀ ਰਹੀ ਆ ਵਰਲਡ ਦੇ ਵਿੱਚ। ਇਮੀਗ੍ਰੈਂਟਸ ਦੀ ਧਰਤੀ ਵੀ ਹੈ, ਸਾਰੇ ਇਮੀਗ੍ਰੈਂਟਸ ਹੀ ਆ, ਤੁਸੀਂ ਦੇਖ ਲਓ। ਸੋ ਮੂਲ ਵਾਸੀਆਂ ਨੂੰ ਛੱਡ ਕੇ, ਇੰਡੀਜਨਸ ਪੀਪਲ ਨੂੰ ਛੱਡ ਕੇ ਬਾਕੀ ਸਾਰੇ ਇਮੀਗ੍ਰੈਂਟਸ ਹੈਗੇ ਨੇ। ਸੋ ਰਿਪੋਰਟ ਦੇ ਵਿੱਚ ਇਹ ਵੀ ਸੀਗਾ ਕਿ ਬਜ਼ੁਰਗ ਜਿਹੜੇ ਨੇ ਉਹ ਜ਼ਿਆਦਾ ਵੱਧ ਰਹੇ ਨੇ, ਬੱਚੇ ਘਟ ਰਹੇ ਨੇ। ਇਸੇ ਕਰਕੇ ਕੈਨੇਡਾ ਕਹਿੰਦਾ ਕਿ ਅਸੀਂ ਯੂਥ ਨੂੰ ਇੱਥੇ ਬੁਲਾਈਏ ਤਾਂ ਕਿ ਅਸੀਂ ਨੌਕਰੀਆਂ ਜਿਹੜੀਆਂ ਵੱਧ ਤੋਂ ਵੱਧ ਫਿਲ ਜਿਹੜੀਆਂ। ਕੈਨੇਡਾ ਦੀ ਸੋਚ ਬੜੀ ਵਧੀਆ ਜੀ। ਤੁਸੀਂ ਆਪ ਦੇਖੋ, ਤੁਸੀਂ ਤੁਹਾਡੇ ਵੀ ਇਮੀਗ੍ਰੈਂਟ ਆ ਰਹੇ ਹੋਣਗੇ, ਜਿਹੜੇ ਬੱਚੇ ਆ ਰਹੇ ਤੁਸੀਂ ਆਪ ਮਹਿਸੂਸ ਕਰੋਗੇ ਉਹ ਬਹੁਤ ਕੈਲੀਬਰ ਨੇਗੇ, ਬਹੁਤ ਪੜ੍ਹੇ ਲਿਖੇ ਬੱਚੇ ਨੇਗੇ, ਬੜੇ ਵਧੀਆ ਉਹਨਾਂ ਦੇ ਆਲਸੋ ਸਕੋਰ ਆਏ ਹੋਏ ਨੇਗੇ, ਉਹਨਾਂ ਦੇ ਐਕੈਡੈਮਿਕਸ ਬੜੇ ਗੁੱਡ ਨੇ, ਉਹਨਾਂ ਦੇ ਕੋਲ ਐਕਸਪੀਰੀਅੰਸ ਬਹੁਤ ਤਕੜੇ ਨੇ। ਸੋ ਉਹਨਾਂ ਜਿੰਨੀ ਕਰੀਮ ਕੈਨੇਡਾ ਲੈ ਰਿਹਾ ਨਾ ਜੀ, ਆਉਣ ਵਾਲੇ ਟਾਈਮ ਦੇ ਵਿੱਚ ਇਹ ਪੇ ਬੈਕ ਹੋਊਗੀ, ਦੇਖਿਓ ਤੁਸੀਂ। ਬਿਲਕੁਲ ਜੀ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਰਿਅਲਾਈਜ਼ ਕਰਾਂਗੇ ਕਿ ਬਾਕੀ ਸਾਡੇ ਕੋਲੇ ਟੈਲੈਂਟ ਆਇਆ ਵਾ। ਮੇਰੇ ਖੁਦ ਈਵਨ ਸਾਡੀ ਖੁਦ ਰਿਸ਼ਤੇਦਾਰੀ ਚੋਂ ਕਈ ਇਦਾਂ ਦੇ ਆਏ ਨੇ ਬੱਚੇ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ, ਬਹੁਤ ਗੁੱਡ ਨੇ, ਸ਼ਾਰਪ ਨੇ ਬੱਚੇ ਉਹ, ਤੇ ਮੈਨੂੰ ਲੱਗਦਾ ਕੈਨੇਡਾ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਜ਼ਰੂਰ ਹਿੱਸਾ ਪਾਉਣਗੇ ਜੀ। ਬਿਲਕੁਲ ਜੀ। ਸੋ ਵਧੀਆ ਲੱਗਦਾ ਹੈ ਜਦੋਂ ਬੱਚੇ ਪੜ੍ਹ ਲਿਖ ਕੇ ਆਉਂਦੇ ਹੈਗੇ ਨੇ ਤੇ ਵੀਜ਼ੇ ਲੱਗਦੇ ਨੇ। ਅਸੀਂ ਸਟੂਡੈਂਟਸ ਦੀ ਵੀ ਗੱਲ ਕਰਾਂਗੇ, ਅਸੀਂ ਪਰਮਾਨੈਂਟ ਜਿਹੜੇ ਹੋਣ ਵਾਲੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ, ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਜਦੋਂ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਆਉਂਦੀ ਹੈ। ਸੋ ਬੜੇ ਅਸੀਂ ਟਾਈਮ ਤੋਂ ਜਿਹੜਾ ਸੋਚ ਰਹੇ ਸੀ, 2011 ਦੇ ਵਿੱਚ ਸੁਪਰ ਵੀਜ਼ਾ ਜਿਹੜਾ ਉਹ ਇੰਟਰੋਡਿਊਸ ਕੀਤਾ ਸੀਗਾ ਸਾਡੀ ਕੈਨੇਡਾ ਗਵਰਨਮੈਂਟ ਨੇ। ਸੋ 2011 ਤੋਂ ਬਾਅਦ ਫਰਸਟ ਕਮ ਫਰਸਟ ਸਰਵ ਪਾਸੇ ਰੱਖ ਕੇ ਸੁਪਰ ਵੀਜ਼ਾ ਕਹਿੰਦੇ ਸੀ ਇਹ ਤੁਹਾਡੇ ਕੋਲ ਆਪਸ਼ਨ ਹੈਗਾ, ਤੇ ਨਾਲ ਫਿਰ ਲੋਟਰੀ ਸਿਸਟਮ ਜਿਹੜਾ ਸ਼ੁਰੂ ਹੋ ਗਿਆ ਸੀ। ਹੁਣ ਉਹ ਲੋਟਰੀ ਸਿਸਟਮ ਜੇ ਪੀਆਰ ਹੋਣਾ, ਪਰ ਜੇ ਕੈਨੇਡਾ ਆਉਣਾ, ਮਾਪਿਓ ਦੇ ਨਾਲ ਰਹਿਣਾ 2 ਸਾਲ ਦੇ ਲਈ, ਤਾਂ ਤੁਸੀਂ ਸੁਪਰ ਵੀਜ਼ੇ ਦੇ ਥਰੂ ਕਰ ਸਕਦੇ ਆ। ਪਰ ਉਹਦੇ ਵਿੱਚ ਵੀ ਜਿਵੇਂ ਮੈਂ ਕਿਹਾ ਲੂਪ ਹੋਲ ਸੀਗੇ, ਪਰ ਹੁਣ ਥੋੜਾ ਜਿਹਾ ਰਿਲੈਕਸ ਕਰ ਦਿੱਤਾ ਗਿਆ, 2 ਸਾਲ ਦੀ ਬਜਾਏ 5 ਸਾਲ ਕਰ ਦਿੱਤੇ ਆ ਜੀ। ਹੁਣ ਉਦੋਂ ਕੀ ਹੁੰਦਾ ਸੀ, ਸਟੇ ਜਦੋਂ ਤੁਸੀਂ ਐਂਟਰ ਕਰਦੇ ਹੋ ਤੁਹਾਨੂੰ 2 ਸਾਲ ਦੀ ਸਟੇ ਲਗਾਤਾਰ ਤੁਸੀਂ ਰਹਿ ਸਕਦੇ ਹੋ, ਤੁਹਾਨੂੰ ਕਿਸੇ ਐਕਸਟੈਂਸ਼ਨ ਦੀ ਲੋੜ ਨਹੀਂ। ਸੋ ਵਿਜ਼ਟਰ ਵੀਜ਼ਾ ਤੇ ਸੁਪਰ ਵੀਜ਼ੇ ਦੇ ਵਿੱਚ ਇਹੀ ਡਿਫਰੈਂਸ ਹੈਗਾ ਕਿ ਇੱਕ ਪੇਰੈਂਟਸ ਦਾ ਮੰਨ ਲਓ ਵਿਜ਼ਟਰ ਲੱਗਿਆ ਵਾ, ਇੱਕ ਦਾ ਪੇਰੈਂਟਸ ਦਾ ਸੁਪਰ ਲੱਗਿਆ। ਸੁਪਰ ਵਾਲਾ 2 ਸਾਲ ਰਹਿ ਸਕਦਾ ਬਿਨਾਂ ਐਕਸਟੈਂਸ਼ਨ ਪਾਏ, ਜਿਹੜਾ ਵਿਜ਼ਟਰ ਵਾਲਾ ਉਹ 6 ਮਹੀਨੇ ਰਹੂਗਾ, 6 ਮਹੀਨੇ ਬਾਅਦ ਉਹਨੂੰ ਐਕਸਟੈਂਸ਼ਨ ਪਾਉਣੀ ਪੈਣੀ ਆ ਆਪਦੀ। ਠੀਕ ਹੈ ਜੀ। ਇਸੇ ਲਈ ਗਵਰਨਮੈਂਟ ਨੇ ਕਿਹਾ ਸੀ ਵੀ ਤੁਸੀਂ 2 ਸਾਲ ਤੱਕ ਇੱਥੇ ਰਹਿ ਸਕਦੇ ਹੋ। ਹੁਣ ਗਵਰਨਮੈਂਟ ਨੇ ਕੀ ਕਰਤਾ, ਉਹ ਕਹਿੰਦੇ ਤੁਸੀਂ 5 ਸਾਲ ਤੱਕ ਰਹਿ ਸਕਦੇ ਹੋ, ਤੁਹਾਨੂੰ ਐਕਸਟੈਂਸ਼ਨ ਪਾਉਣ ਦੀ ਲੋੜ ਨਹੀਂ ਪੈਣੀ। ਈਵਨ ਮੋਰ 5 ਸਾਲ ਤੋਂ ਬਾਅਦ ਤੁਸੀਂ ਫਿਰ ਐਕਸਟੈਂਸ਼ਨ ਪਾ ਸਕਦੇ ਹੋ 2 ਸਾਲ ਦੀ ਹੋਰ। ਸੋ ਟੋਟਲ 7 ਸਾਲ, ਉਹ ਕਹਿੰਦੇ 7 ਸਾਲ ਰਹਿ ਸਕਦੇ ਹੋ। ਸੋ ਹੁਣ ਜਿਹੜੇ ਇੱਥੇ ਆਲਰੇਡੀ ਰਹਿ ਵੀ ਰਹੇ ਨੇਗੇ, ਮੰਨ ਲਓ ਉਹਨਾਂ ਦੀ ਸਟੇ ਸੀਗੀ ਇਸ ਟਾਈਮ ਤੱਕ ਉਹਨਾਂ ਦੀ ਸਟੇ ਹੈਗੀ ਆ, ਉਹ ਤੋਂ ਬਾਅਦ ਐਕਸਟੈਂਸ਼ਨ ਪਾ ਲਓ 2 ਸਾਲ ਦੀ ਫਿਰ। ਸੋ ਬਹੁਤ ਵਧੀਆ ਇਹਨਾਂ ਨੇ ਇਨੀਸ਼ੀਏਟ ਲਿਆ ਇਹ। ਠੀਕ ਆ, ਕਈਆਂ ਨੂੰ ਪਸੰਦ ਆਉਂਦਾ, ਕਈਆਂ ਨੂੰ ਹਰ ਇੱਕ ਨੂੰ ਵਿੱਚ ਬੁਰਾਈ ਵੀ ਦਿਖਦੀ ਹੁੰਦੀ ਹੈ, ਰਾਈਟ। ਪਰ ਮੈਨੂੰ ਲੱਗਦਾ ਕਿ ਦੈਟਸ ਅ ਗੁੱਡ ਥਿੰਗ। ਇੰਨੇ ਸਾਲ ਤੁਹਾਨੂੰ 5 ਸਾਲ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਹਿ ਰਹੇ ਨੇ, ਠੀਕ ਹੈ ਜੀ। ਤੁਹਾਨੂੰ ਪਲੱਸ ਉਹਨਾਂ ਦੀ ਮੈਡੀਕਲ ਕਵਰੇਜ ਵਾਸਤੇ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਹੁਣ ਓਵਰਸੀਜ਼ ਤੋਂ ਜਿਹੜੀਆਂ ਹੋਣਗੀਆਂ ਕੰਪਨੀਜ਼, ਉਹਨਾਂ ਨੂੰ ਵੀ ਪਹਿਲਾਂ ਕੈਨੇਡੀਅਨ ਸੀਗਾ ਵੀ ਤੁਹਾਨੂੰ ਉਹ ਵੀ ਅਲਾਓ ਕਰਾਂਗੇ, ਬਟ ਹਲੇ ਆਏ ਨਹੀਂ ਗੇ, ਹਲੇ ਆਉਣੇ ਆਏ। ਇਹ ਵੀ ਜਿਹੜਾ ਰੂਲ ਹੈ ਤਾਂ 4 ਜੁਲਾਈ ਤੋਂ ਐਪਲੀਕੇਬਲ ਹੋਣਾ। ਸੋ ਉਹ ਉਹਨਾਂ ਨੂੰ ਵੀ ਅਲਾਓ ਕਰਨਗੇ, ਤੇ ਉਹਨਾਂ ਨੂੰ ਅਲਾਓ ਕਰਨਗੇ, ਹੋ ਸਕਦਾ ਤੁਹਾਨੂੰ ਜਿਹੜੀ ਇੰਸ਼ੋਰੈਂਸ ਥੋੜੀ ਹੋਰ ਸਸਤੀ ਪੈ ਜਾਵੇ। ਠੀਕ ਹੈ ਜੀ। ਹੁਣ ਇਹ ਇੱਕ ਤਰੀਕਾ ਹੈਗਾ ਕਿ ਤੁਸੀਂ ਪੇਰੈਂਟਸ ਨਾਲ ਆਪਣਾ ਸਮਾਂ ਬਿਤਾ ਸਕਦੇ ਹੋ, ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ, ਤੁਹਾਡਾ ਦਾਦਾ ਦਾਦੀ ਆ, ਨਾਨਾ ਨਾਨੀ ਆ, ਜਾਂ ਰਾਈਟ, ਜਾਂ ਤੁਸੀਂ ਤੁਹਾਡੇ ਮੰਮੀ ਡੈਡੀ ਨੇਗੇ, ਉਹਨਾਂ ਨੂੰ ਤੁਸੀਂ ਬੁਲਾ ਸਕਦੇ ਹੋ ਇੱਥੇ, ਉਹਨਾਂ ਨਾਲ ਰਹੋ, ਤੁਸੀਂ ਟਾਈਮ ਸਪੈਂਡ ਕਰੋ। 5 ਸਾਲ ਦਾ ਬਹੁਤ ਵਧੀਆ ਟਾਈਮ ਆ ਤੁਹਾਡਾ। ਬਿਲਕੁਲ ਜੀ। 2 ਤੋਂ 5 ਹੋ ਗਿਆ। ਐਕਸਟੈਂਸ਼ਨਸ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਜੇ ਕੋਈ, ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਕੋਈ ਟੂਰਿਸਟ ਆ ਰਿਹਾ ਤਾਂ ਉਹ ਦੁਬਾਰਾ ਆਪਣੀ ਐਕਸਟੈਂਸ਼ਨ ਅਪਲਾਈ ਕਰਦਾ, ਕਿਸੇ ਨੂੰ ਮਿਲਦੀ ਆ, ਕਿਸੇ ਨੂੰ ਨਹੀਂ ਮਿਲਦੀ, ਚਲੋ ਡਿਪੈਂਡਸ ਔਨ देयर ਫਾਈਲ। ਫਿਰ ਉਸ ਤੋਂ ਬਾਅਦ ਜੇ ਹੁਣ ਸੁਪਰ ਵੀਜ਼ਾ, ਉਹ ਵੀ ਐਕਸਟੈਂਸ਼ਨ ਪਵਾ ਲੈਂਦਾ। ਐਕਸਟੈਂਸ਼ਨ ਕੁੱਲ ਕਿੰਨੇ ਵਾਰੀ ਪਵਾਈ ਜਾ ਸਕਦੀ ਹੈ, ਕਿ ਬਾਰ-ਬਾਰ ਇਹ ਬੜਾ ਗ੍ਰੇ ਏਰੀਆ ਜੀ ਕਹਿ ਸਕਦੇ ਉਹਨੂੰ। ਇਹ ਅਸੀਂ 2 ਵਾਰੀ ਵੀ ਦੇਖੀ ਆ, 3 ਵਾਰੀ ਵੀ ਦੇਖੀ ਆ, 4 ਵਾਰੀ ਵੀ ਦੇਖੀ ਐਕਸਟੈਂਸ਼ਨ ਪੈਂਦੀ। ਮੈਂ ਇਹ ਦੇਖੀ ਹੈ ਕਿ ਪਹਿਲੀ ਵਾਰੀ ਵੀ ਨਹੀਂ ਪਈ।
ਕੁਝ ਨਹੀਂ Depend ਕਹਿ ਕਰਦਾ ਸਕਦੇ ਜੀ, ਪਰ ਐਵੇਂ ਕਹੀਏ ਜੀ ਹਾਲ ਤੱਕ ਕੋਈ ਐਕਸਟੈਂਸ਼ਨ ਰਿਫਿਊਜ਼ ਤਾਂ ਨਹੀਂ ਹੋਈ ਹੈਗੀ, ਬਟ ਅਸੀਂ ਕਹਿ ਦਈਦਾ ਵਾ ਵੀ ਯਾਰ ਹੁਣ ਕਾਫੀ ਐਕਸਟੈਂਸ਼ਨਾਂ ਹੋ ਗਈਆਂ, ਹੁਣ ਤੁਸੀਂ ਚਲੇ ਜਾਓ, ਬਈ ਕੱਲ੍ਹ ਨੂੰ ਕੋਈ ਹੋਰ ਸਟੈਪ ਹੋਵੇ ਵੀ ਤੁਸੀਂ 3 ਵਾਰੀ ਪਾ ਲਈ 4 ਵਾਰੀ ਪਾ ਲਈ, ਹੁਣ ਬਸ ਕਰੋ, ਹੁਣ ਇੰਨੀ ਵਾਰ ਐਕਸਟੈਂਸ਼ਨ ਕੱਲ੍ਹ ਨੂੰ ਆਫਿਸਰ ਡਿਨਾਈ ਨਾ ਕਰ ਦੇਵੇ, ਰਾਈਟ, ਤੁਸੀਂ ਐਵੇਂ ਜ਼ਰੂਰੀ ਰਿਫਿਊਜ਼ਲ ਲੈਣੀ ਹੈ, ਸੋ ਉਹਨਾਂ ਨੂੰ ਕਹਿਦਾ ਵੀ ਚਲੋ ਹੁਣ ਤੁਸੀਂ ਵਾਪਸ ਚਲੇ ਜਾਓ। ਬਿਲਕੁਲ ਜੀ, ਮੇਰੇ ਇੱਕ ਨੋਨ ਹੈਗੇ ਆ, ਉਹਨਾਂ ਨੇ ਪਹਿਲੀ ਵਾਰ ਆਪਣੀ ਮਮ ਦੀ ਐਕਸਟੈਂਸ਼ਨ ਪਾਈ ਤੇ ਰਿਫਿਊਜ਼ ਹੋ ਗਈ, ਤਾਂ ਫਿਰ ਉਹਨਾਂ ਨੇ, ਕਿਉਂਕਿ ਉਹ ਮਮ ਇਕੱਲੇ ਸੀ ਉੱਥੇ ਤੇ ਡੈਡ ਨਹੀਂ ਹੈਗੇ ਸੀਗੇ, ਸੋ ਉਸੇ ਕਰਕੇ ਫਿਰ ਉਹਨਾਂ ਨੂੰ ਹੋਰ ਬਹੁਤ ਸਾਰੇ ਪ੍ਰੂਫ ਦਿਖਾਉਣੇ ਪਏ, ਦੁਬਾਰਾ ਅਪਲਾਈ ਕਰਨਾ ਪਿਆ। ਸੋ ਇਹ ਨਹੀਂ ਹੈਗਾ ਕਿ ਅਸੀਂ, ਸਾਡਾ ਕੇਸ ਡਿਫਰੈਂਟ ਆ। ਹੁਣ ਜੇ ਮੰਨ ਲਓ ਕਿ ਉਹ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ ਉਹਨਾਂ ਦਾ ਮੇਬੀ ਕੇਸ ਡਿਫਰੈਂਟ ਹੋ ਸਕਦਾ, ਮੇਬੀ ਕਿਸੇ ਉਹਦਾ, ਇਹ ਪਰਸਨ ਟੂ ਪਰਸਨ ਜਿਹੜਾ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੀ ਫਾਈਲ ਹੈ, ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਹੈ, ਰਿਕੁਆਇਰਮੈਂਟਸ ਕੀ ਹੈ। ਇਹ ਨਹੀਂ ਕਿ ਜੇ ਮੇਰੇ ਘਰ ਕਿਸੇ ਦੀ ਫਾਈਲ ਲੱਗੀ ਹੈ ਤਾਂ ਉਹੀ ਸੇਮ ਤੁਹਾਡੇ ਘਰ ਵੀ ਉਹਦੀ ਫਾਈਲ ਸੇਮ ਪ੍ਰੋਸੈਸ ਦੇ ਥਰੂ ਲੱਗੂਗੀ। ਹਰ ਇੱਕ ਡਿਫਰੈਂਟ ਕੇਸ ਹੈ ਹੋ ਸਕਦੇ ਸਾਡੇ ਕੋਲੇ, ਜਿੰਨੇ ਕਲਾਇੰਟ ਆਉਂਦੇ ਆ ਹਰ ਇੱਕ ਦਾ ਡਿਫਰੈਂਟ ਕੇਸ ਆ, ਡਿਫਰੈਂਟ ਸਿਨੈਰੀਓ, ਡਿਫਰੈਂਟ ਇਨਕਮ ਰਿਕੁਆਇਰਮੈਂਟਸ ਨੇਗੀਆਂ ਜੀ, ਲਾਈਕ ਇਨਕਮ ਕਿੰਨੀ ਇਨਕਮ ਆ ਨਾ, ਕਿਸੇ ਦੀ ਕਿੰਨੀ ਇਨਕਮ ਆ, ਇਨਕਮ ਰਿਕੁਆਇਰਮੈਂਟ ਤਾਂ ਸਾਰੀ ਸੇਮ ਹੀ ਰਹਿੰਦੀ ਆ, ਠੀਕ ਹੈ ਜੀ। ਹਰ ਇੱਕ ਨੇ ਲੀਕੋ ਮੀਟ ਕਰਨੀ ਹੈ, ਜਿਹੜੀ ਵੀ ਉਹਦੀ ਉਹ ਸਾਲ ਦੀ ਹੁੰਦੀ ਆ, ਤੇ ਉਹ ਆਪਣੇ ਫੈਮਿਲੀ ਸਾਈਜ਼ ਦੇ ਅਕੋਰਡਿੰਗ। ਉਹ ਤੋਂ ਇਲਾਵਾ ਤੁਹਾਡੇ ਕੋਲ ਕੀ ਫੰਡਸ ਨੇਗੇ, ਕਿੱਦਾਂ ਦੀ ਫਾਈਲ ਲਾ ਰਹੇ ਹੋ, ਕੀ ਉਹ 'ਚ ਲੈ ਕੇ ਰਹੇ ਹੋ, ਰੀਜ਼ਨ ਕੀ ਹੈ, ਕਿਉਂ ਲਾ ਰਹੇ ਹੋ, ਰਾਈਟ। ਤੁਹਾਡੇ ਕੋਲ ਜਿਨ੍ਹਾਂ ਨੇ ਰਹਿਣਾ ਵਾ, ਬਾਕੀ ਉਹਨਾਂ ਵਾਸਤੇ ਤੁਹਾਡੇ ਸਟੇ ਵਾਸਤੇ ਤੁਹਾਡੇ ਕੋਲ ਫੰਡ ਹੈਗੇ, ਸੋ ਸਾਰਾ ਕੁਝ ਦੇਖਿਆ ਜਾਂਦਾ ਵਾ ਐਕਸਟੈਂਸ਼ਨ ਦੇ ਵਿੱਚ ਵੀ। ਅੱਛਾ, ਸੁਪਰ ਵੀਜ਼ੇ ਦੀ ਜਿਹੜੇ ਕਿਸੇ ਨੇ ਫਾਈਲ ਲਗਾਈ ਹੈ ਤਾਂ ਪ੍ਰੋਸੈਸ ਟਾਈਮ ਕੀ ਹੈਗਾ, ਕਿੰਨੇ ਟਾਈਮ ਦੇ ਵਿੱਚ ਵੀਜ਼ਾ ਆ ਜਾਂਦਾ? ਮੈਂ ਜੀ ਰੀਸੈਂਟਲੀ ਕੱਲ ਪਰਸੋਂ ਸ਼ਾਇਦ ਪੋਸਟ ਪਾਈ ਆਪਣੇ ਫੇਸਬੁੱਕ ਪੇਜ ਤੇ, ਸਾਡਾ ਵਿਦਿਨ ਮੰਥ ਆਇਆ। ਓਕੇ, ਇਨਕਲੂਡਿੰਗ ਉਹਨਾਂ ਨੇ ਬਾਇਓਮੈਟ੍ਰਿਕ ਵੀ ਹੋਇਆ, ਕਈਆਂ ਦਾ ਬਾਇਓਮੈਟ੍ਰਿਕ ਪਹਿਲਾਂ ਹੋਇਆ, ਵਿਜ਼ਟਰ ਵੇਲੇ ਬਾਇਓਮੈਟ੍ਰਿਕ ਕਰਵਾਏ ਸੀਗੇ, ਹੁਣ ਉਹਨਾਂ ਨੇ ਬਾਇਓਮੈਟ੍ਰਿਕ ਜਦੋਂ ਹੋ ਗਏ ਉਸ ਤੋਂ ਬਾਅਦ ਫਾਈਲ ਨੂੰ ਟਾਈਮ ਲੱਗਣਾ ਸੀਗਾ, ਬਟ 1 ਮਹੀਨੇ ਤੋਂ ਪਹਿਲਾਂ ਹੀ ਆ ਗਿਆ। 1 ਮਹੀਨੇ ਹਲੇ ਹੋਣ ਨੂੰ ਟਾਈਮ ਰਹਿੰਦਾ ਸੀਗਾ, ਉਹ ਤੋਂ ਪਹਿਲਾਂ ਹੀ ਉਹਨਾਂ ਦਾ ਰਿਜ਼ਲਟ ਆ ਗਿਆ, ਅਪਰੂਵ ਹੋ ਗਿਆ ਉਹਨਾਂ ਦਾ ਸੁਪਰ ਵੀਜ਼ਾ। ਈਵਨ ਉਹਨਾਂ ਦੀ ਪਹਿਲਾਂ ਰਿਜੈਕਸ਼ਨ ਵੀ ਸੀਗੀ, ਉਹ ਮੈਂ ਹੁਣੇ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਸੀਗੀ। ਮੈਂ ਉਹਨੂੰ ਕਾਲ ਕੀਤੀ ਤੇ ਹੀ ਵਾਸ ਵੈਰੀ ਹੈਪੀ, ਮੈਨੂੰ ਦੱਸੀ ਵੀ ਨਿਊਜ਼ ਤੁਹਾਡੇ ਡੈਡ ਦਾ ਲੱਗ ਗਿਆ, ਐਂਡ ਹੀ ਵਾਸ ਵੈਰੀ ਹੈਪੀ। ਸੋ ਵਿਦਿਨ ਮੰਥ ਆ ਰਹੇ ਨੇ ਜੀ। ਅੱਛਾ, ਸੁਪਰ ਵੀਜ਼ੇ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਜੇ ਪੇਰੈਂਟਸ ਆਉਂਦੇ ਨੇ ਕੰਮ ਕਰ ਸਕਦੇ ਆ? ਨਹੀਂ, ਕਿਉਂਕਿ ਕਈਆਂ ਦੇ ਪੇਰੈਂਟਸ ਜਿਹੜੇ ਨੇ, ਜਿਵੇਂ ਉਹਨਾਂ ਦੇ ਪੇਰੈਂਟਸ ਦੀ ਛੇਤੀ ਮੈਰਿਜ ਹੋਈ, ਬੱਚੇ ਜਿਹੜੇ ਨੇ ਵੱਡੇ ਹੋ ਗਏ, ਉਹ ਛੇਤੀ, ਜਿਵੇਂ ਕੋਈ 45-50 ਸਾਲ ਦੇ ਹੈਗੇ ਨੇ, ਸੋ ਉਹ ਕਹਿੰਦੇ ਆ ਕਿ ਅਸੀਂ ਕੰਮ ਵੀ ਕਰ ਸਕਦੇ ਹਾਂ, ਅਸੀਂ ਵਧੀਆ ਹੈਗੇ ਆ, ਸੋ ਉਹ ਕੰਮ ਨਹੀਂ ਕਰ ਸਕਦੇ। ਇਸੇ ਚੀਜ਼ ਨੂੰ ਲੈ ਕੇ ਆ ਜੀ, ਮੈਂ ਕਈ ਜਗ੍ਹਾ ਡਿਬੇਟਸ ਆਉਂਦਾ ਰਹਿਣਾ, ਮੈਂ ਜੋ ਗੱਲ ਹੁੰਦੀ ਰਹਿੰਦੀ ਹੈ, ਜਾਂ ਮੇਰੇ ਕੋਲ ਲੋਕ ਆ ਕੇ ਦੱਸਦੇ ਵੀ ਆ, ਉਹ ਕਹਿੰਦੇ ਜੀ ਸਾਡੇ ਪੇਰੈਂਟਸ ਨੂੰ ਇੱਥੇ ਬੁਲਾ ਤਾਂ ਲਿਆ ਸੀ, ਹੁਣ ਉੱਥੇ ਕੀ ਕਰਨ, ਉਹ ਕੰਮ ਕਰਨ ਦੀ ਇਜਾਜ਼ਤ ਨਹੀਂ ਹੈਗੀ, ਨਾ ਵਿਜ਼ਟਰ ਦੇ ਵਿੱਚ ਨਾ ਸੁਪਰ ਦੇ ਵਿੱਚ। ਜਿੰਨੇ ਟਾਈਮ ਤੁਸੀਂ PR ਨਹੀਂ ਹੁੰਦੇ, ਜਾਂ ਤੁਸੀਂ LMIA ਲੈ ਕੇ ਵਰਕ ਪਰਮਿਟ ਲੈ ਲੈਂਦੇ ਹੋ, ਦੈਟਸ ਅ ਡਿਫਰੈਂਟ ਸਿਨੈਰੀਓ, ਠੀਕ ਹੈ ਜੀ। ਅਦਰਵਾਈਜ਼ ਤੁਸੀਂ ਵਰਕ ਰਾਈਟ ਤੁਹਾਡੇ ਕੋਲ ਨਹੀਂ ਹੈਗੇ, ਸੋ ਭੁੱਲ ਕੇ ਵੀ ਕਦੇ ਵੀ ਪੇਰੈਂਟਸ ਨੂੰ ਮੈਂ ਕਹੂੰਗਾ ਕਿ ਕਦੇ ਵੀ ਤੁਸੀਂ ਕੰਮ ਨਾ ਕਰਿਓ। ਜੇ ਫੜੇ ਗਏ ਤਾਂ ਤੁਹਾਡੀ PR ਦੀ ਫਾਈਲ ਦੇ ਵਿੱਚ, ਅੱਗੇ ਆਉਣ ਵਾਲੀਆਂ ਫਾਈਲਾਂ ਦੇ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ। ਜਿਵੇਂ ਹੁਣ ਜੇ ਕਿਸੇ ਦੀ ਸੁਪਰ ਵੀਜ਼ਾ ਹੈਗਾ, ਫਿਰ ਉਹ ਲੋਟਰੀ ਸਿਸਟਮ 'ਚ ਆਪਣਾ ਲੱਕ ਟਰਾਈ ਕਰ ਸਕਦੇ ਆ, ਪਰ ਇੰਸ਼ੋਰੈਂਸ ਦਾ ਬਹੁਤ ਚੱਕਰ ਪੈ ਜਾਂਦਾ, ਕਿਉਂਕਿ ਤੁਸੀਂ $1 ਲੱਖ ਦੀ ਇੰਸ਼ੋਰੈਂਸ ਜਿਹੜੀ ਉਹ $1 ਲੱਖ ਦੀ ਵਰਥ ਆ ਜੀ, ਉਹਦੀ $1 ਲੱਖ ਦੀ ਵਰਥ ਆ। ਅਦਰਵਾਈਜ਼ ਜਿਹੜੀ ਇੰਸ਼ੋਰੈਂਸ ਜਿੰਨੀਆਂ ਕਿ ਮੈਂ ਦੇਖ ਰਿਹਾ, ਮੈਂ ਇੰਸ਼ੋਰੈਂਸ ਇੱਕ ਪੇਰੈਂਟ ਦੀ ਲਗਭਗ $1200 ਤੋਂ ਲੈ ਕੇ $1600-1700 ਤੱਕ ਵਰੀ ਕਰਦੀ ਆ, ਇੰਨੇ ਦੇ ਵਿੱਚ ਹੁੰਦੀ ਆ, ਡਿਪੈਂਡ ਕਰਦਾ ਕਿਹੜੀਆਂ ਮੈਡੀਕਲ ਕੰਡੀਸ਼ਨਸ ਨੇ। ਇਹ ਤਾਂ ਤੁਹਾਡੇ ਜਿਹੜੇ ਇੰਸ਼ੋਰੈਂਸ ਵਾਲੇ ਤੁਹਾਡੇ ਕੋਲ ਆਉਂਦੇ ਇੰਟਰਵਿਊ ਲਈ ਤਾਂ ਨਾ, ਉਹ ਬਹੁਤ ਵਧੀਆ ਦੱਸ ਸਕਦੇ, ਬਟ ਜਿੰਨਾ ਕਿ ਮੈਨੂੰ ਪਤਾ ਵੀ ਇੰਨੇ ਵਿੱਚ ਵਰੀ ਕਰਦੀ ਹੁੰਦੀ ਆ। ਸੋ ਹੁਣ ਜੇ ਇਹਨਾਂ ਨੇ ਓਵਰਸੀਜ਼ ਵੀ ਕਰਤਾ ਜੀ, ਮਾਈਟ ਵੀ ਉਹ ਚੀਪ ਹੋ ਸਕਦੀ ਆ, ਪਰ ਅਗੇਨ ਡਿਪੈਂਡ ਕਰਦਾ ਕਿ ਸਰਵਿਸਿਜ਼ ਕੀ ਕਵਰ ਕਰਦੀ, ਕਿਉਂਕਿ ਗਵਰਨਮੈਂਟ ਨੇ ਮੇਕ ਸ਼ੋਰ ਕਰਨਾ ਵਾ ਕਿ ਜਿਹੜਾ ਬੰਦਾ ਸਾਡੇ ਕੋਲੇ ਆ ਰਿਹਾ, ਜੇ ਕੱਲ ਨੂੰ ਉਹਨੂੰ ਕੋਈ ਮੈਡੀਕਲ ਕੰਡੀਸ਼ਨ ਹੋ ਗਈ, ਠੀਕ ਹੈ ਜੀ, ਉਹਨੂੰ ਹੈਂਡਲ ਕਿਵੇਂ ਕੀਤਾ ਜਾਵੇ। ਦੇयर ਆਰ ਮੈਨੀ ਐਗਜ਼ਾਮਪਲਸ ਹੈਰੀ, ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਨਾ ਐਗਜ਼ਾਮਪਲ ਜਿਹੜੀ ਹੈ, ਜਦੋਂ ਇਹ ਅਨਾਉਂਸਮੈਂਟ ਆਈ ਹੈ ਕਿ ਸੁਪਰ ਵੀਜ਼ਾ ਐਕਸਟੈਂਡ ਕਰ ਦਿੱਤਾ ਗਿਆ, ਹੁਣ ਉਹ ਇੱਕ ਵੀਰ ਜੀ ਸੀਗੇ ਤੇ ਉਹਨਾਂ ਨੇ ਆਪਣੀ ਜਿਹੜੀ ਸਟੋਰੀ ਸ਼ੇਅਰ ਕੀਤੀ ਕਿ ਉਹਨਾਂ ਦੇ ਮਮ ਜਿਹੜੇ ਸੀ ਉਹ ਸੁਪਰ ਵੀਜ਼ਾ ਤੇ ਆਏ ਸੀਗੇ। ਸੋ ਸੁਪਰ ਵੀਜ਼ੇ ਤੇ ਆਏ ਤਾਂ ਉਹਨਾਂ ਨੂੰ ਪਹਿਲਾਂ ਬਿਲਕੁਲ ਵਧੀਆ ਸੀ, ਆ ਕੇ ਪਤਾ ਨਹੀਂ ਕੀ ਹੋਇਆ, ਉਹਨਾਂ ਨੂੰ ਬਿਮਾਰ ਹੋਏ, ਹਸਪੀਟਲ ਜਾਣਾ ਪਿਆ। ਸੋ ਹਸਪੀਟਲ ਜਦੋਂ ਗਏ, 1 ਲੱਖ ਦੀ ਕਵਰੇਜ ਲਈ, ਕਿਉਂਕਿ ਪਤਾ ਮਿਨੀਮਮ ਠੀਕ ਠਾਕ ਹੈ, ਕੁਝ ਵੀ ਨਹੀਂ ਹੋਇਆ, ਪਰ ਯੂ ਨੈਵਰ ਨੋ ਕੀ ਹੋ ਜੇ ਅੱਗੇ, ਆਪਾਂ ਨੂੰ ਨਹੀਂ ਪਤਾ ਕੀ ਹੈਲਥ ਕੰਡੀਸ਼ਨਸ ਆਉਣ। ਸੋ ਉਹਨਾਂ ਦਾ ਹਸਪੀਟਲ ਦਾ ਬਿੱਲ 2,75,000 ਬਣ ਗਿਆ। ਓ ਮਾਈ ਗॉड, ਹੁਣ ਤੁਸੀਂ ਦੇਖੋ ਕਿ ਹੁਣ ਉਹ ਕਿੱਥੋਂ ਕਵਰ ਕਰਨ, ਹੁਣ ਇੰਨਾ ਕਿਸੇ ਕੋਲ ਪੈਸਾ ਹੁੰਦਾ ਨਹੀਂ ਕਿ ਕਿਸ ਤਰ੍ਹਾਂ ਦੇ ਨਾਲ ਹਸਪੀਟਲ ਦਾ ਬਿੱਲ ਦਿੱਤਾ ਜਾਵੇ। ਗੋ ਫੰਡ ਵੀ ਚਲਾਇਆ ਗਿਆ ਉਹਨਾਂ ਦੀ ਮਦਰ ਵਾਸਤੇ। ਸੋ ਇਹਨਾਂ ਮੁਸ਼ਕਿਲਾਂ ਦੇ ਵਿੱਚੋਂ ਲੰਘਣਾ ਪੈਂਦਾ। ਸੋ ਪਹਿਲਾਂ ਦੇਖ ਲਿਆ ਜਾਵੇ, ਜਦੋਂ ਵੀ ਹੁੰਦਾ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਦੇਖ ਲਈਆਂ ਜਾਣ। ਮੇਰੇ ਖਿਆਲ ਦੇ ਵਿੱਚ ਮੈਡੀਕਲ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ ਜੀ। ਕਈ ਬੜੇ, ਮੈਂ ਇੱਕ ਦੋ ਇਹ ਵੀ ਦੇਖਿਆ, ਜ਼ਿਆਦਾ ਸਿਆਣੇ ਬਣਦੇ ਆ, ਉਹ ਕਹਿੰਦੇ ਕਿ ਜਦੋਂ ਵੀਜ਼ਾ ਆ ਗਿਆ ਉਹਨੂੰ ਕਹਿੰਦੇ ਕਿ ਸਾਡੀ ਕੈਂਸਲ ਕਰ ਦਿਓ,
ਉਹਨਾਂ ਨੂੰ ਕਹਿਣਗੇ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਜਦ ਕਿ ਵੀਜ਼ਾ ਆ ਗਿਆ ਹੁੰਦਾ ਵੀ ਸਾਡੀ ਕੈਂਸਲ ਕਰ ਦਿਓ ਤਾਂ ਜੋ ਸਾਨੂੰ ਪੇ ਨਾ ਕਰਨਾ ਪਵੇ ਜੀ। ਉਹ ਬੜਾ ਤੁਸੀਂ ਆਪ ਰਿਸਕ ਲੈ ਰਹੇ ਹੋ। ਕੱਲ ਨੂੰ ਜੇ ਮੰਨ ਲਓ ਉਹਨਾਂ ਤੁਹਾਡੇ ਪੇਰੈਂਟਸ ਨੂੰ ਕੁਝ ਵੀ ਹੋ ਗਿਆ, ਬਜ਼ੁਰਗ ਨੇ, ਅੱਜ ਕੱਲ ਤਾਂ ਯੰਗ ਦੀ ਵੀ ਕੋਈ ਉਹ ਨਹੀਂ ਹੈਗੀ ਰਾਈਟ ਜੀ, ਕੱਲ ਨੂੰ ਕੋਈ ਵੀ ਮੈਡੀਕਲ ਕੰਡੀਸ਼ਨ ਆ ਗਈ, ਦੂਰ ਕੀ ਜਾਣਾ ਜੀ। ਮੇਰੇ ਖੁਦ ਦੇ ਪੇਰੈਂਟਸ ਨਾਲ ਹੋਇਆ ਸੀਗਾ, ਮੇਰੇ ਪੇਰੈਂਟਸ ਆਏ ਸੀਗੇ ਤੇ ਉਹ ਆਂਦੇ ਸਾਰੀ ਉਹ ਬਲੈਕ ਆਈ ਸੀਗੀ ਤੇ ਵਾਕ ਕਰਨ ਗਏ ਤੇ ਡਿੱਗ ਗਏ ਤੇ ਉਹਨਾਂ ਦਾ ਗੁੱਟ ਟੁੱਟ ਗਿਆ ਤੇ ਉਹਨਾਂ ਦੀ ਜਿੰਨਾ ਵੀ ਮੈਡੀਕਲ ਐਕਸਪੈਂਸ ਸੀਗਾ ਸਾਰਾ ਇੰਸ਼ੋਰੈਂਸ 'ਚ ਕਵਰ ਹੋਇਆ। ਮੈਂ ਸਿੰਗਲ ਪੈਨੀ ਨਹੀਂ ਮੇਰੀ ਲੱਗੀ ਹੈਗੀ ਜੀ ਤੇ ਮੈਨੂੰ ਲੱਗਦਾ ਕਿ ਮੈਂ ਇੰਸ਼ੋਰੈਂਸ ਕਰਾਈ ਹੋਣੀ 16-1700 ਦੀ, ਬਿੱਲ ਬਣਿਆ $7-8,000 ਦਾ ਤੇ ਉਹ ਮੈਨੂੰ ਲੱਗਦਾ ਕਿ ਮੈਂ ਤਾਂ ਵਧੀਆ ਕੀਤਾ ਕਿ ਮੈਂ ਰੱਖੀ ਹੈ। ਉਹ ਮੇਰੇ ਕੋਲ ਜਿੰਨਾ ਟਾਈਮ ਵੀ ਰਹੇ ਮੈਂ ਇੰਸ਼ੋਰੈਂਸ ਉਹਨਾਂ ਦੀ ਨਾਲ ਬਿਲਕੁਲ ਇੱਕ ਵਿਜ਼ਿਟ ਦਾ ਮੈਨੂੰ ਲੱਗਦਾ 1200-1300 ਚਾਰਜ ਕਰਦੇ ਆ ਜੇ ਹਸਪੀਟਲ ਜਾਣਾ ਪਵੇ। ਸੋ ਇਹ ਚੀਜ਼ਾਂ ਧਿਆਨ ਦੇ ਵਿੱਚ ਜ਼ਰੂਰ ਉਹ ਬਾਈ ਡਿਫਾਲਟ ਆ ਜੀ। $1200 ਤਾਂ ਮਿਨੀਮਮ ਜਿਹੜਾ ਉਹਨਾਂ ਨੇ ਦੇਖਦਾ ਲੈਣ ਹੀ ਲੈਣਾ ਵਾ, ਉਹ ਤਾਂ 1200 ਤਾਂ ਗਿਆ ਹੀ ਸਿੱਧਾ ਗਿਆ। ਉਹ ਤੋਂ ਬਾਅਦ ਜੇ ਹੁਣ ਡਿਪੈਂਡ ਕਰਦਾ ਕੀ ਹੁੰਦਾ, ਕੋਈ ਜੇ ਕੋਈ ਸਟ੍ਰੋਕ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਰਾਈਟ, ਕਿੱਦਾਂ ਖਰਚਾ ਆ ਜਾਣਾ। ਮੈਡੀਕਲ ਇੰਸ਼ੋਰੈਂਸ ਆਲਵੇਜ਼ ਰੱਖੋ ਸੁਪਰ ਵੀਜ਼ਾ ਦੇ ਵਿੱਚ ਹਮੇਸ਼ਾ। ਈਵਨ ਮੈਂ ਵਿਜ਼ਟਰ ਦੇ ਵਿੱਚ ਵੀ ਕਹਿੰਦਾ ਨਾ ਮੈਡੀਕਲ ਇੰਸ਼ੋਰੈਂਸ ਲੈ ਕੇ ਆਓ ਜੀ। ਬਿਲਕੁਲ ਜੀ। ਤੇ ਨਾਲ ਹੁਣ ਵੀਜ਼ੇ ਜਿਹੜੇ ਨੇ ਉਹ ਲਗਾਤਾਰ ਖੁੱਲਦੇ ਜਾ ਰਹੇ ਨੇ, ਪਰ ਉਹਦੇ ਵਿਚਕਾਰ ਹੁਣ ਅਸੀਂ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ TR to PR ਓਪਨ ਹੋਇਆ ਸੀ, ਅਸੀਂ ਹੀ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਇੱਥੇ ਲਾਈਵ ਕੀਤਾ ਸੀਗਾ ਟੀਵੀ ਦੇ ਉੱਤੇ, ਬਿਲਕੁਲ ਲਾਈਵ, ਕਿ ਸਾਡੀ ਆਡੀਅנס ਨੂੰ ਪਤਾ ਲੱਗ ਜਾਵੇ ਕਿ ਇਹ ਫਾਈਲਾਂ ਖੁੱਲ ਗਈਆਂ ਨੇ, ਜਿਨ੍ਹਾਂ ਦੇ ਪ੍ਰੋਫਾਈਲ ਬਣੇ ਹੋਏ ਨੇ ਫਟਾਫਟ ਆਪਣਾ ਜਿਹੜਾ ਅਪਲਾਈ ਕੀਤਾ ਜਾਵੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ। ਹੁਣ ਉਹਦੀ ਕੀ ਅਪਡੇਟ ਹੈ ਜੀ, ਕੋਈ ਨਵੀਆਂ ਚੇਂਜਸ ਆਈਆਂ? TR to PR ਮੋਸਟਲੀ ਤਾਂ ਨਿਕਲ ਰਹੀਆਂ ਜੀ ਫਾਈਲਾਂ, ਪਿੱਛੇ ਤਾਂ ਬੜੀਆਂ ਲਾਈਕ ਸਪੀਡ ਨਾਲ ਨਿਕਲ ਰਹੀਆਂ ਸੀ ਫਾਈਲਾਂ, ਹੁਣ ਥੋੜ੍ਹੀਆਂ ਸਲੋ ਲੱਗ ਰਹੀਆਂ ਨੇ ਮੈਨੂੰ ਤੇ ਬਟ ਇਹਦੇ ਵਿੱਚ ਜਿਹੜਾ ਅਪਡੇਟ ਕੀਤਾ ਇਹਨਾਂ ਨੇ, ਜਿਹੜਾ ਓਪਨ ਵਰਕ ਪਰਮਿਟ ਦੀ ਇਹਨਾਂ ਨੇ ਦਿੱਤੀ ਸੀਗੀ ਆਪਸ਼ਨ ਕਿ ਤੁਸੀਂ ਓਪਨ ਵਰਕ ਪਰਮਿਟ ਲੈ ਸਕਦੇ ਹੋ, ਉਹਦੇ ਵਿੱਚ ਬੜਾ ਚੇਂਜ ਕੀਤਾ ਇਹਨਾਂ ਨੇ। ਇੱਕ ਤਾਂ ਉਹਨਾਂ ਨੇ ਕਰਤਾ ਕਿ ਤੁਸੀਂ ਦਸੰਬਰ 2024 ਤੱਕ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ, ਪਹਿਲਾਂ 22 ਦੇ ਐਂਡ ਤੱਕ ਸੀਗਾ ਜੀ। ਮੇਜਰ ਅਪਡੇਟ ਜਿਹੜਾ ਮੇਜਰ ਚੇਂਜ ਉਹਦੇ ਵਿੱਚ ਆ ਕਿ ਜੇ ਤੁਹਾਡੀ ਫੈਮਿਲੀ ਆ ਉਹਦਾ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਚਾਹੇ ਉਹ ਅਬਰੋਡ ਬੈਠੇ ਆ। ਜੇ ਹੁਣ ਮੰਨ ਲਓ TR to PR ਕਿਸੇ ਨੇ ਅਪਲਾਈ, ਕਿਸੇ ਦੀ ਫਾਈਲ ਲੱਗੀ ਹੈ ਜੀ, ਉਹ ਉਹਨਾਂ ਦੇ ਉਹ ਮੈਰਿਡ ਨੇ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਬੈਠੇ ਆ, ਹੁਣ ਉਹਨਾਂ ਦਾ ਵੀ ਓਪਨ ਵਰਕ ਪਰਮਿਟ, ਉਹਨਾਂ ਦਾ ਵੀ ਵਰਕ ਪਰਮਿਟ ਅਪਲਾਈ ਕਰ ਸਕਦੇ ਆ। ਸੋ ਇਹ ਵੱਡੀ ਜਿਹੜੀ ਅਪਡੇਟ ਆਈ ਹੈ। ਇਹ ਜਦੋਂ ਨਿਊਜ਼ ਆਈ ਬਹੁਤ ਸਾਡੀਆਂ ਕਾਲਾਂ ਆਈਆਂ, ਕਿਉਂਕਿ ਸਾਰੇ ਕੀ ਉਹ ਕਈਆਂ ਦੇ ਸੀ ਉਹ ਇੱਥੇ ਕੰਮ ਕਰ ਰਹੇ ਸੀਗੇ, TR to PR 'ਚ ਫਾਈਲ ਲੱਗ ਗਈ ਰਾਈਟ ਜੀ। ਉਹ ਤੋਂ ਬਾਅਦ ਪਰ ਉਹ ਉਹਨਾਂ ਦੇ ਜਿਹੜੀ ਸਕਿੱਲ ਜੌਬ ਨਹੀਂ ਸੀਗੀ ਤਾਂ ਓਪਨ ਵਰਕ ਪਰਮਿਟ ਨਹੀਂ ਲਾ ਸਕਦੇ ਸੀ ਆਪਣੇ ਸਪਾਊਸ ਦਾ, ਉਧਰੋਂ TR to PR 'ਚ ਫਾਈਲ ਲੱਗ ਗਈ। ਹੁਣ ਉਹਨਾਂ ਕੋਲੇ ਆਪਸ਼ਨ ਬਣ ਗਿਆ ਕਿ ਹੁਣ ਉਹ ਓਪਨ ਵਰਕ ਪਰਮਿਟ ਆਪਣੇ ਸਪਾਊਸ ਦਾ ਜਾਂ ਉਹਨਾਂ ਦਾ ਅਪਲਾਈ ਕਰ ਸਕਦੇ ਜੀ। ਸੋ ਉਹ ਵੀ ਇੱਕ ਗੁੱਡ ਇਨੀਸ਼ੀਏਟਿਵ, ਫੈਮਿਲੀ ਰੀਯੂਨੀਫਿਕੇਸ਼ਨ ਦਾ ਉਹ ਵੀ ਇੱਕ ਹਿੱਸਾ ਵਾ। ਤੇ ਤੁਸੀਂ ਆਪਣੇ ਸਪਾਊਸ ਨੂੰ ਇੱਥੇ ਬੁਲਾਓ, ਉਹਨਾਂ ਉਹ ਵੀ ਆ ਕੇ ਕੰਮ ਕਰਨਗੇ, ਤੁਸੀਂ ਤਾਂ ਕਰ ਹੀ ਰਹੇ ਹੋ ਕਿਉਂਕਿ ਆਲਰੇਡੀ ਤੁਹਾਨੂੰ ਪਤਾ ਲੇਬਰ ਦੀ ਸ਼ਾਰਟੇਜ ਹੋਈ ਆ, ਈਵਨ ਸਾਰੀਆਂ ਕੰਟਰੀਆਂ 'ਚ ਹੋਈ ਆ। ਮੈਂ ਆਸਟ੍ਰੇਲੀਆ ਕਈ ਵਾਰ ਗੱਲ ਕਰਦਾ ਹੁੰਦਾ, ਨਿਊਜ਼ੀਲੈਂਡ ਗੱਲ ਕਰਦਾ ਹੁੰਦਾ, ਸਭ ਜਗ੍ਹਾ ਲੇਬਰ ਸ਼ਾਰਟੇਜ ਹੋਈ ਆ। ਆਪਣੇ ਕੋਲ ਕੈਨੇਡਾ 'ਚ ਵੀ ਬਹੁਤ ਲੇਬਰ ਸ਼ਾਰਟੇਜ ਆ। ਜਿੰਨੇ ਸਕਿੱਲ ਲੇਬਰ ਆਉਣਗੇ ਮੇਰੇ ਖਿਆਲ ਦੇ ਵਿੱਚ ਉਨਾ ਹੀ ਆਪਣੀ ਇਕਨੋਮੀ ਨੂੰ ਬੂਸਟ ਮਿਲੂਗਾ ਜੀ। ਬਿਲਕੁਲ ਜੀ। ਸੋ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜਿਹੜਾ ਹੈ ਉਹ ਇੰਪੈਕਟ ਰੱਖਦੀਆਂ ਨੇ, ਕਿਉਂਕਿ ਹੁਣ ਸੱਚਮੁੱਚ ਵਰਕਰਸ ਦੀ ਘਾਟ ਹੈਗੀ, ਜਿਹੜੇ ਮਰਜ਼ੀ ਸੈਕਟਰ ਦੇ ਵਿੱਚ ਚਲ ਜਾਓ, ਚਾਹੇ ਰੀਟੇਲਸ ਚਲ ਜਾਓ, ਚਾਹੇ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲ ਜਾਓ, ਉੱਥੇ ਵਰਕਰਸ ਦੀ ਘਾਟ ਹੈਗੀ ਆ। ਈਵਨ ਰੈਸਟੋਰੈਂਟਸ ਦੇ ਵਿੱਚ ਬਾਹਰ ਵੀ ਮੈਂ ਦੇਖਿਆ ਲਿਖ ਕੇ ਲਾਇਆ ਹੁੰਦਾ ਵੀ ਪੇਸ਼ੈਂਸ ਦੇ ਨਾਲ ਵੇਟ ਕਰ ਲਓ ਤੁਸੀਂ, ਤੇ ਸਾਡੇ ਕੋਲ ਵਰਕਰਸ ਦੀ ਸ਼ਾਰਟੇਜ ਹੈਗੀ ਆ। ਸੋ ਕਈ ਵਾਰੀ ਤਾਂ ਉਹਨਾਂ ਨੇ ਕੋਟਸ ਬੜੇ ਹਾਸੇ ਵਾਲੇ ਲਿਖੇ ਹੁੰਦੇ ਆ ਕਿ ਪੜ੍ਹ ਕੇ ਹਾਸਾ ਆ ਜਾਂਦਾ, ਪਰ ਇਹ ਹੈ ਕਿ ਸੱਚਮੁੱਚ ਹਰ ਇੰਡਸਟਰੀ ਦੇ ਵਿੱਚ ਜਿਹੜਾ ਹੈ ਉਹ ਵਰਕਰਸ ਘੱਟ ਰਹੇ ਨੇ। ਪਰ ਵਰਕ ਪਰਮਿਟ ਦੇ ਉੱਤੇ ਜਾਂ ਐਜ਼ ਅ ਵਰਕਰ ਜੇ ਕਿਸੇ ਨੇ ਕੈਨੇਡਾ ਦੇ ਵਿੱਚ ਆਉਣਾ, ਸੋ ਉਹਨਾਂ ਦੇ ਲਈ ਕਿਹੜੇ ਪ੍ਰੋਗਰਾਮ, ਕਿਹੜੇ ਰਾਹ ਹੋ ਸਕਦੇ? ਇੱਕ ਰਾਹ ਪਹਿਲਾਂ ਹੁੰਦਾ ਸੀ ਜੀ ਕਈ LMIA ਲਓ, ਤੁਹਾਨੂੰ ਕੋਈ ਵੀ ਜੌਬ ਆਫਰ ਹੈਗੀ ਹੈ LMIA ਲੈ ਕੇ, ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਉਹਨਾਂ ਨਾਲ ਮੈਚ ਕਰਦੀ, ਫਿਰ ਤੁਸੀਂ ਉਹਦੇ ਬਿਹਾਫ ਤੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਹੁਣ TR to PR ਵਾਲਾ ਵੀ ਵਿੱਚ ਆ ਗਏ ਨੇਗੇ, ਸਪਾਊਸਲ ਵਾਲੇ ਵੀ ਇਹਨਾਂ ਨੇ ਕਰਦੇ ਆ। ਤੇ ਓਪਨ ਵਰਕ ਪਰਮਿਟ ਦੀ ਵੀ ਫਿਜ਼ੀਬਿਲਿਟੀਜ਼ ਹੈਗੀਆਂ ਨੇਗੀਆਂ। ਕੋਈ ਸਟੂਡੈਂਟ ਆ ਉਹ ਆਪਣੇ ਸਪਾਊਸ ਨੂੰ ਬੁਲਾ ਸਕਦਾ, ਕਿਸੇ ਕੋਲ OAB ਦੀ ਜੌਬ ਹੈਗੀ ਆ ਉਹ ਵੀ ਆਪਣੇ ਸਪਾਊਸ ਨੂੰ ਬੁਲਾ ਸਕਦਾ ਵਾ, ਕੋਈ ਵੀ ਆ। ਬਟ ਅਗੇਨ ਇਹ ਮੈਂ ਕਈ ਵਾਰ ਡਿਸਕਸ ਕੀਤਾ ਗਾ ਕਿ ਤੁਹਾਡੇ ਪ੍ਰੂਫ ਜਿਹੜਾ ਰਿਲੇਸ਼ਨਸ਼ਿਪ ਆ ਨਾ, ਉਹਦੇ ਤੇ ਹਮੇਸ਼ਾ ਕੁਐਸਚਨ ਮਾਰਕ ਹੋਣਾ ਹੀ ਹੋਣਾ। ਇਟ ਸ਼ੁੱਡ ਬੀ ਜੈਨੂਅਨ। ਜੇ ਉਹ ਜੈਨੂਅਨ ਆ ਤੁਹਾਡਾ ਰਿਲੇਸ਼ਨਸ਼ਿਪ, ਫਿਰ ਕੋਈ ਚੱਕਰ ਨਹੀਂ ਹੈਗਾ। ਜਿਹੜੇ ਫੇਕ ਮੈਰਿਜਸ ਨੇਗੀਆਂ ਜਾਂ ਕੰਟਰੈਕਟ ਮੈਰਿਜਸ ਨੇਗੀਆਂ ਰਾਈਟ, ਉਹਨਾਂ ਤੇ ਤਾਂ ਆਲਵੇਜ਼ ਕੁਐਸਚਨ ਮਾਰਕ ਹੋਊਗਾ ਹੀ ਹੋਊਗਾ। ਉਹਨਾਂ ਤੇ ਜਦ ਬੱਚੇ ਨੇ ਹੁਣੀ ਆਇਲਸ ਕੀਤੀ ਆ, ਨਾਲ ਹੀ ਵੀਜ਼ਾ ਅਪਲਾਈ ਕਰਤਾ, ਨਾਲ ਹੀ ਵਿਆਹ ਕਰਤਾ, ਨਾਲ ਹੀ ਟਿਕਟ ਲੈ ਕੇ ਕੈਨੇਡਾ ਆ ਗਏ, ਤੁਸੀਂ ਫਿਰ ਕਹਿੰਦੇ ਸਾਡੇ ਸਪਾਊਸ ਰਿਜੈਕਟ ਹੁੰਦੇ ਹੋ, ਤਾਂ ਉਹਦੇ ਰਿਜੈਕਸ਼ਨ ਦੇ ਚਾਂਸਸ ਤਾਂ ਰਹਿਣਗੇ ਜੀ। ਬਿਲਕੁਲ ਜੀ। देयर आर सम ਰੀਜ਼ਨਸ ਜਿਹਦੇ ਬਿਹਾਫ ਦੇ ਉੱਤੇ ਜਿਹੜਾ ਉਹ ਹੁੰਦਾ ਹੈ। ਕਈ ਵਾਰ ਨਾ ਹੈਰੀ ਇਹ ਵੀ ਹੁੰਦਾ ਕਿ ਸਾਨੂੰ ਅਸੀਂ ਪੇਪਰ ਜਿਹੜੇ ਨੇ ਆਨਲਾਈਨ ਲਾਏ ਸੀਗੇ, ਸੋ ਕੰਪਿਊਟਰਾਈਜ਼ਡ ਉੱਥੇ ਕੋਈ ਹਿਊਮਨ ਨਹੀਂ ਸੀਗਾ, ਸੋ ਕੰਪਿਊਟਰਾਈਜ਼ਡ ਚੈੱਕ ਹੋਇਆ, ਉਹਨਾਂ ਨੇ ਜਿਵੇਂ ਦੇਖਿਆ ਉਵੇਂ ਹੀ ਮਤਲਬ ਤੁਹਾਨੂੰ ਰਿਜੈਕਸ਼ਨ ਲਾਈ ਤੇ ਭੇਜ ਦਿੱਤਾ। ਇਹ ਪਰਸੈਪਸ਼ਨ ਬਣੀ ਹੋਈ ਹੈ। ਇਹ ਹੈ ਟਰੂ ਹੈ ਜੀ, ਇਹ ਟਰੂ ਹੈ ਜੀ।
ਐਜ਼ ਇਮੀਗ੍ਰੈਂਟ ਮੈਂ ਕੰਸਲਟੈਂਟ ਕਿਵੇਂ ਕਹਿ ਸਕਦਾ, ਬਟ ਦਿਸ ਇਜ਼ ਦ ਥਿੰਗ ਕਿ ਹਿਊਮਨ ਵੀ ਚੈੱਕ ਕਰਦਾ, ਕੰਪਿਊਟਰ ਵੀ ਚੈੱਕ ਕਰਦਾ, You never know ਕਿ ਪਿੱਛੇ ਕੀ ਹੋ ਰਿਹਾ, ਬੈਕ ਐਂਡ ਤੇ ਕੀ ਚੱਲ ਰਿਹਾ। ਅੱਛਾ, ਇੱਥੇ ਇਹ ਵੀ ਸਵਾਲ ਹੈ ਹੈਰੀ ਵੀ ਬਹੁਤ ਸਾਰੇ ਕੰਸਲਟੈਂਟ ਹੈਗੇ ਨੇ, ਜਿਵੇਂ ਹੁਣ ਅਸੀਂ ਪਹਿਲਾਂ ਜਦੋਂ ਅਸੀਂ, ਤੁਹਾਨੂੰ ਯਾਦ ਹੋਣਾ ਜਦੋਂ ਅਸੀਂ ਪਹਿਲਾਂ ਪ੍ਰੋਗਰਾਮ ਕੀਤਾ ਸੀ ਉਦੋਂ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਕਿਹੜੇ ਕੰਸਲਟੈਂਟ ਕੋਲ ਜਾਣਾ ਚਾਹੀਦਾ, ਤੁਸੀਂ ਕਿਹਾ ਸੀ ਜਿਹੜਾ IRCC ਅਪਰੂਵਡ ਹੋਵੇ ਉਹਦੇ ਕੋਲ ਜਾਣਾ ਚਾਹੀਦਾ। ਹੁਣ ਨਾਂ ਚੇਂਜ ਹੋ ਗਿਆ ਜੀ, ਹੁਣ ਉਹਦਾ ਨਾਂ ਕੀ ਹੋ ਗਿਆ ਜੀ? ਹੁਣ CICC ਕਹਿ ਸਕਦੇ, CSIC ਕਹਿ ਸਕਦੇ ਆ। ਹੁਣ IRCC ਜਿਹੜੀ ਬਾਡੀ ਸੀਗੀ ਉਹਨੂੰ ਚੇਂਜ ਕਰਕੇ ਇਹਨਾਂ ਨੇ CICC, ਚਲੋ ਇਹ ਵੀ ਅਪਡੇਟ ਮਿਲ ਗਈ ਸਾਨੂੰ। ਸੋ ਸੱਚਮੁੱਚ ਉਹ ਅਪਰੂਵ ਹੋਣਾ ਚਾਹੀਦਾ, ਸਾਨੂੰ ਪਤਾ ਕਰ ਲੈਣਾ ਚਾਹੀਦਾ, ਕਿਉਂਕਿ ਠੱਗੀਆਂ ਜਿਹੜੀਆਂ ਨੇ ਬਹੁਤ ਵੱਜ ਰਹੀਆਂ ਨੇ। ਹੁਣ ਬਹੁਤ ਸਾਰੇ ਕੰਸਲਟੈਂਟ ਜਿਹੜੇ ਨੇ ਉਹ ਡਿਫਰੈਂਟ ਤਰੀਕੇ ਦੇ ਨਾਲ ਡੀਲ ਕਰਦੇ ਆ, ਤੁਹਾਡਾ ਤਰੀਕਾ ਹੋ ਸਕਦਾ, ਕਿਸੇ ਹੋਰ ਦਾ ਤਰੀਕਾ ਹੋ ਸਕਦਾ। ਹੁਣ ਜਿਵੇਂ ਮੈਂ ਕਿਹਾ ਆਨਲਾਈਨ ਪੇਪਰ ਲਾਇਆ, ਕਈ ਕਹਿੰਦੇ ਨਹੀਂ ਆਨਲਾਈਨ ਨਾ ਭਰਿਓ ਐਪਲੀਕੇਸ਼ਨ, ਤੁਸੀਂ ਉਹਨੂੰ ਪ੍ਰਿੰਟ ਕਰੋ ਫਿਰ ਉਹਨੂੰ ਭੇਜੋ, ਤੇ ਉਹਦੇ ਨਾਲ ਫਿਰ ਜਿਹੜਾ ਹਿਊਮਨ ਹੈ ਕੋਈ ਉਹੀ ਚੈੱਕ ਕਰਦਾ, ਮਸ਼ੀਨ ਨਹੀਂ ਚੈੱਕ ਕਰਦੀ। ਹੁਣ ਇਹ ਚੀਜ਼ਾਂ ਕਿੰਨੀਆਂ ਕੁ ਮੈਟਰ ਕਰਦੀਆਂ? ਮੈਨੂੰ ਆਈ ਡੋਂਟ ਨੋ ਜੀ, ਜੇ ਮੈਨੂੰ ਮੈਮ ਮੇਰੀ ਬੈਕਗ੍ਰਾਉਂਡ IT ਦੀ ਆ, ਠੀਕ ਹੈ ਜੀ, ਮੈਨੂੰ ਲੱਗਦਾ ਜੇ ਉਹ ਫਾਈਲ ਪੇਪਰ ਵੀ ਜਾਊਗੀ ਤਾਂ ਉਹਨੂੰ ਸਕੈਨ ਤਾਂ ਕਰਕੇ ਉਹਨਾਂ ਨੇ ਫਿਰ ਉਹ ਸਕੈਨ ਕਰਕੇ ਉਹਦੀ ਡਿਜੀਟਲ ਕਾਪੀ ਬਣਾ ਦਿੰਦੇ ਹੋਣਗੇ। ਮੈਨੂੰ ਲੱਗਦਾ ਵਾ ਕਿ ਉਹਦੀ ਡਿਜੀਟਲ ਕਾਪੀ ਬਣਾ ਕੇ ਫਿਰ ਕਿਸੇ ਨਾ ਕਿਸੇ ਆਫਿਸਰ ਜਾਂ ਕਿਤੇ ਵੀ ਜਾ ਕੇ ਉਹਨੂੰ ਉਹ ਹੁੰਦੀ ਹੋਊਗੀ, ਚੈੱਕ ਤਾਂ ਹੁੰਦੀ ਆ। ਇਹ ਨਹੀਂ ਜ਼ਰੂਰੀ ਹੈ ਕਿ ਜੇ ਪੇਪਰ ਐਪਲੀਕੇਸ਼ਨ ਜਾ ਰਹੀ ਆ ਤਾਂ ਬੰਦਾ ਮੈਨੂਅਲੀ ਚੈੱਕ ਕਰ ਰਿਹਾ ਬੈਠਾ, ਪੇਪਰ ਫੋਲਡ ਰਿਹਾ ਵਾ, ਜ਼ਿਆਦਾ ਚਾਂਸਸ ਹੈ ਕਿ ਤੁਹਾਡਾ ਵੀਜ਼ਾ ਅਪਰੂਵ ਹੋ ਜਾਊਗਾ ਜੇ ਨਹੀਂ, ਕਿਉਂਕਿ ਇਹ ਹੈ ਕਿ ਜੇ ਤੁਸੀਂ ਸਹੀ ਤੇ ਸਟੀਕ ਕੋਵਿਡ ਕਰਕੇ ਜਿਹੜੇ ਪੇਪਰ ਐਪਲੀਕੇਸ਼ਨਸ ਤਾਂ ਉਦਾਂ ਵੀ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਸੀ ਪਿੱਛੇ ਜੇ ਤਾਂ, ਰਾਈਟ। ਹੁਣ ਵੀ ਜਿਹੜੀਆਂ ਐਪਲੀਕੇਸ਼ਨਸ ਸਿੱਧੀਆਂ ਆਨਲਾਈਨ ਹੀ ਲੱਗ ਰਹੀਆਂ ਨੇਗੀਆਂ। ਆਈ ਡੋਂਟ ਨੋ ਕਿ ਨਿਊਜ਼ ਫਲਾਉਣ ਵਾਲੇ ਤਾਂ ਕਿੱਧਰ ਫਲਾਈ ਲੈਂਦੇ ਨੇਗੇ ਕਿ ਇੱਦਾਂ ਲਾ ਦਿਓ, ਡਿਪੈਂਡ ਕਰਦਾ ਫਾਈਲ 'ਚ ਕੀ ਇਨਕਲੂਡ ਕਰ ਰਹੇ ਹੋ, ਉਹ ਬਹੁਤ ਮੈਟਰ ਕਰਦਾ। ਜਿਹੜੀ ਐਪਲੀਕੇਸ਼ਨ ਲਾ ਰਹੇ ਹੋ, ਹੁਣ ਮੈਂ ਮੰਨ ਲਓ ਸਪਾਊਸਲ ਸਪਾਂਸਰਸ਼ਿਪ ਲਾ ਰਿਹਾ ਕਿਸੇ ਦੀ, ਠੀਕ ਹੈ ਜੀ, ਜੇ ਮੈਂ ਉਹਨਾਂ ਦੇ ਰਿਲੇਸ਼ਨਸ਼ਿਪ ਨੂੰ ਪ੍ਰੂਫ ਹੀ ਨਹੀਂ ਕਰ ਸਕਿਆ ਕਿਉਂਕਿ ਉਸ ਐਪਲੀਕੇਸ਼ਨ ਦਾ ਬੇਸ ਹੀ ਉਹ ਆ, ਤੁਸੀਂ ਇੱਧਰ ਉੱਧਰਲੇ ਸਾਰੇ ਡਾਕੂਮੈਂਟ ਲਾ ਦਿਓ, ਫਾਰਮ ਭਰ ਦਿਓ, ਇਹ ਕਰ ਦਿਓ, ਉਹ ਕਰ ਦਿਓ, ਜਿੰਨਾ ਤੱਕ ਉਹਨਾਂ ਦੇ ਰਿਲੇਸ਼ਨਸ਼ਿਪ ਨੂੰ ਤੁਸੀਂ ਨਹੀਂ ਪ੍ਰੂਫ ਕਰਦੇ ਹੈਗੇ, ਐਪਲੀਕੇਸ਼ਨ ਕਿੱਦਾਂ ਥਰੂ ਹੋ ਜਾਊਗੀ? ਉਹ ਚਾਹੇ ਹਿਊਮਨ ਚੈੱਕ ਕਰੇ, ਚਾਹੇ ਕੋਈ ਕੰਪਿਊਟਰ ਚੈੱਕ ਕਰੇ, ਡਜ਼ਨਟ ਮੈਟਰ ਜੀ। ਸੋ ਜਿਹੜੀ ਐਪਲੀਕੇਸ਼ਨ ਲਾ ਰਹੇ ਹੋ, ਵਿਜ਼ਟਰ ਲਾ ਰਹੇ ਆ, ਉਹਦੀ ਟਰੈਵਲ ਹਿਸਟਰੀ ਕੀ ਆ, ਉਹਦੇ ਕੋਲੇ ਫੰਡਸ ਕਿੰਨੇ ਨੇ, ਕਿਵੇਂ ਟਰੈਵਲ ਕਰਨਾ, ਪਹਿਲਾਂ ਟਰੈਵਲ ਕੀਤਾ ਕਿ ਨਹੀਂ ਕੀਤਾ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਉਹਦੇ ਤੇ ਐਮਫਸਾਈਜ਼ ਕਰੋ, ਉਸ ਚੀਜ਼ ਨੂੰ ਹਾਈਲਾਈਟ ਕਰੋ। ਸੁਪਰ ਵੀਜ਼ਾ ਲਾ ਰਹੇ ਆ, ਜਿਹਦੀ ਲਾ ਰਹੇ ਆ ਉਹ ਇਨਕਮ ਮੀਟ ਕਰ ਰਿਹਾ ਵਾ, ਉਹਨੇ ਇੰਸ਼ੋਰੈਂਸ ਲਈ ਆ, ਮੈਡੀਕਲ ਅਪਫਰੰਟ ਲਾ ਰਹੇ ਹੋ ਤੁਸੀਂ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਜੀ। ਸੋ ਇਹ ਹੈ ਕਿ ਇਹ ਜੀ ਜਾਣਕਾਰੀਆਂ ਤੋਂ ਬਚਣਾ ਚਾਹੀਦਾ। ਪਰ ਨਾਲ ਹੁਣ ਜਿਵੇਂ ਅਸੀਂ Tier 2 PR ਦੀ ਗੱਲ ਕਰ ਰਹੇ ਹਾਂ, ਹੁਣ ਬਹੁਤ ਸਾਰੇ ਪ੍ਰੋਗਰਾਮ ਨਵੇਂ ਵੀ ਆ ਰਹੇ ਨੇ, ਪੁਰਾਣੇ ਵੀ ਆ ਰਹੇ ਨੇ। ਉਹ 75 ਵਾਲਾ ਸਕੋਰ ਹਜੇ ਤੱਕ ਨਹੀਂ ਭੁੱਲਦਾ ਸਾਨੂੰ ਕਿ ਉਹ ਇੱਦਾਂ ਵੀ ਹੋ ਸਕਦਾ ਕਿਤੇ ਉਹ ਹਿਸਟਰੀ ਬਣ ਗਈ ਹੈਗੀ ਆ। ਹੁਣ ਐਕਸਪ੍ਰੈਸ ਐਂਟਰੀ ਹੈ ਜਿਹੜੀ, ਉਹ ਕਦੋਂ ਪ੍ਰੋਗਰਾਮ ਸ਼ੁਰੂ ਹੋਣਾ, ਕਦੋਂ ਰਿਜ਼ਿਊਮ ਹੋਣਾ ਜੀ? ਐਕਸਪੈਕਟ ਕਰ ਰਹੇ ਹਾਂ ਜੀ ਵੈਰੀ ਸੂਨ, ਜੂਨ ਜੁਲਾਈ ਦੇ ਵਿੱਚ ਕੋਈ ਨਾ ਕੋਈ ਡਰਾਅ ਤਾਂ ਆਊਗਾ ਹੀ ਪੱਕਾ। ਬਟ ਉੱਦਾਂ ਐਕਸਪ੍ਰੈਸ ਐਂਟਰੀ ਦੇ ਚੱਲ ਰਹੇ, ਬਟ ਜਿਹੜੇ PNP ਵਾਲੇ ਡਰਾਅ ਆ ਰਹੇ ਸੀਗੇ, CEC ਦਾ ਡਰਾਅ ਨਹੀਂ ਆਇਆ ਸੀ, FSW ਦਾ ਡਰਾਅ ਨਹੀਂ ਆਇਆ ਸੀ, FST ਦਾ ਨਹੀਂ ਆਇਆ ਸੀਗਾ, ਟ੍ਰੇਡਸ ਵਾਲੇ ਉਹ ਕਿਸੇ ਦਾ ਡਰਾਅ ਨਹੀਂ ਆਇਆ ਸੀਗਾ। ਸੋ ਉਹ ਐਕਸਪੈਕਟ ਕਰ ਰਹੇ ਹਾਂ ਕਿ ਦਿਸ ਮੰਥ ਈਦਰ ਨੈਕਸਟ ਮੰਥ ਦੇ ਵਿੱਚ ਕੋਈ ਨਾ ਕੋਈ ਡਰਾਅ ਤਾਂ ਨਿਕਲਣੇ ਸ਼ੁਰੂ ਹੋਣਗੇ, ਕਿਉਂਕਿ ਇਹਨਾਂ ਨੂੰ ਹੁਣ ਬੰਦੇ ਚਾਹੀਦੇ ਨੇਗੇ। ਤੇ ਉਹ ਇੱਕ ਚੇਂਜ ਇਹ ਆ ਵੀ ਡਰਾਅ ਆ ਰਿਹਾ ਜੀ। ਦੂਜਾ ਇਹ ਹੈ ਕਿ ਫੰਡਸ ਚੇਂਜ ਹੋਏ ਨੇ ਜੀ। ਅੱਛਾ ਜੀ। ਸੈਟਲਮੈਂਟ ਫੰਡਸ ਦੀ ਉਹ ਹਰ ਸਾਲ ਨੂੰ ਅਪਡੇਟ ਕਰਦੇ ਟਾਈਮ ਟੂ ਟਾਈਮ, ਰਾਈਟ। ਮਤਲਬ ਉਹ ਫੰਡਸ ਦੇ ਵਿੱਚ ਕੀ ਹੁੰਦਾ ਹੈ? ਸੈਟਲਮੈਂਟ ਫੰਡਸ ਹੁੰਦੇ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਹੋਗਾ, ਤੁਹਾਡੇ ਕੋਲ ਇਨਫ ਮਨੀ ਹੈਗੇ ਕਿ ਤੁਸੀਂ ਜਿਹੜੇ ਮੁੱਢਲਾ ਤੁਹਾਡਾ ਦੌਰ ਆ, ਜਦੋਂ ਤੁਸੀਂ ਆ ਰਹੇ ਹੋ ਉਸ ਟਾਈਮ ਦੇ ਵਿੱਚ, ਹਾਂ ਵੀ ਤੁਸੀਂ ਉਦੋਂ ਕਿਸੇ ਕੋਲ ਤੁਹਾਨੂੰ ਪੈਸੇ ਨਾ ਮੰਗਣੇ ਪੈਣ ਜਾਂ ਕਿਤੇ ਇੱਧਰ ਉੱਧਰ, ਬਾਕੀ ਤੁਹਾਡੇ ਕੋਲ ਇੰਨੇ ਕੁ ਫੰਡ ਹੈਗੇ ਕਿ ਤੁਸੀਂ ਸਰਵਾਈਵ ਕਰ ਸਕੋ। ਸੋ ਮੇਰੇ ਕੋਲ ਇੱਕ ਐਪਲੀਕੈਂਟ ਦਾ 13 ਸਾਢੇ 13,000 ਹੁੰਦਾ, ਦੋ ਹੁੰਦਾ 17 18। ਸੋ ਇਹਦਾ ਟੇਬਲ ਹੈ ਇੱਕ ਪ੍ਰੋਪਰ। ਉਹ ਇਹਨਾਂ ਨੇ ਥੋੜੇ ਜਿਹੇ ਚੇਂਜ ਕੀਤੇ, ਜ਼ਿਆਦਾ ਨਹੀਂ ਚੇਂਜ ਕੀਤੇ। ਬਟ ਜਿਨ੍ਹਾਂ ਦੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਬਣੀ ਹੋਈ ਆ, ਉਹ ਪਲੀਜ਼ ਆਪਣੇ ਜਾ ਕੇ ਫੰਡਸ ਜ਼ਰੂਰ ਅਪਡੇਟ ਕਰ ਦਿਓ ਜੀ। ਇਹ ਤੁਸੀਂ ਪ੍ਰੋਗਰਾਮ ਜ਼ਰੂਰ ਹਾਈਲਾਈਟ ਕਰਿਓ ਕਿ ਇਹਦੇ 'ਚ ਵੀ ਅਪਡੇਟ ਸੀਗੀ ਕਿ ਪਹਿਲਾਂ 8 ਤਰੀਕ ਤੱਕ ਉਹਨਾਂ ਨੇ ਟਾਈਮਲਾਈਨ ਦਿੱਤੀ ਸੀ, 8 ਜੂਨ ਤੱਕ, ਯਾਨੀ ਕਿ ਕੱਲ ਤੱਕ ਉਹਨਾਂ ਨੇ ਕਿਹਾ ਸੀ ਕਿ ਅਪਡੇਟ ਕਰ ਦਿਓ, ਪਰ ਉਹਨਾਂ ਨੇ ਉਹਦੇ ਵਿੱਚ ਵੀ ਥੋੜਾ ਜਿਹਾ ਜਿਹੜਾ ਲੀਨੀਅਰ ਹੋ ਗਿਆ 28 ਤੱਕ। ਹਾਂਜੀ ਯੈਸ। ਤੇ ਉਹ ਇਹਨਾਂ ਨੇ ਉਹਦੇ ਵਿੱਚ ਜ਼ਰੂਰ ਅਪਡੇਟ ਕਰੋ ਆਪਣੀ ਐਕਸਪ੍ਰੈਸ ਐਂਟਰੀ, ਜੇ ਨਹੀਂ ਕਰੋਗੇ ਉਹ ਪੂਲ ਚੋਂ ਬਾਹਰ ਜਾ ਸਕਦੀ ਹੈ। ਸੋ ਐਕਸਪ੍ਰੈਸ ਐਂਟਰੀ ਦੇ ਵਿੱਚ ਡਰਾਅ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਸ ਤਰ੍ਹਾਂ ਦਾ ਆਉਣਾ? ਕੋਈ ਹੈਗਾ ਇਦਾਂ ਕੋਈ? ਕਿਉਂਕਿ ਕਈ ਵਾਰ ਹੁੰਦਾ ਨਾ ਵੀ ਨਹੀਂ ਇਹ ਡਰਾਅ ਇਸ ਤਰ੍ਹਾਂ ਦਾ ਆ ਸਕਦਾ, ਘਟ ਸਕਦਾ, ਵੱਧ ਸਕਦਾ। ਡਿਪੈਂਡ ਕਰਦਾ ਹਰਸ਼ ਜੀ ਕਿ ਪੂਲ ਕਿੰਨਾ ਵੱਡਾ ਵਾ। ਜੇ ਹੁਣ ਪੂਲ ਦੇ ਵਿੱਚ ਹੀ 5 ਲੱਖ ਬੰਦਾ ਬੈਠਾ ਵਾ, 5 ਲੱਖ ਨੂੰ ਤਾਂ ਦੇ ਨਹੀਂ ਸਕਦੇ ਹੈਗੇ। ਸੋ ਉਹਨਾਂ ਨੇ ਉਹ ਦੇਖਣਾ ਕਿ ਓਕੇ ਸਾਡਾ ਦਿਸ ਟਾਈਮ ਸਾਡੇ ਆਫਿਸ ਕੋਲੇ ਕਿੰਨਾ ਬਰਡਨ ਅਸੀਂ ਚੱਲ ਸਕਦੇ ਹਾਂ। ਉਹ ਕਹਿੰਦੇ ਕਿ ਓਕੇ ਇਸ ਵਾਰੀ ਤੁਸੀਂ 50,000 ਐਪਲੀਕੇਸ਼ਨਾਂ ਚੱਕ ਲਓ। ਹੁਣ 50,000 ਦੇ ਵਿੱਚੋਂ ਉਹ 50,000 ਪਹਿਲੇ ਟੌਪ ਵਾਲੇ ਕਿੰਨੇ ਨੇਗੇ, ਉਹਨਾਂ ਦੇ ਕਿੰਨਾ ਕੱਟ ਆਫ ਹੈਗਾ ਵਾ, 500 ਆ, 550 ਆ, 480 ਆ, 475 ਆ, ਹੋ ਸਕਦਾ 300 ਵੀ ਹੋ ਸਕਦਾ ਵਾ, ਕੁਡ ਬੀ ਐਨੀ ਨੰਬਰ।
ਸੋ ਉਹ ਕਹਿ ਸਕਦੇ ਆ ਕਿ ਇੰਨੇ ਬੰਦੇ ਚੱਕ ਲਓ। ਉਹ ਉਹਨਾਂ ਨੇ ਆਪਣੇ ਵਰਕਲੋਡ ਦੇ ਅਕੋਰਡਿੰਗ ਚੱਕਣੇ ਹੁੰਦੇ ਕਿ ਸਾਡੇ ਕੋਲ ਇੰਨਾ ਕੁ ਵਰਕਲੋਡ ਅਸੀਂ ਸਾਂਭ ਸਕਦੇ ਹਾਂ। ਪਰ ਮੈਨੂੰ ਲੱਗਦਾ ਡਰਾਅ ਥੋੜਾ ਹਾਈ ਰਹੂਗਾ ਕਿਉਂਕਿ ਐਪਲੀਕੇਸ਼ਨਾਂ ਬਹੁਤ ਲੱਗ ਗਈਆਂ। ਜੇ ਟਾਈਮ ਟੂ ਟਾਈਮ ਨਿਕਲਦੀਆਂ ਰਹਿਣ ਤਾਂ ਡਰਾਅ ਸਕੋਰ ਥੱਲੇ ਜਾਂਦਾ ਰਹਿੰਦਾ। ਹੁਣ ਕੀ ਆ, ਸਾਰੇ ਜਿੰਨੇ ਬੈਕਲੌਗ ਇੰਨੇ ਇੰਟੈਲੀਜੈਂਟ ਬੱਚੇ ਨੇਗੇ, ਇੰਨੇ ਨੇ ਵਧੀਆ ਸਕੋਰ ਲੈ ਰਹੇ ਨੇ, ਇੰਗਲਿਸ਼ ਵੀ ਕਰ ਰਹੇ ਬੱਚੇ, ਫ੍ਰੈਂਚ ਵੀ ਪੜ੍ਹ ਰਹੇ ਨੇ। 30 ਸਾਲ ਤੋਂ ਥੱਲੇ ਉਮਰ ਆ ਉਹਨਾਂ ਦੀ, ਐਕਸਪੀਰੀਅੰਸ ਉਹਨਾਂ ਕੋਲੇ ਮਾਸਟਰ ਡਿਗਰੀਆਂ ਕੀਤੀਆਂ ਹੋਈਆਂ ਨੇਗੀਆਂ। ਹੁਣ ਕੋਈ ਵੀ ਬੱਚਾ ਮਾਸਟਰ ਡਿਗਰੀ ਕਰਦਾ, 22-23 ਸਾਲ ਦਾ ਬੱਚਾ ਮਾਸਟਰ ਡਿਗਰੀ ਕਰ ਜਾਂਦਾ, ਠੀਕ ਹੈ ਜੀ। ਉਹ ਤੋਂ ਬਾਅਦ ਉਹਦੇ ਕੋਲੇ ਦੇਖ ਲਓ 30 ਸਾਲ ਤੋਂ ਪਹਿਲਾਂ ਜੇ ਉਹਦੇ ਕੋਲ 3-4 ਸਾਲ ਦਾ ਐਕਸਪੀਰੀਅੰਸ ਹੋ ਗਿਆ, 777 ਬੈਂਡ ਤੋਂ ਉੱਤੇ ਲੈ ਗਿਆ, ਨਾਲ ਫ੍ਰੈਂਚ ਵੀ ਕਰ ਲਈ ਆ, ਉਹਨੂੰ ਕਿੱਥੇ ਤੁਸੀਂ ਕੰਪੀਟ ਕਰ ਲਓਗੇ। ਉੱਦਾਂ ਦੇ ਬੱਚੇ ਬਹੁਤ ਨੇ ਜਿਨ੍ਹਾਂ ਦੀਆਂ ਪ੍ਰੋਫਾਈਲਾਂ ਬਣੀਆਂ ਹੋਈਆਂ ਨੇ। ਸੋ ਉਹ ਜਿਹੜੀਆਂ ਵੀ ਪ੍ਰੋਫਾਈਲਾਂ ਬਣੀਆਂ ਹੋਈਆਂ ਨੇ ਉਹਨਾਂ ਨੇ ਤਾਂ ਫਿਰ ਡਰਾਅ ਸਕੋਰ ਨੂੰ ਉੱਪਰ ਹੀ ਰੱਖਣਾ ਜੀ। ਬਿਲਕੁਲ। ਸੋ ਇਹ ਹੈ ਕਿ ਪ੍ਰੋਫਾਈਲ ਬਣਾਉਣੀ ਜ਼ਰੂਰੀ ਹੈਗੀ ਹੈ 101%। ਇਹ ਨਾ ਸੋਚੋ ਹੁਣ ਇਹ ਮੇਰੀ ਗੱਲ ਤੇ ਨਾ ਜਾਇਓ ਕਿ ਯਾਰ ਸਕੋਰ ਤਾਂ ਇੰਨਾ ਥੱਲੇ ਨਹੀਂ ਆਉਣਾ ਹੈਗਾ, ਵੀ ਉੱਚਾ ਹੀ ਚਲ ਜਾਣਾ, ਤੁਹਾਨੂੰ ਨਹੀਂ ਪਤਾ, ਫਿਰ ਕਹਿ ਦੇਣ ਵੀ ਓਕੇ 75 ਤੋਂ ਉੱਤੇ ਚੱਕ ਲਓ। ਉਹ ਜਿਹੜੇ ਆਪਾਂ ਨੂੰ ਦੇਖ ਰਹੇ ਹੋਣਗੇ ਉਹ ਤਾਂ ਕਹਿੰਦੇ ਹੋਣੇ ਹੈਰੀ ਦੇ ਮੂੰਹ 'ਚ ਕਿਉਂ ਸ਼ੱਕਰ। ਨਹੀਂ ਜੀ, ਮੇਰੇ ਵਾਸਤੇ ਡੱਬਾ ਲੈ ਕੇ ਆਏ ਤੁਸੀਂ। ਬਿਲਕੁਲ। ਸੋ ਅਸੀਂ ਉਮੀਦ ਤਾਂ ਕਰਦੇ ਹਾਂ ਕਿ ਜਿੰਨੇ ਵੀ ਮਿਹਨਤ ਕਰਦੇ ਨੇ ਸਾਰਿਆਂ ਦੀਆਂ ਫਾਈਲਾਂ ਲੱਗਣ, ਸਾਰੇ ਜੇ ਚਾਹੁੰਦੇ ਆ ਕਿ ਇੱਥੇ ਰਹਿਣਾ ਹੈ, ਇੱਥੇ ਪੀਆਰ ਹੋਣਾ, ਸੱਚਮੁੱਚ ਹੋਇਆ ਜਾਵੇ। ਪਰ ਇੱਕ ਪ੍ਰੋਸੈਸ ਹੈ, ਉਸ ਦੇ ਥਰੂ ਜਿਹੜਾ ਜਾਇਆ ਜਾਵੇ। ਹੁਣ ਪ੍ਰੋਫਾਈਲ ਹੀ ਨਹੀਂ ਕ੍ਰੀਏਟ ਹੋਈ, ਸਰਕਾਰ ਵੀ ਕੀ ਕਰੇ? ਹੁਣ ਪ੍ਰੋਫਾਈਲ ਹੀ ਹੈ ਨਹੀਂ ਤੁਹਾਡੀ, ਉਹ ਤੁਹਾਡੀ ਗਲਤੀ ਸੀ, ਤੁਸੀਂ ਨਹੀਂ ਕ੍ਰੀਏਟ ਕੀਤੀ, ਹੈ ਨਾ। ਸੋ ਡਰਾਅ ਚ ਇਦਾਂ ਹੀ ਹੋਇਆ। ਸੋ ਉਸ ਟਾਈਮ ਦੇ ਵਿੱਚ ਵੀ ਅਸੀਂ ਕਿਹਾ ਕਿ ਪ੍ਰੋਫਾਈਲ ਬਹੁਤ ਸਾਰੇ ਲੋਕਾਂ ਨੇ ਮਤਲਬ ਸਿਰ ਹੀ ਫੜ ਲਿਆ। ਮਤਲਬ ਅਸੀਂ ਪ੍ਰੋਫਾਈਲ ਕਈਆਂ ਨੇ ਕ੍ਰੀਏਟ ਕੀਤੀ ਪੂਲ ਚੋਂ ਕੱਢ ਲਈ, ਵੀ ਪਤਾ ਨਹੀਂ ਹੁਣ ਕੀ ਹੋਣਾ। ਇੱਕ ਮੇਰੇ ਕੋਲ ਕਲਾਇੰਟ ਆਇਆ ਸੀਗਾ, ਉਹਨਾਂ ਦੇ ਪਹਿਲਾਂ ਪ੍ਰੋਫਾਈਲ ਬਣੀ ਹੋਈ ਸੀਗੀ। ਸੋ ਉਹ ਤੋਂ ਜਿੱਦਣ ਡਰਾਅ ਆਇਆ ਉਹ ਤੋਂ ਕੁਝ ਇੱਕ ਦਿਨ ਪਹਿਲਾਂ, ਮੈਂ ਕਿਹਾ 10-15 ਦਿਨ ਪਹਿਲਾਂ ਉਹਦੀ ਪ੍ਰੋਫਾਈਲ ਐਕਸਪਾਇਰ ਹੋ ਗਈ ਜੀ। ਤੇ ਜਿਹੜੇ ਕੰਸਲਟੈਂਟ ਕੋਲੇ ਸੀਗੀ ਉਹਨੇ ਰਿਨਿਊ ਨਹੀਂ ਕੀਤੀ। ਹਾਂਜੀ। ਉਹ ਜਦੋਂ ਨਹੀਂ ਰਿਨਿਊ ਕੀਤੀ ਜੀ, ਉਹ ਡਰਾਅ 'ਚ ਨਹੀਂ ਆਇਆ। ਤੇ ਉਹ ਬੰਦੇ ਕੋਲੇ ਉਸ ਸਮੇਂ ਬੜਾ 골ਡਨ ਚਾਂਸ ਸੀਗਾ ਪੀਆਰ ਲੈਣ ਦਾ, ਤੇ ਉਹ ਨਿਕਲ ਗਿਆ। ਹੁਣ ਜਦੋਂ ਡਰਾਅ ਤੋਂ ਬਾਅਦ ਫਿਰ ਉਹਨਾਂ ਨੇ ਚੱਕ ਕੇ ਫਿਰ ਦੁਬਾਰਾ ਪ੍ਰੋਫਾਈਲ ਬਣਾਈ, ਉਹ ਹਾਲ ਤੱਕ ਡਰਾਅ 'ਚ ਨੰਬਰ ਹੀ ਨਹੀਂ ਆਇਆ ਉਹਨਾਂ ਦਾ। ਸੋ ਉਹਨਾਂ ਨੇ ਬੜੀ ਉਸ ਟਾਈਮ ਤੇ ਬਹੁਤ ਲੋਕਾਂ ਨੇ ਮਿਸ ਕੀਤਾ ਕਿ ਯਾਰ ਅਸੀਂ ਪ੍ਰੋਫਾਈਲ, ਕਿਉਂਕਿ ਉਸ ਸਮੇਂ ਪਤਾ ਕੀ ਜੀ ਧਾਰਨਾ ਚੱਲਦੀ ਸੀਗੀ ਕਿ ਸ਼ਾਇਦ ਸਾਡੇ ਸਕੋਰ ਨਹੀਂ ਬਣਦੇ, ਸਾਡੇ ਤਾਂ 200 ਸਕੋਰ ਬਣਦੇ ਆ, ਸਾਡੇ ਕੋਲ 300 ਸਕੋਰ ਬਣਦਾ ਵਾ, ਸਾਡੇ ਤਾਂ ਡਰਾਅ 'ਚ ਨੰਬਰ ਹੀ ਨਹੀਂ ਆਉਣਾ ਹੈਗਾ, ਠੀਕ ਹੈ ਜੀ। ਇਸ ਲਈ ਫਿਰ ਉਹਨਾਂ ਨੇ ਕੀ ਕੀਤਾ, ਸਾਰਿਆਂ ਨੇ ਪ੍ਰੋਫਾਈਲਾਂ ਹੀ ਨਹੀਂ ਬਣਾਈਆਂ ਆਪਣੀਆਂ, ਤੇ ਇਸੇ ਕਰਕੇ ਫਿਰ ਉਹ ਪੂਲ ਦੇ ਵਿੱਚ ਉਹਨਾਂ ਦਾ ਨੰਬਰ ਨਹੀਂ ਆਇਆ। ਸੋ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਕਿ ਆਪਣੀਆਂ ਪ੍ਰੋਫਾਈਲਾਂ ਬਣਾ ਕੇ ਰੱਖੋ, ਮੈਡੀਕਲ ਵਗੈਰਾ ਜੋ ਵੀ ਤੁਹਾਡਾ ਆਇਲਸ ਆ ਉਹ ਸਾਰਾ ਕੁਝ ਅਪਡੇਟ ਕਰਾ ਕੇ ਰੱਖੋ, ਆਪਣੇ ਡਾਕੂਮੈਂਟਸ ਦੀ ਇਵੈਲੂਏਸ਼ਨ ਪ੍ਰੋਪਰ ਕਰਾ ਕੇ ਰੱਖੋ, ਤਾਂ ਜੋ ਜਦੋਂ ਤੁਹਾਡੀ ਐਕਸਪ੍ਰੈਸ ਐਂਟਰੀ ਖੁੱਲੇ ਤਾਂ ਤੁਸੀਂ ਪਹਿਲੇ ਨੰਬਰ ਤੇ ਅੱਗੇ ਖੜੇ ਹੋ। ਜੋ ਕੋਈ ਵੀ ਪ੍ਰੋਗਰਾਮ ਖੋਲੇ ਤੁਸੀਂ ਅੱਗੇ ਹੋ। ਬਿਲਕੁਲ। ਪ੍ਰੋਗਰਾਮ ਵੱਖ-ਵੱਖ ਹੈਗੇ ਨੇ, ਮੈਂ ਸੁਣਦੀ ਹੁੰਦੀ ਹਾਂ ਕਿ 80-90 ਪ੍ਰੋਗਰਾਮ ਆ ਜਿਹਦੇ ਥਰੂ ਪੱਕੇ ਹੋਇਆ ਜਾ ਸਕਦਾ ਹੈ, ਕੈਨੇਡਾ ਆਇਆ ਜਾ ਸਕਦਾ ਹੈ, ਇੱਥੇ ਆ ਕੇ ਕੰਮ ਕੀਤਾ ਜਾ ਸਕਦਾ। ਅਸੀਂ ਪਿਛਲੀ ਵਾਰ ਵੀ ਜਦੋਂ ਤੁਸੀਂ ਆਏ ਸੀ ਉਦੋਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਇੱਥੇ ਵਰਕ ਪਰਮਿਟ ਤੇ ਨਹੀਂ ਹੁੰਦੇਗੇ ਜਾਂ ਵਿਜ਼ਿਟਰ ਆਏ ਹੁੰਦੇ ਨੇ ਜਾਂ ਆ ਕੇ ਸਟੱਡੀ ਕਰਨਾ ਚਾਹੁੰਦੇ ਨੇ, ਇੱਥੇ ਆ ਕੇ ਹੁਣ ਉਹਨਾਂ ਦਾ ਵੀਜ਼ਾ ਲੱਗਿਆ 6 ਮਹੀਨੇ ਇੱਥੇ ਰਹਿ ਸਕਦੇ ਆ, 5-5.5 ਮਹੀਨੇ ਕੋਈ ਰਹਿੰਦਾ ਆ, ਤਾਂ ਉਸ ਦੇਖਦਾ ਆ ਕੇ ਤਾਂ ਉਹ ਕਹਿੰਦਾ ਕਿ ਨਹੀਂ ਮੈਂ ਪੜ੍ਹਾਈ ਕਰਨੀ ਆ। ਸੋ ਪੜ੍ਹਾਈ ਕਰ ਸਕਦੇ ਆ, ਵਰਕ ਪਰਮਿਟ ਲੈ ਸਕਦੇ ਜੇ ਵਿਜ਼ਿਟਰ ਆਏ ਆ। ਹਾਂਜੀ, ਤੁਸੀਂ ਕਰ ਸਕਦੇ ਹੋ, ਉਹਨੂੰ ਕਨਵਰਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਪ੍ਰੋਪਰ ਐਲੀਜੀਬਿਲਟੀ ਮੀਟ ਕਰਦੇ ਹੋ ਤੁਸੀਂ ਕਰ ਸਕਦੇ ਹੋ। ਸੋ ਉਹਦੇ 'ਚ ਕੋਈ ਕੁਐਸਚਨ ਨਹੀਂ, ਰਿਜੈਕਸ਼ਨ ਵਾਲੀ ਕੋਈ ਗੱਲ ਨਹੀਂ। ਨਹੀਂ, ਰਿਜੈਕਸ਼ਨ ਦੇਣੀ ਜਾਂ ਅਪਰੂਵ ਕਰਨਾ ਇਹ ਆਫਿਸਰ ਦਾ ਕੰਮ ਆ ਜੀ। ਸਾਡਾ ਕੰਮ ਹੈ ਸਿਰਫ ਉਹਨੂੰ ਪ੍ਰੋਪਰ ਵੇ ਨਾਲ ਫਾਈਲ ਨੂੰ ਸਬਮਿਟ ਕਰਨਾ। ਬਹੁਤ ਲੋਕ ਇਦਾਂ ਪੁੱਛਦੇ ਆ ਵੀ ਸਾਡੀ ਫਾਈਲ ਅਸੀਂ ਤੁਹਾਡੇ ਤੋਂ ਲਵਾ ਲੈਂਦੇ ਜੀ, ਅਪਰੂਵ ਹੋ ਜਾਊਗੀ? ਹਾਊ ਕੈਨ ਆਈ ਸੇ ਕਿ ਹਾਂ ਇਹ ਅਪਰੂਵ ਹੋ ਸਕਦੀ ਹੈ? ਮੈਂ ਇਹ ਕਹਿ ਸਕਦਾ ਕਿ ਯੈਸ ਤੁਹਾਡੇ ਚਾਂਸਿਸ ਬ੍ਰਾਈਟ ਨੇ, ਫਾਈਲ ਤੁਸੀਂ ਐਲੀਜੀਬਿਲਟੀ ਮੀਟ ਕਰਦੇ ਹੋ, ਬਾਕੀ ਬਹੁਤ ਸਟਰੋਂਗ ਫਾਈਲ ਆ। ਮੈਂ ਸਿਰਫ ਇਹ ਕਹਿ ਸਕਦਾ, ਮੈਂ ਕਦੇ ਵੀ ਨਹੀਂ ਕਹਿ ਸਕਦਾ ਕਿ ਤੁਹਾਡਾ ਲੱਗੂਗਾ ਜੀ, ਪੱਕਾ ਲੱਗੂਗਾ। ਨੋ, ਸਾਰਿਆਂ ਵਾਂਗੂ ਇਹ ਨਹੀਂ, ਜੇ ਕਿਸੇ ਦੀ ਵੀਕ ਫਾਈਲ ਵੀ ਆ ਉਹਨਾਂ ਨੂੰ ਆਏ ਨਹੀਂ ਕਹਿਣਾ ਬਈ ਲੱਗ ਜਾਣਾ ਕੋਈ ਨਾ ਜੀ, ਨਾ। ਤੁਸੀਂ ਮੂੰਹ ਤੇ ਕਹੋ ਕਿ ਨਹੀਂ ਜੀ ਤੁਹਾਡੀ ਫਾਈਲ ਦੇ ਵਿੱਚ ਆਹ ਗਲਤੀ ਹੈਗੀ ਹੈ, ਜਾਂ ਵੀਕ ਗਲਤੀ ਨਹੀਂ, ਆਹ ਵੀਕ ਪੁਆਇੰਟ ਹੈਗਾ ਵਾ, ਠੀਕ ਹੈ ਜੀ। ਹਾਂ, ਇਹਦੇ ਤੇ ਕੁਐਸਚਨ ਕੋਈ ਕਹਿੰਦਾ ਮੇਰੀ ਵਿਜ਼ਟਰ ਦੀ ਫਾਈਲ ਲਾਓ, ਪਹਿਲਾਂ ਕਿਸੇ ਕੰਟਰੀ ਘੁੰਮਿਆ ਨਹੀਂ, ਠੀਕ ਹੈ ਜੀ। ਟਰੈਵਲ ਹਿਸਟਰੀ ਦੇ ਬਿਹਾਫ ਦੇ ਉੱਤੇ ਉਹਨੂੰ ਰਿਜੈਕਸ਼ਨ ਮਿਲ ਸਕਦੀ ਹੈ। ਉਹਨੂੰ ਅਪਫਰੰਟ ਕਹੋ ਕਿ ਨਹੀਂ ਜੀ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈਗੀ, ਇਹਦੇ ਤੁਹਾਡੇ ਰਿਜੈਕਸ਼ਨ ਆ ਸਕਦੀ ਆ, ਤੁਹਾਡੇ ਕੋਲ ਫੰਡ ਹੈ ਨਹੀਂਗੇ। ਪਹਿਲਾਂ ਕਹੋ ਵੀ ਤੁਸੀਂ ਇੰਨੇ ਫੰਡਸ ਦੇ ਉੱਤੇ ਫਾਈਲ ਲਾ ਰਹੇ ਹੋ, ਮੈਨੂੰ ਲੱਗਦਾ ਨਹੀਂ ਇੰਨਾ ਫੰਡ ਹੈਗੇ ਨੇ, ਇਹ ਤੇ ਰਿਜੈਕਸ਼ਨ ਆ ਸਕਦੀ ਹੈ। ਝੂਠ ਕਿਉਂ ਬੋਲਣਾ, ਸਿੱਧਾ ਕਹੋ ਜੀ ਨਹੀਂ। ਅੱਛਾ ਹੈਰੀ, ਰਿਜੈਕਸ਼ਨਸ ਬਹੁਤ ਆ ਰਹੀਆਂ ਨੇ, ਪਰ ਹਾਲਾਂਕਿ ਕੈਨੇਡਾ ਕਹਿ ਰਿਹਾ ਕਿ 5 ਲੱਖ ਬੰਦੇ ਹੁਣ ਬੁਲਾਉਣੇ ਆ, ਉਦਾਂ ਵੀ ਟਾਰਗੇਟ ਜਿਹੜਾ ਹਰ ਸਾਲ ਜਿਹੜਾ ਵੱਧਦਾ ਜਾਂਦਾ, 4 ਲੱਖ ਤੋਂ ਉੱਤੇ ਲੋਕ ਜਿਹੜੇ ਨੇ ਉਹ ਹਰ ਸਾਲ ਬੁਲਾਉਣ ਦੀ ਗੱਲ ਕੀਤੀ ਹੈ ਲਿਬਰਲਸ ਨੇ। ਪਰ ਫਿਰ ਵੀ ਜਿਹੜਾ ਆ ਉਹ ਰਿਜੈਕਸ਼ਨਸ ਜਿਹੜੀਆਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਰਿਜੈਕਸ਼ਨਸ ਲੋਕਾਂ ਨੂੰ ਲੱਗ ਰਹੀਆਂ ਨੇ। ਅਜੇ ਵੀ ਲੋਕ ਜਿਹੜੇ ਕੰਪਲੇਂਟ ਕਰਦੇ ਨੇ ਕਿ ਅਸੀਂ ਬਹੁਤ ਟਾਈਮ ਤੋਂ ਵੇਟ ਕਰਦੇ ਸੀ, ਪਰ ਜਦੋਂ ਹੀ ਸਾਡਾ ਡਿਸੀਜਨ ਆਇਆ ਤਾਂ ਉਹ ਰਿਜੈਕਟ ਹੋ ਗਈ ਸੀ ਫਾਈਲ। ਹੁਣ ਕਿਸੇ ਦੀ ਫਾਈਲ ਰਿਜੈਕਟ ਹੋ ਗਈ ਹੈ, ਉਹਦੇ ਕੋਲ ਕੀ ਆਪਸ਼ਨ ਹੋ ਸਕਦੇ ਆ ਕਿ ਉਹਦੀ ਰਿਜੈਕਟ ਹੋਈ ਫਾਈਲ ਹੈ ਜਿਹੜੀ ਉਹ ਦੁਬਾਰਾ ਫਿਰ ਪੂਲ ਦੇ ਵਿੱਚ ਆ ਜਾਵੇ ਜਾਂ ਫਿਰ ਤੋਂ ਡਿਪੈਂਡ ਕਰਦਾ ਸੀ ਵੀ ਕਿਹੜੇ ਪ੍ਰੋਗਰਾਮ 'ਚ ਤੁਸੀਂ ਗੱਲ ਕਰ ਰਹੇ ਹੋ, ਵੀ ਕਿਹੜੇ ਫਾਈਲ ਰਿਜੈਕਟ ਹੋਈ ਆ।
ਇਹ ਤਾਂ ਹੈ ਨਹੀਂ ਵੀ ਜੇ ਇੱਕ ਵਾਰੀ ਰਿਜੈਕਸ਼ਨ ਹੋ ਗਈ ਜਾਂ 2 ਵਾਰ ਰਿਜੈਕਸ਼ਨ ਹੋ ਗਈ ਤਾਂ ਐਂਡ ਹੋ ਗਈ ਦੁਨੀਆ, ਬਸ ਇਹ ਤੋਂ ਬਾਅਦ ਖਤਮ, ਤੁਹਾਡੇ ਕੋਲ ਕੋਈ ਹੋਰ ਚਾਂਸ ਨਹੀਂ ਹੈਗਾ। ਇਦਾਂ ਨਹੀਂ ਹੁੰਦਾ। ਤੁਸੀਂ ਫਾਈਲ ਲਾਓ, ਫਾਈਲ ਹਮੇਸ਼ਾ ਪ੍ਰੋਗਰਾਮ ਦੇਖ ਕੇ ਲਾਓ, ਜੀ ਤੇ ਐਲੀਜੀਬਿਲਟੀ ਮੀਟ ਕਰਦੇ ਹੋ ਉਹਦੇ ਅਕੋਰਡਿੰਗ ਲਾਓ। ਕੈਨੇਡਾ ਆਉਣਾ ਵਾ ਜਸਟ ਇਹ ਸੋਚ ਕੇ ਫਾਈਲ ਲਾਉਣੀ ਆ, ਫਿਰ ਗਲਤ ਹੋ ਵੀ ਨਹੀਂ ਜੀ ਮੈਂ ਤਾਂ ਕੈਨੇਡਾ ਹੀ ਜਾਣਾ, ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਲੈ ਜਾਓ, ਤੇ ਉਹ ਸੋਚ ਕੇ ਨਹੀਂ ਫਾਈਲ ਲਾਉਣੀ ਹੈਗੀ ਜੀ। ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਵਾ, ਤੁਹਾਡੇ ਕੋਲ ਐਜੂਕੇਸ਼ਨ ਹੈਗੀ ਆ, ਪ੍ਰੋਪਰ ਤੁਹਾਡੀ ਸੈਲਰੀ ਅਕਾਊਂਟ 'ਚ ਆਉਂਦੀ ਆ, ਰਾਈਟ, ਵਰਕ ਪਰਮਿਟ ਲਾਓ ਜੀ, ਮਿਲਦਾ ਤੁਹਾਨੂੰ ਵਰਕ ਪਰਮਿਟ, ਬਹੁਤ ਵਧੀਆ ਸਕੋਰ ਨੇਗੇ, ਐਕਸਪ੍ਰੈਸ ਐਂਟਰੀ ਲਾਓ, ਪੇਰੈਂਟਸ ਨੇਗੇ, ਵਿਜ਼ਟਰ ਲਾਉਣਾ ਵਾ, ਸੁਪਰ ਲਾਉਣਾ, ਇਹ ਬੜਾ ਡਿਸੀਜਨ ਲੈਣਾ ਔਖਾ ਹੁੰਦਾ। ਮੈਂ ਕਈਆਂ ਨੂੰ ਵਿਜ਼ਟਰ ਦੇ ਤੋਂ ਕਨਵਰਟ ਕਰਕੇ ਸੁਪਰ 'ਚ ਲੈ ਕੇ ਗਿਆ, ਨਹੀਂ ਸੁਪਰ ਲਾਓ ਤੁਸੀਂ, ਫੀਸ ਸੇਮ ਆ, ਸਾਰਾ ਕੁਝ ਸੇਮ ਆ, ਫਿਰ ਸੁਪਰ ਕਿਉਂ ਨਹੀਂ ਲਾ ਰਹੇ? ਜੀ ਤੁਹਾਡੇ ਕੋਲ ਇਨਕਮ ਤੁਸੀਂ ਮੀਟ ਕਰਦੇ, ਜਦ ਇਨਕਮ ਨਹੀਂ ਮੀਟ ਕਰਦੇ ਹੋਵੋਗੇ ਤਾਂ ਮੈਂ ਕਹੂੰਗਾ ਚਲੋ ਜੀ। ਮੈਨੂੰ ਲੱਗਦਾ ਬਹੁਤ ਸਾਰੇ ਲੋਕ ਇਹ ਸੋਚ ਕੇ ਰਹਿ ਜਾਂਦੇ ਹੋਣੇ ਆ ਕਿ ਹੁਣ ਇਹਦੇ ਇੰਸ਼ੋਰੈਂਸ ਲੈਣੀ ਪੈਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੇ ਜੇ ਕੰਮ ਕਰਦੇ ਆ ਚਲੋ ਆਪਣਾ ਖਰਚਾ ਕੱਢੀ ਚਲੋ ਅਸੀਂ ਫਿਰ ਬੁਲਾ ਲਾਂਗੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਸੋਚਦੇ ਆ, ਪਰ ਇਹ ਹੈ ਕਿ ਜਿਹੜੀ ਪਾਲਿਸੀ ਹੈ ਸਾਨੂੰ ਉਹਦੇ ਨਾਲ ਨਾਲ ਜਿਹੜਾ ਰਹਿਣਾ ਪੈਣਾ। ਹੁਣ ਜੇ ਕਿਸੇ ਦੀ ਫਾਈਲ ਰਿਜੈਕਟ ਹੋ ਗਈ ਹੈ, ਕਈ ਲੋਕ ਜਿਹੜੇ ਰਿਜੈਕਟ ਹੋ ਗਈ ਆ ਘਰ ਬੈਠ ਜਾਂਦੇ, ਕੀ ਚੈਲੰਜ ਕੀਤਾ ਜਾ ਸਕਦਾ? ਹਾਂਜੀ, ਡਿਪੈਂਡ ਕਰਦਾ ਕਿ ਉਹ ਅਪੀਲ ਦੇ ਲਈ ਉਹ ਐਲੀਜੀਬਲ ਹੈ ਕਿ ਨਹੀਂ, ਜੁਡੀਸ਼ੀਅਲ ਰਿਵਿਊ ਰਹਿ ਸਕਦਾ ਹੈ ਕਿ ਨਹੀਂ, ਹਰ ਇੱਕ ਦਾ ਵੱਖੋ ਵੱਖਰਾ ਸਿਨੈਰੀਓ ਹੈਗਾ ਵਾ। ਸੋ ਉਹ ਆਪਸ਼ਨ ਤਾਂ ਆਲਵੇਜ਼ ਰਹਿੰਦੀ ਆ, ਬਟ ਕੀ ਜੋ ਤੁਸੀਂ ਡਿਸੀਜਨ ਲੈ ਰਹੇ ਹੋ ਬਾਕੀ ਸਹੀ ਆ? ਮੈਂ ਕਹਾਂ ਕਿ ਨਹੀਂ ਜੀ ਮੇਰੀ ਫਾਈਲ ਤਾਂ ਇਹਨਾਂ ਨੇ ਇਦਾਂ ਹੀ ਰਿਜੈਕਟ ਕਰਤੀ, ਇਦਾਂ ਤਾਂ ਨਹੀਂ ਰਿਜੈਕਟ ਕੀਤੀ ਹੋਗੀ। ਹਾਂ, ਆਫਿਸਰ ਦੀ ਜੇ ਗਲਤੀ ਆ ਚੈਲੰਜ ਕਰੋ, ਜੇ ਲੱਗ ਰਿਹਾ ਕਿ ਨਹੀਂ ਆਫਿਸਰ ਦੀ। ਅੱਛਾ, ਕਈ ਵਾਰੀ ਹਰੀ ਇਹ ਵੀ ਹੁੰਦਾ ਕਿ ਡਿਸੀਜਨ ਮੇਕ ਹੁੰਦਾ ਸਾਰਿਆਂ ਨੂੰ ਸੇਮ ਹੀ ਲੈਟਰ ਆਈ ਹੁੰਦੀ ਹੈ। ਹੁਣ ਮੈਂ ਦੇਖਿਆ ਕਿ ਇੱਕ ਘਰ ਦੇ ਵਿੱਚ ਜਾਂ ਆਸੇ-ਪਾਸੇ ਵੀ 2-4 ਜਣਿਆਂ ਨੇ ਰਲ ਕੇ ਜਿਹੜਾ ਉਹ ਫਾਈਲ ਲਾਈ, ਡਿਸੀਜਨ ਆਇਆ ਤੁਸੀਂ ਮੁੜਨਾ ਨਹੀਂ। ਇਹ ਤਾਂ ਜੀ ਸਟੈਂਡਰਡ ਹੀ ਆ, ਜਿੰਨਾ ਅਸੀਂ ਦੇਖਦੇ ਹਾਂ ਸਟੈਂਡਰਡ ਹੀ ਹੁੰਦਾ ਵਾ ਮੋਸਟਲੀ। ਇਹ ਤਾਂ ਉਹਨਾਂ ਨੇ ਲਿਖਣਾ ਕਿ ਮੁੜਨਾ ਨਹੀਂ, ਬਟ ਕਿਉਂ ਨਹੀਂ ਮੁੜਨਾ? ਤੁਹਾਡੇ ਫੰਡਸ ਨਹੀਂ ਹੈਗੇ ਤਾਂ ਨਹੀਂ ਮੁੜਨਾ, ਤੁਹਾਡੀ ਟਰੈਵਲ ਹਿਸਟਰੀ ਹੈ ਨਹੀਂ ਤਾਂ ਨਹੀਂ ਮੁੜਨਾ ਹੈਗਾ, ਤੁਹਾਡਾ ਰਿਲੇਸ਼ਨਸ਼ਿਪ ਟਾਈਜ਼ ਬੈਕ ਟੂ ਯੂਰ ਹੋਮ ਕੰਟਰੀ, ਉਹਦੇ ਕਰਕੇ ਹੈ ਨਾ। ਉਹ ਇੱਕ ਸਟੈਂਡਰਡ ਜਿਹਾ ਤਾਂ ਲੈਟਰ ਹੈਗੀ ਆ, ਅਸੀਂ ਵੀ ਪੜ੍ਹਦੇ ਰਹਿੰਦੇ ਹਾਂ ਉਹ ਵੀ, ਤੇ ਬਟ ਅਗੇਨ ਡਿਪੈਂਡ। ਦੇਖੋ, ਪੋਜ਼ੀਟਿਵ ਨੈਗੇਟਿਵ ਤਾਂ ਹਰ ਇੱਕ ਚੀਜ਼ ਦੇ ਪਹਿਲੂ ਹੈਗੇ ਨੇ। ਨੈਗੇਟਿਵ ਸੋਚ ਕੇ ਰਿਜੈਕਸ਼ਨਸ ਆਉਣੀਆਂ, ਫਾਈਲ ਨਹੀਂ ਲਾਉਣੇ, ਗਲਤ ਆ। ਇੰਨਾ ਵੀ ਓਵਰ ਕੌਨਫੀਡੈਂਟ ਨਹੀਂ ਹੋਣਾ ਕਿ ਫਾਈਲ ਲਾ ਤੂੰ, ਕੋਈ ਚੱਕਰ ਨਹੀਂਗਾ, ਮੇਰੇ ਤਾਂ ਪੋਜ਼ੀਟਿਵ ਆਉਣਾ ਹੀ ਹੋਣਾ, ਮੈਨੂੰ ਤਾਂ ਫਲਾਣੇ ਬਾਬੇ ਨੇ ਕਹਿ ਤਾ ਤੂੰ ਫਾਈਲ ਲਾ ਦੇ ਤੇ ਤੇਰਾ ਵੀਜ਼ਾ ਤਾਂ ਲੱਗਿਆ ਲੈ। ਸੋ ਉਹ ਚੀਜ਼ਾਂ ਵੀ ਹੈਗੀਆਂ। ਹੋਰ ਬਾਬਿਆਂ ਤੋਂ ਚੇਤੇ ਆ, ਮੇਰੇ ਕਈ ਕਲਾਇੰਟ ਇਦਾਂ ਦੇ ਵੀ ਹੈਗੇ ਜੀ, ਉਹ ਕਹਿਣਗੇ ਅੱਜ ਨਾ ਫਾਈਲ ਲਾਓ ਜੀ, ਕੱਲ ਲਾਇਓ। ਅੱਛਾ, ਤੁਸੀਂ ਫਿਰ ਕੱਲ ਨੂੰ ਲਾਉਂਦੇ ਕਿ ਅੱਜ ਹੀ ਲਾ ਦਿੰਦੇ? ਨਹੀਂ ਜੀ, ਮੈਂ ਕੱਲ ਹੀ ਲਾਈਦੀ ਆ। ਨਹੀਂ, ਉਹ ਕਿਉਂਕਿ ਮੈਂ ਤਾਂ ਇਹ ਵੀ ਦੇਖਿਆ, ਹੁਣ ਮੈਂ ਨਾਮ ਨਹੀਂ ਲਊਂਗੀ, ਕਈ ਥਾਵਾਂ ਦੇ ਉੱਤੇ ਸਪੈਸ਼ਲ ਜਿਹੜੇ ਨੇ ਉਹ ਜਹਾਜ਼ ਦਾ ਮੱਥਾ ਟੇਕਿਆ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਡਿਫਰੈਂਟ ਟੌਪਿਕ ਤੇ ਆਪਾਂ ਚਲੇ ਗਏ ਹੈਗੇ ਆ, ਪਰ ਫਿਰ ਵੀ ਹੁਣ ਜਦੋਂ ਅਸੀਂ ਗੱਲ ਕਰਦੇ ਆ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਕੈਨੇਡਾ ਦੇ ਵਿੱਚ ਆਇਆ ਜਾਵੇ। ਹੁਣ ਡਿਫਰੈਂਟ ਪ੍ਰੋਗਰਾਮ ਦੀ ਵੀ ਅਸੀਂ ਗੱਲ ਕੀਤੀ ਹੈ, ਐਕਸਪ੍ਰੈਸ ਐਂਟਰੀ ਦੇ ਥਰੂ ਆ, ਹੋਰ ਬਹੁਤ ਸਾਰੇ ਥਰੂ ਹੈਗੀਆਂ ਨੇ। ਪਰ ਹੁਣ ਜਿਵੇਂ ਸਕਿਲਡ ਵਰਕਰ ਹੈਗੇ ਨੇ ਜਿਨ੍ਹਾਂ ਨੇ ਆਪਣੇ ਜਿਵੇਂ ਕਿਤੇ ਵੀ ਉਹਨਾਂ ਨੇ ਵਧੀਆ ਡਿਗਰੀ ਕੀਤੀ ਹੈ ਜਾਂ ਉਹਨਾਂ ਦੇ ਕੋਲ ਫੰਡਸ ਵੀ ਹੈਗੇ ਨੇ ਵਧੀਆ, ਉਹ ਬਿਲੋਂਗ ਵੀ ਵਧੀਆ ਘਰੋਂ ਕਰਦੇ ਨੇ, ਉਹਨਾਂ ਨੇ ਸੈਟਲ ਹੋਣਾ ਇੱਥੇ ਆ ਕੇ ਐਂਟਰਪ੍ਰੀਨਰਸ਼ਿਪ ਦੇ ਥਰੂ ਹੋਣਾ ਉਹਨਾਂ ਦੇ ਕੋਲ ਕਿਹੜੇ ਆਪਸ਼ਨ ਹੋ ਸਕਦੇ ਆ? ਹਰ ਇੱਕ ਪੀਐਨਪੀ ਹਰ ਇੱਕ ਪ੍ਰੋਵਿੰਸ ਦੇ ਵਿੱਚ ਹੈਗੇ ਨੇ ਆਲਮੋਸਟ ਪ੍ਰੋਗਰਾਮ। ਅਸੀਂ BC ਦੇ ਵਿੱਚ ਅਸੀਂ ਜ਼ਿਆਦਾ ਡੀਲ ਕਰਦੇ ਹਾਂ, ਸੋ BC ਦੇ ਵਿੱਚ ਵੀ ਪ੍ਰੋਗਰਾਮ ਹੈਗੇ ਨੇਗੇ। ਕਿੰਨੇ ਕੁ ਲੋਕ ਯੂਜ਼ ਕਰਦੇ ਉਹਨਾਂ ਪ੍ਰੋਗਰਾਮਸ? ਬਹੁਤ ਘੱਟ, ਬਹੁਤ ਘੱਟ। ਪਰ ਉਹ ਕਰਨਾ ਚਾਹੀਦਾ ਮੈਨੂੰ ਲੱਗਦਾ, ਜੇ ਕੋਈ ਸੁਣ ਰਿਹਾ। ਜੇ ਤੁਹਾਡੇ ਕੋਲੇ ਜੀ ਜੇ ਉਹ ਸਾਰਾ ਕੋ ਐਲੀਜੀਬਿਲਟੀ ਤੁਸੀਂ ਮੀਟ ਕਰਦੇ ਹੋ ਉਹਦੀਆਂ ਐਂਟਰਪ੍ਰੀਨਰ ਪ੍ਰੋਗਰਾਮ ਦੀ ਆ, ਸੋ ਤੁਸੀਂ ਜ਼ਰੂਰ ਉਹਨੂੰ ਅਵੇਲ ਕਰੋ, ਰਾਦਰ ਦੈਨ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਆਹ ਪ੍ਰੋਗਰਾਮ ਵਾਸਤੇ। ਅਗੇਨ ਆਪਾਂ ਉਸੇ ਟੌਪਿਕ ਤੋਂ ਸਟਾਰਟ ਹੋਏ ਤੇ ਉਸੇ ਤੇ ਆਪਾਂ ਚੱਲ ਰਹੇ ਹਾਂ ਕਿ ਜਿਹੜਾ ਵੀ ਪ੍ਰੋਗਰਾਮ ਚੂਜ਼ ਕਰਨਾ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਚੂਜ਼ ਕਰੋ, ਵੀ ਤੁਸੀਂ ਕਿਸ ਪ੍ਰੋਗਰਾਮ ਦੇ ਲਈ ਪਰਫੈਕਟ ਬੈਠ ਰਹੇ ਹੋ। ਇਹ ਨਹੀਂ ਸੋਚੋ ਕਿ ਨਹੀਂ ਕੈਨੇਡਾ ਹੀ ਜਾਣਾ। ਅਗੇਨ ਮੈਂ ਉਹ ਕਹਿ ਰਿਹਾ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਿਆਦਾ ਸੂਟ ਕਰ ਰਹੇ ਹੋ, ਕਿ ਹਾਂ ਮੈਨੂੰ ਆਹ ਪ੍ਰੋਗਰਾਮ ਸੂਟ ਕਰਦਾ ਵਾ, ਮੈਂ ਇਸ ਪ੍ਰੋਗਰਾਮ ਦੇ ਲਈ ਹੀ ਜਾਣਾ ਵਾ। ਉਹ ਤੁਸੀਂ ਕਿਸੇ ਵੀ ਕੰਸਲਟੈਂਟ, ਕਿਸੇ ਵੀ CIC ਦੇ ਕੰਸਲਟੈਂਟ ਨੂੰ ਤੁਸੀਂ ਆਪਣੇ ਨੂੰ ਕੰਟੈਕਟ ਕਰੋ, ਤੁਹਾਨੂੰ ਦੱਸਣਗੇ, ਉਹ ਗਾਈਡ ਕਰਨਗੇ ਵੀ ਆਹ ਪ੍ਰੋਗਰਾਮ 'ਚ ਤੁਸੀਂ ਜਾਓ, ਇਸ ਪ੍ਰੋਗਰਾਮ ਤੁਸੀਂ ਜਲਦੀ PR ਹੋ ਸਕਦੇ ਹੋ। ਐਕਸਪਰਟ ਐਡਵਾਈਸ ਜ਼ਰੂਰ ਲਓ। ਬਿਲਕੁਲ। ਜੇ ਇਦਾਂ ਦੀ ਚੀਜ਼ ਦੇ ਨਾਲ ਨਾਲ ਹੁਣ ਮੈਂ ਸੋਚ ਰਹੀ ਸੀਗੀ ਕਿ ਕਈ ਵਾਰ ਲੋਕ ਕੀ ਕਰਦੇ ਨੇ, ਵਿਜ਼ਿਟਰ ਵੀਜ਼ਾ ਅਪਲਾਈ ਕਰ ਦਿੰਦੇ ਨੇ। ਹੁਣ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ, ਉਵੇਂ ਸੇਮ ਡਿਸੀਜਨ ਆਇਆ ਵੀ ਤੁਸੀਂ ਵਾਪਸ ਨਹੀਂ ਆਉਣਾ। ਹੁਣ ਉਹਨਾਂ ਨੇ ਇਹ ਦੇਖਿਆ ਕਿ ਇਹ ਵਿਜ਼ਿਟਰ ਵੀਜ਼ਾ ਮੇਰੇ ਵਾਸਤੇ ਸਹੀ ਨਹੀਂ ਸੀ, ਜਾਂ ਮੈਂ ਸਟੱਡੀ ਲਗਾ ਦਿੰਦਾ ਜਾਂ ਮੈਂ ਹੋਰ ਕੋਈ ਵੀਜ਼ਾ ਲਗਾ ਦਿੰਦਾ। ਹੁਣ ਇਦਾਂ ਪ੍ਰੋਗਰਾਮ ਚੇਂਜ ਕਰਨ ਦੇ ਨਾਲ ਹੋ ਸਕਦਾ ਕਿ ਤੁਹਾਡਾ ਵੀਜ਼ਾ ਆ ਜਾਵੇ? ਹਾਂਜੀ, ਦੇਖੋ ਵੀਜ਼ਾ ਤਾਂ ਪ੍ਰੋਗਰਾਮ ਦੀ ਐਲੀਜੀਬਿਲਟੀ ਦੇਖ ਕੇ ਦੇਣਾ ਆਫਿਸਰ ਨੇ। ਹੋ ਸਕਦਾ ਕਿ ਤੁਸੀਂ ਜਿਹਦੇ 'ਚ ਪਹਿਲਾਂ ਲਾਈ ਸੀ, ਜਿਹਦੇ 'ਚ ਰਿਜੈਕਸ਼ਨ ਹੋ ਗਈ, ਤੁਸੀਂ ਨਹੀਂ ਮੀਟ ਕਰਦੇ ਹੋਗੇ ਉਹਦੀ
ਟੌਸ ਕਰਕੇ ਨਹੀਂ ਕਰ ਸਕਦੇ ਹੈਗੇ ਕਿ ਨਹੀਂ ਜੀ ਟੌਸ ਕਰ ਲੈਂਦੇ ਆ, ਇਹ ਚ ਲਾਈਏ ਕਿ ਇਹ ਚ ਲਾਈਏ। ਐਲੀਜੀਬਿਲਟੀ ਜ਼ਰੂਰ ਚੈੱਕ ਕਰਾਓ ਵੀ ਕਿਹਦੇ ਵਿੱਚ ਅਸੀਂ ਜਾਣਾ ਵਾ, ਮੇਕ ਯੂਰ ਮਾਈਂਡ ਅਕੋਰਡਿੰਗਲੀ ਕਿ ਕੀ ਚ ਜਾਣਾ। ਮੇਰੇ ਕੋਲੇ ਹੁਣੀ ਇੱਕ ਪ੍ਰੋਫਾਈਲ ਆਈ ਸੀਗੀ, ਉਹ ਬੱਚੇ ਕਹਿੰਦਾ ਕਿ ਮੈਂ ਜੀ ਐਕਸਪ੍ਰੈਸ ਐਂਟਰੀ ਲਾਉਣਾ, ਉਹਨਾਂ ਦੀ ਹਲੇ ਐਲੀਜੀਬਿਲਟੀ ਲਈ ਹਲੇ 6-7 ਮਹੀਨੇ ਪਏ ਸੀਗੇ। ਸੋ ਮੈਂ ਕਿਹਾ ਵੀ 6-7 ਮਹੀਨੇ ਤੁਹਾਡੇ ਰਹਿੰਦੇ, ਹਾਲੇ ਪ੍ਰੋਫਾਈਲ ਤੁਹਾਡੀ ਕ੍ਰੀਏਟ ਨਹੀਂ ਹੋ ਸਕਦੀ, ਉਹਨਾਂ ਐਕਸਪੀਰੀਅੰਸ ਨਹੀਂ ਸੀ। ਸੋ ਉਹਨਾਂ ਨੇ ਵੈਲੂਏਸ਼ਨ ਵੀ ਕਰਵਾ ਲਈ ਸੀ, ਆਇਲਸ ਵੀ ਕਰ ਲਈ ਸੀਗੀ, ਤੇ ਬਾਕੀ ਸਾਰੇ ਡਾਕੂਮੈਂਟ PCC ਵਗੈਰਾ ਵੀ ਸਾਰਾ ਕੁਝ ਇਕੱਠਾ ਕਰ ਲਿਆ, ਸਾਰਾ ਕੁਝ ਇੱਕ ਡਾਕੂਮੈਂਟ ਇਕੱਠੇ ਕਰ ਲਏ। ਹੁਣ ਉਹਨਾਂ ਕੋਲ 6 ਮਹੀਨੇ ਪਏ ਨੇਗੇ ਜੀ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਫ੍ਰੈਂਚ ਕਰ ਲਓ। ਉਹ ਕਹਿੰਦੇ ਭਾਜੀ ਵੀ ਫ੍ਰੈਂਚ ਕਿਉਂ ਕਰਨੀ ਹੈ ਜੀ? ਮੈਂ ਕਿਹਾ 6 ਮਹੀਨੇ ਕਰਨਾ ਕੀ ਬੈਠ ਕੇ, ਤੁਸੀਂ 6 ਮਹੀਨੇ ਦੇ ਵਿੱਚ ਫ੍ਰੈਂਚ ਕਰ ਲਓ, ਹੋ ਸਕਦਾ ਕੋਈ ਨਾ ਕੋਈ ਲੈਵਲ ਲੈ ਲਓ, 2-4 ਪੁਆਇੰਟ ਹੀ ਐਡ ਹੋਣਗੇ। ਜਦੋਂ ਡਰਾ ਨਿਕਲਦਾ ਜੀ ਇੱਕ ਪੁਆਇੰਟ ਦੇ ਲਈ ਵੀ ਫਾਈਟ ਹੁੰਦੀ ਆ ਜੀ। ਸੋ ਇੱਕ ਪੁਆਇੰਟ ਵੀ ਜਿਹੜਾ ਤੁਹਾਡੇ ਲਈ ਇੰਨਾ ਜ਼ਿਆਦਾ ਲਾਭਦਾਇਕ ਹੈ ਕਿ ਹਾਂਜੀ ਕੱਟ ਆਫ ਗਿਆ ਜੀ 449 ਤੇ, ਤੁਹਾਡੇ ਮੰਨ ਲਓ 449 ਤੇ ਹੀ ਸੀਗੇ ਜਾਂ 448 ਸੀਗੇ, 1 ਨੰਬਰ ਦਾ ਫਰਕ ਪੈ ਗਿਆ। ਉਹ ਇੱਕ ਨੰਬਰ ਬਹੁਤ ਹਾਈ ਉਹਦੇ ਵਿੱਚ ਜੀ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੱਚਮੁੱਚ ਇੱਕ ਵਧੀਆ ਕੰਸਲਟੈਂਟ ਦੇ ਨਾਲ ਗੱਲ ਕਰਕੇ ਤੁਹਾਨੂੰ ਕਲੀਅਰ ਆਊਟ ਕਰ ਲੈਣੀਆਂ ਚਾਹੀਦੀਆਂ, ਕਿਉਂਕਿ ਕਈ ਬਹੁਤ ਵਧੀਆ ਐਕਸਪਰਟ, ਇਹ ਨਹੀਂ ਅਸੀਂ ਕਹਿੰਦੇ ਕਿ ਅਸੀਂ ਜ਼ਰੂਰ ਜਿਹੜਾ ਐਕਸਪਰਟ ਦੀ ਐਡਵਾਈਸ, ਪਰ ਇਹ ਹੈ ਕਿ ਕਈ ਬਹੁਤ ਵਧੀਆ ਬੈਠੇ ਆ, ਉਹ ਕਹਿੰਦੇ ਕਿ ਅਸੀਂ ਆਪਣੀ ਫਾਈਲ ਆਪ ਲਗਾ ਲਵਾਂਗੇ, ਆਪ ਆਪਣਾ ਕੰਮ ਕਰ ਲਵਾਂਗੇ। ਉਹ ਵੀ ਬਹੁਤ ਸਾਰੇ ਲੋਕ ਹੈਗੇ ਨੇ, ਪਰ ਕਈ ਵਾਰੀ ਅਸੀਂ ਛੋਟੀ ਜਿਹੀ ਚੀਜ਼ ਹੁੰਦੀ ਆ ਉਹ ਸਕਿਪ ਕਰ ਜਾਈਦਾ, ਸਾਡੀ ਫਾਈਲ ਤੇ ਇਫੈਕਟ ਪੈ ਜਾਂਦਾ। ਇਹ ਚੀਜ਼ਾਂ ਦੇਖੋ ਇੰਡੀਆ ਦੇ ਵਿੱਚ ਜੋ ਅੱਜ ਕੱਲ੍ਹ ਟ੍ਰੈਂਡ, ਮੈਂ ਪਿਛਲੇ ਇੰਟਰਵਿਊ 'ਚ ਵੀ ਡਿਸਕਸ ਕਰਦੇ, ਪੈਕੇਜ ਸਿਸਟਮ ਕਰਤੇ ਕਿ ਜੀ ਇੱਕ ਕਨਵੀਨੀਅੰਟ ਕਰਤਾ, ਪੈਸੇ ਉਦੋਂ ਦਿਓ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ, ਤੁਸੀਂ ਚੰਗੇ ਭਲੇ ਤੁਹਾਡੇ ਸਕੋਰ ਨੇਗੇ। ਫਿਰ ਕਾਲਜ ਡਿਸਾਈਡ ਕਰਨ ਵੇਲੇ ਅਰਸ਼ ਜੀ ਬੜਾ ਕੰਸਲਟੈਂਟ ਦਾ ਬੜਾ ਤਕੜਾ ਰੋਲ ਆ। ਕਾਲਜ ਉਹ ਡਿਸਪੇ ਦੇਣਗੇ ਜਿੱਥੋਂ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਆਉਂਦਾ। ਤੁਸੀਂ ਕਾਲਜ ਉਹ ਦਿਓ ਜਿੱਥੇ ਬੱਚੇ ਨੂੰ ਅੱਗੇ PGWP ਮਿਲਣਾ। 2 ਸਾਲ ਦੀ ਪੜ੍ਹਾਈ ਕੀਤੀ, 3 ਸਾਲ ਦਾ ਵਰਕ ਪਰਮਿਟ ਮਿਲਿਆ, PR ਦੇ ਸਿੱਧੇ ਚਾਂਸਸ ਨੇ। 1 ਸਾਲ ਦੀ ਪੜ੍ਹਾਈ ਕੀਤੀ, 1 ਸਾਲ ਦਾ ਵਰਕ ਪਰਮਿਟ ਮਿਲਿਆ, ਗੁੱਡ ਚਾਂਸਸ ਨੇਗੇ। ਤੁਸੀਂ ਉਹਨਾਂ ਨੂੰ ਉਹ ਕਾਲਜ ਦਿਓ ਬੱਚੇ ਨੂੰ ਜਿਹੜੇ ਤੇ ਉਹਦੀ ਅੱਗੇ PR ਦੀ ਸਕੋਪ ਆ, ਜਿਹਦੇ ਨਾਲ ਅੱਗੇ ਬੱਚੇ ਦਾ ਫਿਊਚਰ ਬਣਨਾ ਵਾ। ਨਾ ਕਿ ਤੁਸੀਂ ਇਹ ਸੋਚੋ ਕਿ ਮੈਨੂੰ ਇਹ ਕਾਲਜ 'ਚੋਂ ਜ਼ਿਆਦਾ ਇਨਸੈਂਟਿਵ ਮਿਲਣਾ, ਜਾਂ ਇਹ ਕਾਲਜ ਮੇਰੇ ਬਹੁਤ ਨੇੜੇ ਆ, ਜਾਂ ਮੇਰੇ ਰਿਸ਼ਤੇਦਾਰ ਦਾ ਕਾਲਜ ਆ, ਵਟ ਐਵਰ ਜੋ ਤੁਹਾਡਾ ਰੀਜ਼ਨ ਆ। ਇਹ ਸੋਚ ਕੇ ਕੰਸਲਟੈਂਟ ਨੂੰ ਕਦੇ ਵੀ ਨਹੀਂ ਦੇਣਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਅਸੀਂ ਇਹ ਸੋਚ ਕੇ ਦੇਵਾਂਗੇ ਨਾ, ਇੱਕ ਤਾਂ ਅਸੀਂ ਆਪਣਾ ਕਲਾਇੰਟ ਗਵਾ ਲੈਂਦੇ ਹਾਂ। ਕੱਲ੍ਹ ਨੂੰ ਉਹਨੂੰ ਇੱਥੇ ਆਉਣਾ, ਉਹਨੇ ਆ ਕੇ ਜਦੋਂ ਦੇਖਣਾ ਕਿ ਮੈਨੂੰ ਜਿਹੜੇ ਕਾਲਜ ਦੇ ਵਿੱਚ ਉਹਨਾਂ ਨੇ ਭੇਜਿਆ ਵਾ ਉਹਦੇ ਵਿੱਚ ਤਾਂ PGWP ਹੈ ਨਹੀਂ, ਫਿਰ ਉਹ ਮੁੜ ਕੇ ਦੁਬਾਰਾ ਤੁਹਾਡੇ ਕੋਲੇ ਕੰਮ ਕਰਾਉਣ ਕਦੇ ਵੀ ਨਹੀਂ ਆਊਗਾ। ਉਹ ਕਹੂਗਾ ਕਿ ਇਹਨਾਂ ਨੇ ਮੇਰੇ ਸਮੇਂ ਦਾ, ਮੇਰੇ ਦਾ ਜੋ ਫਾਇਦਾ ਚੱਕਿਆ ਵਾ। ਠੀਕ ਹੈ ਜੀ। ਉਹਨੂੰ ਪਹਿਲਾਂ ਹੀ ਇਸ ਹਿਸਾਬ ਨਾਲ ਗਾਈਡ ਕਰੋ ਕਿ ਉਹਨੂੰ ਬੈਸਟ ਕਰੋ ਕਿ ਆਹ ਤੇਰਾ ਬੈਸਟ ਆ, ਇਹ ਤੋਂ ਬਾਅਦ ਤੈਨੂੰ PGWP ਮਿਲਣਾ, ਇੰਨੀ ਕਾਲਜ ਦੀ ਫੀਸ ਆ, ਇੰਨੀ ਉੱਥੇ GPA ਪਾਸ ਹੋਣ ਵਾਸਤੇ। ਉਹ ਡਿਸੀਜ਼ਨ ਵੀ ਲੈਣਾ ਸਹੀ ਬੰਦੇ ਤੋਂ ਸਲਾਹ ਲਓਗੇ ਤਾਂ ਵਧੀਆ ਡਿਸੀਜਨ ਲੈ ਪਾਓਗੇ। ਕਿਉਂਕਿ ਉਹ ਖੁਦ ਇੱਥੇ ਆਏ ਨਹੀਂ, ਉਹਨਾਂ ਨੂੰ ਨਹੀਂ ਪਤਾ। ਮੈਂ 1-2 ਜਣਾਂ ਨਾਲ ਡੀਲ ਕੀਤਾ, ਸਾਡੇ ਗਾਂ ਫੈਮਿਲੀ ਕੋਈ ਰਿਲੇਸ਼ਨਸ ਉਹ ਬਹੁਤ ਜ਼ਿਆਦਾ, ਮੈਂ ਤੁਹਾਨੂੰ ਵੀ ਫੋਨ ਕੀਤਾ ਸੀ ਮੈਨੂੰ ਲੱਗਦਾ ਸ਼ਾਇਦ। ਸੋ ਉਹ ਕਾਲਜ ਉਹ ਦਿੰਦੇ ਸੀਗੇ ਕਿ ਜਿਹੜਾ ਕਾਲਜ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਐਗਜ਼ਿਸਟ ਕਰਦਾ ਹੈ। ਅਸੀਂ ਕਿਹਾ ਕਿ ਸਾਨੂੰ ਆਹ ਵਧੀਆ ਜੇ ਯੂਨੀਵਰਸਿਟੀ ਚਾਹੀਦੀ ਹੈ ਜਾਂ ਉਹ ਚਾਹੀਦਾ, ਪਰ ਨਹੀਂ, ਯੂਨੀਵਰਸਿਟੀ ਤੋਂ ਛੱਡ ਕੇ ਉਹ ਜਿਹੜਾ ਕਾਲਜ ਕਿਸੇ ਨੇ ਨਾਮ ਵੀ ਨਹੀਂ ਨਾ ਸੁਣਿਆ ਹੁੰਦਾ, ਉਹ ਕਾਲਜ ਜਿਹੜਾ ਉਹ ਤੁਹਾਨੂੰ ਰੈਫਰ ਕਰਦੇ ਆ ਕਿ ਨਹੀਂ ਤੁਸੀਂ ਇਹ ਵਾਲੇ ਕਾਲਜ ਦੇ ਵਿੱਚ ਜਾਓ। ਹੁਣ ਬਹੁਤ ਸਾਰੇ ਜਿਹੜੇ ਪ੍ਰਾਈਵੇਟ, ਬਹੁਤ ਸਾਰੀਆਂ ਪ੍ਰੋਵਿੰਸ, ਅਸੀਂ ਚਲੋ ਕਿਊਬੈਕ ਦੀ ਗੱਲ ਨਹੀਂ ਕਰਦੇ, ਪਰ ਅਸੀਂ ਕੱਲ ਮੈਂ ਖਬਰ ਪੜ੍ਹ ਰਹੀ ਸੀਗੀ ਕਿ ਕਿਊਬੈਕ ਦੇ ਵਿੱਚ ਵੀ ਹੁਣ ਜਿਹੜੇ ਪ੍ਰਾਈਵੇਟ ਕਾਲਜ ਹੈਗੇ ਉਹਨਾਂ ਨੇ ਬੰਦ ਕਰ ਦਿੱਤੇ ਆ। ਸੋ ਉੱਥੇ ਕਹਿ ਦਿੱਤਾ ਕਿ PGWP ਜਿਹੜਾ ਨਹੀਂ ਮਿਲੂਗਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਲ ਚੇਂਜ ਹੁੰਦੇ ਆ ਉਹ ਸਾਨੂੰ ਵੀ ਨਹੀਂ ਪਤਾ ਵੀ ਕੀ ਹੋਣਗੇ। ਪਰ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਮੈਨੂੰ ਕੇਅਰ ਗਿਵਰਸ ਦੇ ਬਾਰੇ ਆਉਂਦੇ ਨੇ ਕਿ ਜਦੋਂ ਵੀ ਤੁਹਾਡੇ ਕੋਲ ਹੈਰੀ ਆਏ ਤੇ ਪੁੱਛਿਓ ਵੀ ਕੇਅਰ ਗਿਵਰਸ ਦੀਆਂ ਫਾਈਲਾਂ ਕਿਉਂ ਬੰਦ ਪਈਆਂ ਨੇ, ਕਿਉਂ ਬੰਦ ਪਈਆਂ ਜੀ। ਮੈਨੂੰ ਬਲਜਿੰਦਰ ਭੈਣ ਜੀ ਨੇ ਬੁਲਾਇਆ ਵੀ ਸੀ ਜੀ, ਮੇਰੇ ਤੋਂ ਜਾ ਨਹੀਂ ਹੋਇਆ, ਸੌਰੀ। ਪਿੱਛੇ ਬੇਰ ਕ੍ਰੀਕ ਪਾਰਕ, ਉਹਦੇ ਪਾਰਕ ਦੇ ਵਿੱਚ ਇਹਨਾਂ ਨੇ ਰੈਲੀ ਹੋਈ ਸੀਗੀ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸੀ ਵੀ ਹੈਰੀ ਆਈ ਜ਼ਰੂਰ ਉੱਥੇ। ਮੈਂ ਥੋੜਾ ਜਿਹਾ ਵੀ ਕਿੰਨੇ ਲੋਕ ਸੀਗੇ, ਤਾਂ ਉਹਨਾਂ ਦੇ ਕੁਐਸਚਨਸ ਵੀ ਸੀਗੇ। ਮੈਂ ਥੋੜਾ ਸਟਕ ਹੋ ਗਿਆ ਤੇ ਮੇਰੇ ਤੋਂ ਜਾ ਨਹੀਂ ਹੋਇਆ। ਬਟ ਕੇਅਰ ਗਿਵਰ ਮੇਰਾ ਵੀ ਫੇਵਰਟ ਟੌਪਿਕ ਹੈ ਡਿਸਕਸ ਕਰਨ ਵਾਸਤੇ, ਕਿਉਂਕਿ ਕੇਅਰ ਗਿਵਰ ਦੀਆਂ ਫਾਈਲਾਂ ਦੇ ਵਿੱਚ ਅਸੀਂ ਜਿੰਨੀਆਂ ਫਾਈਲਾਂ ਮੈਂ ਬਹੁਤ ਲਾਈਆਂ ਕੇਅਰ ਗਿਵਰ ਦੀਆਂ ਫਾਈਲ ਸਬਮਿਟ ਕੀਤੀਆਂ ਨੇ। ਮੈਨੂੰ ਲੱਗਦਾ ਜਿਹੜੀ ਮੇਰੀ ਪਹਿਲੀ ਫਾਈਲ ਲੱਗੀ ਸੀ ਜੀ, ਇੱਕ ਉਦੋਂ ਇੰਟਰਮ ਪਾਸ ਹੋਇਆ ਸੀ, ਉਸ ਤੋਂ ਬਾਅਦ ਪਾਇਲਟ ਪ੍ਰੋਗਰਾਮ ਚੱਲਿਆ ਸੀਗਾ। ਜਿਹੜਾ ਇੰਟਰਮ ਵਾਲੀਆਂ ਸੀ ਉਹ ਪਾਸ ਹੋ ਗਈਆਂ। ਜਿਹੜੀਆਂ ਕੇਅਰ ਗਿਵਰ ਦੇ ਪਾਇਲਟ ਪ੍ਰੋਗਰਾਮ ਦੀ ਸੀਗੀ, ਜਿਹੜੀ ਸਭ ਤੋਂ ਪਹਿਲੇ ਪੂਲ ਦੇ ਵਿੱਚ ਗਈ ਸੀ ਜੀ, ਹਾਲੇ ਤੱਕ ਉਹਦਾ ਡਿਸੀਜਨ ਨਹੀਂ ਆਇਆ। ਤੇ ਜਿਹੜੀਆਂ ਉਹ ਤੋਂ ਬਾਅਦ ਲੱਗੀਆਂ ਨੇ ਉਹ ਤਾਂ ਚਲੋ ਬਾਅਦ ਦੀ ਗੱਲ ਨੇਗੀਆਂ। ਹੁਣ ਤਾਂ ਜਿਹੜੇ ਰੀਸੈਂਟਲੀ ਮੈਂ ਸਬਮਿਟ ਕੀਤੀਆਂ ਸੀ ਉਹਨਾਂ ਦੇ ਬਾਇਓਮੈਟ੍ਰਿਕਸ ਹੋ ਗਏ ਨੇਗੇ, ਚਲੋ ਐਨੀ ਹਾਓ ਉਹ ਵੀ ਇਹ ਪ੍ਰੋਸੈਸ ਦੇ ਵਿੱਚ ਚੱਲੀ ਗਈਆਂ। ਬਟ ਜੇ ਮੈਂ ਗੱਲ ਕਰਾਂ ਮੇਰੀ ਪਹਿਲੀਆਂ ਫਾਈਲਾਂ ਦੀ ਪਾਇਲਟ ਦੀਆਂ, ਮੈਨੂੰ ਨਹੀਂ ਲੱਗਦਾ ਕਿ ਕਿਸੇ ਕੰਸਲਟੈਂਟ ਜਾਂ ਕਿਸੇ ਦੀ ਵੀ ਹਾਲ ਤੱਕ ਪਾਇਲਟ ਪ੍ਰੋਗਰਾਮ ਫਾਈਲ ਥਰੂ ਹੋਈ ਹੋਊਗੀ। ਮੈਨੂੰ ਲੱਗਦਾ ਨਹੀਂਗਾ ਸ਼ਾਇਦ। ਬਿਲਕੁਲ। ਇੱਕ ਕਾਲਰ ਨੇ ਸਾਡੇ ਨਾਲ ਜੀ, ਗੱਲ ਕਰਦੇ ਆ ਆਪਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਵੰਤ ਜੀ, ਤੁਹਾਡਾ ਸਵਾਗਤ ਹੈ ਜੀ। ਹਾਂਜੀ ਮੈਮ, ਮੈਂ ਇਹ ਪੁੱਛਣਾ ਸੀਗਾ ਜੀ
ਵੀ ਮੇਰਾ ਪੀਆਰ ਕਾਰਡ ਨਹੀਂ ਆਇਆ, ਵੈਸੇ ਲੈਂਡਿੰਗ ਪੇਪਰ ਹੈਗਾ, ਵੀ ਉਹਦੇ ਬੇਸ ਤੇ ਮੈਂ ਆਪਦੇ ਮਦਰ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ? ਦੈਟਸ ਅ ਗੁੱਡ ਕੁਐਸਚਨ। ਥੈਂਕ ਯੂ ਫॉर ਦ ਕੁਐਸਚਨ। ਆਪਾਂ ਪੁੱਛਦੇ ਹਾਂ ਜੀ। ਹਾਂਜੀ, ਓਕੇ ਜੀ, ਥੈਂਕ ਯੂ। ਜੀ ਜੀ ਹਾਂਜੀ, ਤੁਸੀਂ ਲਾ ਸਕਦੇ ਹੋ ਜੀ। ਵਿਜ਼ਟਰ ਵੀਜ਼ੇ ਦੀ ਇਦਾਂ ਦੀ ਕੋਈ ਰਿਕੁਆਇਰਮੈਂਟ ਮਤਲਬ ਨਹੀਂ। ਤੁਸੀਂ ਨਵੇਂ ਆਏ ਆ ਹਜੇ, ਹਾਂਜੀ, ਤੁਹਾਨੂੰ ਤੁਹਾਡੇ ਕੋਲ ਕਈਆਂ ਲੈਂਡਿੰਗ ਦਾ ਪੇਪਰ ਆ। ਨਵੇਂ ਵੀ ਲੈਂਡਿੰਗ ਪੇਪਰ ਵੀ ਮੈਂ ਦੇਖਿਆ ਕਿ ਬੜੇ ਮਹੀਨੇ ਹੋ ਗਏ ਉਹਨਾਂ ਨੂੰ, ਕਈਆਂ ਨੂੰ ਸਾਲ ਹੋ ਗਿਆ ਕਿ ਸਾਡਾ ਪੀਆਰ ਕਾਰਡ ਹੀ ਨਹੀਂ ਆ ਰਿਹਾ। ਨਹੀਂ, ਸਾਲ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਜੀ। ਹੋਇਆ ਮੇਰੇ ਕੋਲ ਇੱਕ ਹੈਗੇ ਆ, ਉਹਨਾਂ ਨੂੰ ਕਹੋ ਵੀ ਉਹਨੂੰ ਜ਼ਰੂਰ ਪਿੱਛੇ ਉਹਦੀ ਕਰੋ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਐਡਰੈਸ ਮਿਸਮੈਚ ਹੋ ਗਿਆ ਸੀ, ਉਹ ਫਿਰ ਉਹਨਾਂ ਨੂੰ ਦੁਬਾਰਾ ਇਹ ਵੀ ਬਹੁਤ ਵੱਡਾ ਹਾਂਜੀ, ਚੀਜ਼ਾਂ ਬਟ ਇਹ role ਵਿਜ਼ਟਰ play ਵੀਜ਼ਾ ਕਰਦੇ। ਅਪਲਾਈ ਕਰ ਸਕਦੇ ਆ ਜੀ ਆਦੇ ਲੈਂਡਿੰਗ ਪੇਪਰ ਦੇ ਉਹਦੇ ਬਿਹਾਫ ਦੇ ਉੱਤੇ, ਕੋਈ ਇਸ਼ੂ ਨਹੀਂ ਹੈਗਾ। ਅਗੇਨ ਬਾਕੀ ਗੱਲਾਂ ਦਾ ਧਿਆਨ ਰੱਖਿਓ, ਫੰਡਸ ਦਾ, ਟਰੈਵਲ ਦਾ, ਜੋ ਵੀ ਉਹਨਾਂ ਦੀ ਬਾਕੀ ਐਲੀਜੀਬਿਲਟੀ ਮੀਟ ਕਰਦੇ ਹੋ ਉਹ ਸਾਰੇ ਦਾ ਧਿਆਨ ਰੱਖਿਓ। ਬਿਲਕੁਲ ਜੀ, ਥੈਂਕ ਯੂ ਫॉर ਦ ਕੁਐਸਚਨ। ਸੋ ਤੁਸੀਂ ਆਪਣੀ ਮਮ ਨੂੰ ਸੱਚਮੁੱਚ ਬੁਲਾ ਸਕਦੇ ਆ, ਫਾਈਲ ਜਿਹੜੀ ਆ ਸਬਮਿਟ ਕਰ ਸਕਦੇ ਆ, ਤੇ ਕਿਉਂਕਿ ਉਹ ਲੈਂਡਿੰਗ ਪੇਪਰ ਹੀ ਤੁਹਾਡਾ ਇੱਕ ਵਾਰ ਇੱਕ ਤਰ੍ਹਾਂ ਦਾ ਪੀਆਰ ਕਾਰਡ ਹੈਗਾ, ਤੁਹਾਨੂੰ ਸਾਂਭਣਾ ਪੈਂਦਾ ਕਾਫੀ ਟਾਈਮ ਤੱਕ। ਮੈਂ ਕਹਿੰਦਾ ਜੀ, ਮੈਨੂੰ ਲੱਗਦਾ ਜਿਨ੍ਹਾਂ ਦੇ ਸਿਟੀਜ਼ਨ ਨਹੀਂ ਹੁੰਦੇ, ਜ਼ਿੰਦਗੀ ਹੈਗੀ ਹੈ ਜੀ, ਉਹਨਾਂ ਤੇ ਇੱਕ ਸਾਂਭਣਾ ਪੈਂਦਾ ਮੈਨੂੰ ਜਿਨ੍ਹਾਂ ਦੇ ਲੱਗਦਾ। ਸਿਟੀਜ਼ਨਸ਼ਿਪ ਨਹੀਂ, ਕਿਉਂਕਿ ਉਦੋਂ ਬਾਅਦ ਤਾਂ ਫਿਰ ਤੁਹਾਡੇ ਤੋਂ ਵਾਪਸ ਲੈ ਲੈਂਦੇ। ਕਈ ਵਾਰ ਹੁੰਦਾ ਜੀ, ਮੈਂ ਉਹ ਤੋਂ ਪੀਆਰ ਕਾਰਡ ਉਹ ਪੀਆਰ ਕਾਰਡ ਨੂੰ ਤੁਹਾਡੇ ਸਾਹਮਣੇ ਕਹਿੰਦੇ ਵੀ ਇਹਨੂੰ ਕੱਟ ਦਿਓ। ਸਭ ਮੇਰੀ ਆਨਲਾਈਨ ਹੋਈ ਸੀਗੀ ਸੈਰਮਨੀ, ਮੇਰੇ ਸਬਮਿਟ ਹੀ ਕਰ ਲਿਆ ਸੀ। ਨਹੀਂ, ਜੇ ਸਾਡੀ ਆਨਲਾਈਨ ਕੋਵਿਡ ਕਰਕੇ ਆਨਲਾਈਨ ਹੋਈ ਤਾਂ ਉਹ ਆਫੀਸਰ ਕਹਿੰਦੇ ਕਿ ਓਕੇ ਇਹਨੂੰ ਕੱਟ ਕਰ ਦਿਓ। ਮੈਂ ਕਿਹਾ ਆਰ ਯੂ ਸ਼ੋਰ? ਮੈਂ ਕਿਹਾ ਬੜੀ ਮਿਹਨਤ ਨਾਲ ਲਿਆ ਸੀ ਜੀ। ਮੈਂ ਬਾਅਦ ਵਿੱਚ ਕਹਾਂ, ਮੇਰਾ ਜਦੋਂ ਉਹਨਾਂ ਨੇ ਕਿਹਾ ਸਬਮਿਟ ਕਰਾ ਦੋ, ਮੈਂ ਕਰਾਂ ਮੈਂ ਪਿਕਚਰ ਖਿੱਚ ਲਈ ਸੀ, ਮੇਰੇ ਕੋਲ ਕੋਈ ਕਾਪੀ ਵੀ ਹੈਗੀ ਹੈ ਕਿ ਨਹੀਂ। ਸੋ ਇਹ ਹੈ ਕਿ ਸੱਚਮੁੱਚ ਬੜਾ ਪਿਆਰ ਹੁੰਦਾ ਸਾਨੂੰ, ਬਹੁਤ ਪਿਆਰ ਹੁੰਦਾ ਜੀ ਪੀਆਰ ਕਾਰਡ ਦੇ ਨਾਲ। ਤੁਸੀਂ ਯਕੀਨ ਕਰੋਗੇ, ਮੈਂ ਹਾਸੇ ਵਾਲੀ ਗੱਲ ਦਾ ਮੈਂ ਕੱਟਿਆ ਵੀ ਇਸ ਹਿਸਾਬ ਨਾਲ ਕਿ ਮੈਂ ਇਹਨੂੰ ਦੁਬਾਰਾ ਜੋੜ ਕੇ ਤੇ ਟੇਪ ਲਾ ਸਕਦਾ ਤੇ ਮੈਂ ਪਰ ਉਹ ਜੁੜਨਾ ਨਹੀਂ ਨਾ, ਮਤਲਬ ਉਦੋਂ ਕਿਹੜਾ ਨਹੀਂ, ਉਹਨੂੰ ਮੈਂ ਜੋੜ ਕੇ ਜੀ ਮੈਂ ਟੇਪ ਕਰਤੀ, ਉਹ ਮੇਰੀ ਯਾਦ ਰੱਖੀ, ਸੁਵੀਨੀਅਰ ਬਣ ਗਿਆ। ਹਾਂਜੀ ਬਿਲਕੁਲ, ਪਰ ਸਿਟੀਜ਼ਨਸ਼ਿਪ ਦਾ ਵੀ ਉਨਾ ਹੀ ਚਾਹ ਹੁੰਦਾ। ਇੱਕ ਹੋਰ ਕਾਲਰ ਹੈ ਜੀ ਸਾਡੇ ਨਾਲ। ਸਤਿ ਸ਼੍ਰੀ ਅਕਾਲ ਦਾਮੀ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਕੁਐਸਚਨ ਸੀਗਾ ਜੀ। ਹਾਂਜੀ। ਤਾਂ ਸਾਡੇ ਰਿਲੇਟਿਵ ਸੀ ਇੰਡੀਆ, ਤਾਂ ਉਹਨਾਂ ਸਟੂਡੈਂਟ ਦਾ ਕੁੜੀ ਦਾ ਲਾਇਆ ਸੀ, ਉਹਨੇ ਰਿਫਿਊਜ਼ਲ ਦੇ ਦਿੱਤਾ ਹੈਗਾ ਤਾਂ ਕਿ ਤੁਸੀਂ ਵਾਪਸ ਨਹੀਂ ਆਉਣਾ ਉਧਰੋਂ। ਹਾਂਜੀ, ਉਹਦੇ ਬਾਰੇ ਪੁੱਛਣਾ ਸੀਗਾ ਕਿ ਉਹਦਾ ਦੁਬਾਰਾ ਮਤਲਬ ਕਿ ਕੀ ਹੋ ਸਕਦਾ ਅਪੀਲ ਇੱਧਰੋਂ ਜਗ੍ਹਾ ਤੋਂ ਜੀ। ਤੁਸੀਂ ਜੀ ਇੱਕ ਵਾਰੀ ਸਾਨੂੰ ਜਾਂ ਤਾਂ ਕੰਟੈਕਟ ਕਰ ਲਿਓ ਆਫਿਸ ਦੇ ਵਿੱਚ, ਮੈਨੂੰ ਇੱਕ ਵਾਰੀ ਉਹਨਾਂ ਦੇ ਡਾਕੂਮੈਂਟ ਜ਼ਰੂਰ ਦਿਖਾ ਦਿਓ, ਮੈਂ ਉਹ ਦੇਖ ਕੇ ਦੱਸ ਸਕਦਾ ਵੀ ਬਾਕੀ ਜੋ ਰੀਜ਼ਨ ਲਾਇਆ ਜੈਨੂਅਨ ਆ, ਕਿਉਂਕਿ ਇਕੱਲਾ ਇਹ ਨਹੀਂ ਲਿਖਿਆ ਹੋਊਗਾ ਕਿ ਵਾਪਸ ਨਹੀਂ ਜਾਣਾ, ਸਮਥਿੰਗ ਐਲਸ ਉਹਦੇ ਨਾਲ ਕੋਈ ਨਾ ਕੁਝ ਲਿਖਿਆ ਹੋਊ, ਕੋਈ ਫੰਡਸ ਦਾ ਲਿਖਿਆ ਹੋਊ ਜਾਂ ਕੋਈ ਕਾਲਜ ਦਾ ਲਿਖਿਆ ਹੋਊਗਾ, ਸਮਥਿੰਗ ਕੁਝ ਨਾ ਕੁਝ ਨਾਲ ਲਿਖਿਆ ਹੋਊਗਾ। ਇੱਕ ਵਾਰੀ ਰਿਫਿਊਜ਼ਲ ਲੈਟਰ ਤੇ ਡਾਕੂਮੈਂਟ ਮੈਨੂੰ ਜ਼ਰੂਰ ਦਿਖਾ ਦਿਓ, ਸਲਾਹ ਲੈਣ ਦੇ ਕੋਈ ਚਾਰजेस ਨਹੀਂ ਹੈਗੇ ਜੀ। ਜੀ ਥੈਂਕ ਯੂ ਸੋ ਮਚ ਕਾਲ ਉਧਰੋਂ ਮੰਗਾ ਕੇ ਤੇ ਕੋਈ ਨਹੀਂ ਬੇਟਿਆ ਨੂੰ ਇਹਦਾ ਕਰ ਲਵਾਂ। ਠੀਕ ਹੈ ਜੀ, ਨੋ ਵਰੀਜ਼। ਸੋ ਬਿਲਕੁਲ ਜੀ, ਇਹ ਬਹੁਤ ਲੋਕਾਂ ਦੇ ਨਾਲ ਇਦਾਂ ਹੋਇਆ ਹੈ ਕਿ ਉਹਨਾਂ ਨੂੰ ਰਿਫਿਊਜ਼ਲ ਆ ਗਈ, ਤੁਸੀਂ ਵਾਪਸ ਨਹੀਂ ਮੁੜਨਾ। ਪਰ ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ ਲੂਪ ਹੋਲ ਇਹ ਹੈ ਕਿ ਉਹਦੇ ਚ ਦੱਸਿਆ ਹੁੰਦਾ ਇੱਕ ਥੋੜਾ ਜਿਹਾ ਨਾ ਵੀ ਇਹ ਚੀਜ਼ ਤੁਹਾਡੀ ਘੱਟ ਆ, ਉਹਨੂੰ ਤੁਸੀਂ ਚੈਲੰਜ ਜਿਹੜਾ ਉਹ ਕਰ ਸਕਦੇ ਆ ਫॉर ਸ਼ੋਰ। ਇੱਕ ਮੇਰਾ ਕਿਸੇ ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਸੀ ਜੀ ਪਿੱਛੇ ਜੇ, ਉਹਨਾਂ ਨੇ ਇਹੀ ਲਿਖਿਆ ਕਿ ਤੁਸੀਂ ਵਾਪਸ ਨਹੀਂ ਮੁੜਨਾ। ਐਂਡ ਜਿਨ੍ਹਾਂ ਦਾ ਵਿਜ਼ਟਰ ਵੀਜ਼ਾ ਸੀਗਾ ਉਹਨਾਂ ਕੋਲ ਗਵਰਨਮੈਂਟ ਜੌਬ ਸੀ, ਉਹ ਬੈਂਕ ਦੇ ਵਿੱਚ ਉੱਥੇ ਗਵਰਨਮੈਂਟ ਜੌਬ ਕਰਦੇ ਸੀਗੇ। ਮੈਂ ਦੁਬਾਰਾ ਰੀਅਪਲਾਈ ਕੀਤਾ, ਕਿਸੇ ਦੇ ਹੋਰ ਤੋਂ ਰਿਜੈਕਸ਼ਨ ਹੋਈ ਸੀ ਕਿ ਫਿਰ ਮੇਰੇ ਕੋਲੇ ਆਈ ਸੀ ਕਿ ਤੇ ਮੈਂ ਉਹਨੂੰ ਦੁਬਾਰਾ ਰੀਅਪਲਾਈ ਕੀਤਾ। ਔਰ ਜਦੋਂ ਤੁਸੀਂ ਰੀਅਪਲਾਈ ਕਰਦੇ ਹੋ, ਜਿਹੜਾ ਰੀਜ਼ਨ ਲਿਖਿਆ ਉਹਨੂੰ ਹਾਈਲਾਈਟ ਕਰਕੇ ਆਪਣੀ ਸਬਮਿਸ਼ਨ ਦੇ ਵਿੱਚ ਲਿਖੋ ਕਿ ਤੁਸੀਂ ਆਹ ਰੀਜ਼ਨ ਲਾਇਆ ਸੀ ਨਾ ਜੀ, ਔਰ ਐਕਸਪਲੇਨੇਸ਼ਨ ਆ, ਤੁਸੀਂ ਕਿਵੇਂ ਕਹਿ ਸਕਦੇ ਹੋ ਵਾਪਸ ਨਹੀਂ ਮੁੜਨਾ। ਮੈਂ ਆਪਣੀ ਸਬਮਿਸ਼ਨ ਦੇ ਵਿੱਚ ਲਿਖਿਆ ਕਿ ਕੋਈ ਗਵਰਨਮੈਂਟ ਜੌਬ ਆ, ਇੰਡੀਆ 'ਚ ਗਵਰਨਮੈਂਟ ਜੌਬ ਮਿਲਣੀ ਕੋਈ ਈਜ਼ੀ ਗੱਲ ਨਹੀਂ ਹੈਗੀ, ਕਿਵੇਂ ਵਾਪਸ ਨਹੀਂ ਜਾ ਸਕਦੀ, ਉਹਨੂੰ ਵੀਜ਼ਾ ਲੱਗ ਗਿਆ ਜੀ। ਬਿਲਕੁਲ ਜੀ। ਜੇ ਇਹਨਾਂ ਦੀ ਵੀ ਰਿਜੈਕਸ਼ਨ ਹੈਗੀ ਆ, ਮੈਂ ਇਹਨਾਂ ਨੂੰ ਪਹਿਲਾਂ ਦੇਖੂੰਗਾ ਵੀ ਕੀ ਰੀਜ਼ਨ ਸੀਗੇ, ਫਿਰ ਜੇ ਦੁਬਾਰਾ ਫਾਈਲ ਲਾਉਣੀ ਚਾਹੀਏ, ਠੀਕ ਹੈ ਜੀ, ਉਹ ਦੁਬਾਰਾ ਅਪਲਾਈ ਕਰਕੇ ਫਿਰ ਦੁਬਾਰਾ ਦੇ ਵਿੱਚ ਜਿਹੜੀ ਰਿਜੈਕਸ਼ਨਸ ਨੇ ਉਹ ਕਵਰ ਕਰਕੇ। ਹੁਣ ਇਹਨਾਂ ਦਾ ਇੱਕ ਇਹ ਵੀ ਸੀਗਾ ਕਿ ਉਹਨਾਂ ਦੀ ਜਿਨ੍ਹਾਂ ਦਾ ਸਟੂਡੈਂਟ ਵੀਜ਼ਾ ਹੋਇਆ ਹੈ ਉਹ ਇੰਡੀਆ ਦੇ ਵਿੱਚ ਬੈਠੇ ਹੈਗੇ, ਸੋ ਉੱਥੋਂ ਵੀ ਫਾਈਲਾਂ ਜਿਹੜੀਆਂ ਨੇ ਤੁਸੀਂ ਲਗਾ ਸਕਦੇ, ਇਹ ਨਹੀਂ ਕਿ ਕੈਨੇਡਾ ਦੇ। ਐਨੀਵੇਅਰ ਜੀ, ਐਨੀਵੇਅਰ ਕਿਤੋਂ ਵੀ ਤੁਸੀਂ ਵਰਲਡ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋ, ਤੁਸੀਂ ਸਾਨੂੰ ਕੰਟੈਕਟ ਕਰੋ, ਤੁਹਾਡੀ ਫਾਈਲ ਲੱਗੂਗੀ ਜੀ। ਇਹ ਨਹੀਂ ਹੈਗਾ ਕਿ ਹਾਂਜੀ ਇੰਡੀਆ ਬੈਠੇ ਉੱਥੇ ਉਹਨਾਂ ਨੇ ਵੀ ਆਨਲਾਈਨ ਫਾਈਲ ਲਾਉਣੀ ਆ, ਅਸੀਂ ਵੀ ਆਨਲਾਈਨ ਫਾਈਲ ਲਾਉਣੀ ਹੈ ਜੀ, ਕੋਈ ਡਿਫਰੈਂਸ ਨਹੀਂ ਹੈਗਾ। ਡਿਫਰੈਂਸ ਉੱਥੇ ਆ ਜਾਂਦਾ ਕਿ ਉਹ ਗੋਸਟ ਕੰਸਲਟੈਂਟ ਉੱਥੇ ਹੈਗੇ ਕਾਫੀ, ਤੇ ਬਿਲਕੁਲ ਉਸ ਦਾ ਤਾਂ ਪੁੱਛੋ ਹੀ ਨਾ, ਵੀ ਬੜਾ ਹੀ ਮਤਲਬ ਹੈਗਾ ਆ। ਪਰ ਫਿਰ ਵੀ ਜਦੋਂ ਸਾਨੂੰ ਸਹੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉੱਥੇ ਵਾਰ-ਵਾਰ ਜਾਂਦੇ ਹਾਂ, ਤੇ ਇਹ ਨਹੀਂ ਕਿ ਅਸੀਂ ਇੱਕ ਜਾਣੇ ਨਹੀਂ ਆਉਣਾ ਹੁੰਦਾ। ਫਿਰ ਅਸੀਂ ਜਿਨ੍ਹਾਂ ਨੂੰ ਵੀ ਵਰਡ ਆਫ ਮਾਊਥ ਹੈ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਇੱਥੋਂ ਵਧੀਆ ਜਿਹੜੀ ਸਲਾਹ ਮਿਲੀ, ਅਸੀਂ ਹੋਰਾਂ ਨੂੰ ਵੀ ਕਹਿੰਦੇ ਹਾਂ ਕਿ ਵੀ ਤੁਸੀਂ ਵੀ ਉੱਥੇ ਜਾਓ। ਪਰ ਹੁਣ ਇੱਕ ਹੈਰੀ ਬੜਾ ਵੱਡਾ ਜਿਹੜਾ ਹੈ ਨਾ, ਜਦੋਂ ਦਾ ਅਫਗਾਨ ਦੇ ਲੋਕ ਆ ਰਹੇ ਨੇ ਇੱਥੇ, ਯੂਕਰੇਨ ਤੋਂ ਲੋਕ ਆ ਰਹੇ ਹੈਗੇ ਨੇ, ਸੋ ਰਿਫਿਊਜੀ ਜਿਹੜੇ ਨੇ ਆ ਰਹੇ ਨੇ, ਤੇ ਕੈਨੇਡਾ ਬੜੇ ਖੁੱਲੇ ਦਿਲ ਦੇ ਨਾਲ ਐਕਸੈਪਟ ਕਰਦਾ ਉਹਨਾਂ ਨੂੰ। ਉਹਨਾਂ ਦੇ ਵਿਚਕਾਰ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ, HNC ਦੀਆਂ ਫਾਈਲਾਂ ਜਿਹੜੀਆਂ ਹਿਊਮਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਤੇ ਜਿਹੜੀਆਂ ਫਾਈਲਾਂ ਲੱਗਦੀਆਂ ਨੇ, ਉਹ ਫਾਈਲਾਂ ਹਰ ਕਿਸੇ ਦੇ ਲਈ ਨਹੀਂ।
ਸਭ ਤੋਂ ਪਹਿਲਾਂ ਤਾਂ ਵੀ ਹਰ ਕੋਈ ਨਹੀਂ ਉਹਦੇ ਉਸ ਪ੍ਰੋਗਰਾਮ ਦੇ ਵਿੱਚ ਐਂਟਰ ਹੋ ਸਕਦਾ, ਪਰ ਕੌਣ ਉਸ ਪ੍ਰੋਗਰਾਮ 'ਚ ਐਂਟਰ ਹੋ ਸਕਦਾ ਜੀ? ਹੁਣ ਉਹਨਾਂ ਦੇ ਉਹ ਤਾਂ ਰਿਫਿਊਜੀ ਗਰਾਊਂਡਸ ਤੇ ਆਏ ਨੇ ਜੀ, ਉਹਨਾਂ ਦੇ ਰਿਫਿਊਜੀ ਗਰਾਊਂਡਸ ਨੇਗੇ ਜਿਹੜੇ ਤੁਸੀਂ HNC ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ ਜਿਹੜਾ ਵਧੀਆ ਜਿਹੜਾ ਕੇਸ ਹੁੰਦਾ ਬੈਸਟ ਇੰਟਰਸਟ ਆਫ ਚਾਈਲਡ ਦਾ ਹੁੰਦਾ ਕਿ ਜੇ ਕਿਸੇ ਦੇ ਹਨਾ ਬੱਚੇ ਵੀ ਸਾਡੇ ਅਟੈਚਮੈਂਟ ਹੈਗੀ ਆ। ਹੁਣ HNC ਕਿਸੇ ਦੀ ਕੀਤੀ ਸੀ ਪਿੱਛੇ ਜੋ ਕਾਫੀ ਬਜ਼ੁਰਗ ਸੀਗੇ, ਸਿੰਗਲ ਪੇਰੈਂਟ ਸੀਗਾ ਓਨਲੀ, ਤੇ ਉਹਨਾਂ ਦੇ ਕੋਈ ਉਹਨਾਂ ਦੇ ਅੱਗੇ ਬੱਚੇ ਵੀ ਇੱਥੇ ਸਾਰੇ ਇੱਥੇ ਹੀ ਸੀਗੇ, ਉਹਨਾਂ ਦੀ HNC ਦੀ ਐਪਲੀਕੇਸ਼ਨ ਕੀਤੀ। ਉਹ ਗਰਾਊਂਡ ਠੀਕ ਨੇਗੇ ਕਿ ਹਾਂਜੀ ਬਾਕੀ ਉਹਨਾਂ ਨੂੰ ਇੰਡੀਆ ਜਾਂਦੇ ਆ ਤਾਂ ਉਹਨਾਂ ਦਾ ਕੋਈ ਉੱਥੇ ਸਾਂਭਣ ਵਾਲਾ ਨਹੀਂ ਹੈਗਾ। ਸੋ ਇਹ ਹਮੇਸ਼ਾ ਕੇਸ ਟੂ ਕੇਸ ਵਰੀ ਕਰਦਾ ਜੀ। HNC ਇੰਨਾ ਈਜ਼ੀ ਕੇਸ ਨਹੀਂ ਹੈਗਾ। HNC ਦੀ ਫਾਈਲ ਬਹੁਤ ਮੋਟੀ ਤੇ ਸਟਰੋਂਗ ਬਣਦੀ ਆ। ਤੁਹਾਡੀ ਸਬਮਿਸ਼ਨ ਹੀ ਘੱਟੋ ਘੱਟ 3-4 ਪੇਜਾਂ ਦੀ ਬਣਦੀ ਆ। ਸਬਮਿਸ਼ਨ ਲੈਟਰ ਹੀ ਇੰਨੀ ਸਟਰੋਂਗ ਹੋਣੀ ਚਾਹੀਦੀ ਆ। ਤੁਹਾਡੀ ਵੀ ਰੀਜ਼ਨ ਕੀ ਨੇ, ਗਰਾਊਂਡ ਕੀ ਨੇਗੇ, ਕਿਉਂ ਰਿਫਿਊਜ਼ ਕਿਉਂ ਤੁਸੀਂ ਇਸ ਪ੍ਰੋਗਰਾਮ 'ਚ ਆ ਰਹੇ ਹੋ। HNC ਇੱਕ ਇਹ ਉਹ ਨਹੀਂ ਹੈਗਾ ਕਿ ਮੈਂ ਵੀ ਹਾਂ ਗਰੰਟਡ ਹੈਗਾ ਜੀ ਤੁਹਾਡੀ ਫਾਈਲ ਕਿੰਨੀ ਸਟਰੋਂਗ ਆ। ਆਫਿਸਰ ਨੂੰ ਕਨਵਿੰਸ ਕਰਨਾ ਕਿ ਮੈਨੂੰ ਕਿਉਂ HNC ਚਾਹੀਦੀ ਹੈ, ਤਰਸ ਦੇ ਆਧਾਰ ਤੇ ਕਿਉਂ PR ਚਾਹੀਦੀ ਹੈ, ਮੈਂ ਕਿਉਂ ਅਪਲਾਈ ਕਰ ਰਿਹਾ ਹਾਂ। ਸੋ ਹਰ ਇੱਕ ਦੇ ਕੇਸ ਟੂ ਕੇਸ ਵਰੀ ਕਰਦਾ। ਬਿਲਕੁਲ ਇਹਦੇ ਵਿੱਚ ਇਹ ਵੀ ਹੋ ਜਾਂਦਾ ਕਿ ਜਿਹੜੀ ਕੰਟਰੀ ਤੋਂ ਤੁਸੀਂ ਲਾਈ ਹੁੰਦੀ ਹੈ, ਜਿੱਥੇ ਤੁਸੀਂ ਰਹਿੰਦੇ ਹੁੰਦੇ ਹੋ, ਉੱਥੇ ਤੁਸੀਂ ਵਾਪਸ ਵੀ ਨਹੀਂ ਜਾ ਸਕਦੇ। ਨਹੀਂ ਜੀ ਇਹ ਨਹੀਂ ਹੈਗਾ, ਨੋ ਇਹ ਨਹੀਂ ਹੈਗਾ, ਇਹ HNC ਨਹੀਂ ਹੈਗਾ ਜੀ, ਇਹ ਇਦਾਂ ਨਹੀਂ ਹੈਗਾ। ਇਹ ਰਿਫਿਊਜੀ ਦਾ ਇੱਕ ਪਾਰਟ ਹੈਗਾ ਵਾ ਕਿ ਜੇ ਤੁਸੀਂ ਕਹਿੰਦੇ ਕਿ ਮੈਨੂੰ ਉੱਥੇ ਜਾਣ ਦਾ ਖਤਰਾ ਹੈਗਾ ਤਾਂ ਉਹ ਡਿਫਰੈਂਟ ਕੇਸ ਹੈ ਨਾ। ਬਟ ਜਿਹੜੀ ਇਹ HNC ਦੀ ਮੈਂ ਗੱਲ ਕਰ ਰਿਹਾ ਤੁਸੀਂ ਇਹ 'ਚ ਕੋਈ ਇਦਾਂ ਨਹੀਂ, ਕਿਉਂਕਿ ਇਹ ਵੀ ਹੋ ਸਕਦਾ ਕਿ ਪੇਰੈਂਟਸ ਇਕੱਲੇ ਆ ਜਾਂ ਉਹ ਮਤਲਬ ਕੋਈ ਉਹਨਾਂ ਨੂੰ ਸਾਂਭ ਸੰਭਾਲ ਕਰਨ ਵਾਲਾ ਨਹੀਂ ਹੈਗਾ। HNC ਦੇ ਬਿਹਾਫ ਤੇ ਤੁਸੀਂ ਸਟੇ ਨਹੀਂ ਲੈ ਸਕਦੇ। ਜਿਵੇਂ ਕਹਿ ਲਓ ਕਿ ਮੈਂ ਕੋਈ ਵਿਜ਼ਟਰ ਆਇਆ ਸੀਗਾ, HNC ਲਾ ਦਿਆ, ਉਹਨੂੰ ਅੱਗੇ ਕੋਈ ਨਾ ਕੋਈ ਸਟੇਟਸ ਚਾਹੀਦਾ ਵਾ। ਜੇ ਕਹੇ ਕਿ ਮੈਂ HNC ਫਾਈਲ ਲਾਤੇ ਆ ਜੀ ਹੁਣ ਆਪਾਂ ਫ੍ਰੀ ਟੂ ਗੋ, ਜਿੰਨੇ ਕਾ ਡਿਸੀਜਨ ਨਹੀਂ ਹੁੰਦਾ ਮੈਂ ਆਰਾਮ ਨਾਲ ਬੈਠਾ, ਉਹਦਾ ਸਟੇਟਸ ਨਹੀਂ। ਜਾਂ ਇਧਰ ਤੁਸੀਂ ਐਕਸਟੈਂਸ਼ਨ ਲਓ, ਕੋਈ ਨਾ ਕੋਈ ਸਟੇਟਸ ਲਓ, ਆਪਣਾ ਸਟੇਟਸ ਤੇ ਰਹੋ ਤੁਸੀਂ। ਜੀ ਬਿਲਕੁਲ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਟਰੂਥਫੁਲ ਹੋਣੀਆਂ ਚਾਹੀਦੀਆਂ। ਰਿਫਿਊਜੀ ਦੀਆਂ ਫਾਈਲਸ ਵੀ ਬਹੁਤ ਲੋਕ ਲਗਾ ਰਹੇ ਨੇ ਹੁਣ, ਸੋ ਉਹ ਲਾਉਣੀ ਮਤਲਬ ਇਹ ਇੱਕ ਉਹ ਨਹੀਂ ਹੈਗਾ, ਇਹ ਸੋਲੂਸ਼ਨ ਨਹੀਂ ਹੈਗਾ। ਟ੍ਰੈਂਡ ਚੱਲ ਪਿਆ ਜੀ ਕਾਫੀ, ਜਿਹਨੂੰ ਕੋਈ ਦੇਖੋ ਇਹ ਹਮੇਸ਼ਾ ਜ਼ਿੰਦਗੀ ਦਾ ਇੱਕ ਹਿੱਸਾ ਰਿਹਾ ਵਾ ਕਿ ਤੁਸੀਂ ਹਮੇਸ਼ਾ ਉਧਰ ਨੂੰ ਜਾਂਦੇ ਹੋ ਜਿੱਧਰ ਨੂੰ ਸੌਖਾ ਰਾਹ ਲੱਭਦਾ। ਠੀਕ ਹੈ ਜੀ। ਰਿਫਿਊਜੀ ਮੇਰੇ ਖਿਆਲ ਸੌਖਾ ਲੱਗਦਾ ਵਾ ਕਿ ਮੈਂ ਗਿਆ ਤੇ ਮੈਂ ਕਹਤਾ ਜੀ ਮੇਰੀ ਜਾਨ ਨੂੰ ਖਤਰਾ ਵਾ ਜਾਂ ਵਟ ਐਵਰ, ਉਹਦੇ ਨਾਲ ਤੁਸੀਂ ਪ੍ਰੂਫ ਲਾਤੇ ਤੇ ਕਹਤਾ ਕਿ ਮੈਂ ਤਾਂ ਰਿਫਿਊਜੀ ਕਲੇਮ ਕਰਤਾ, ਮੈਨੂੰ ਵਰਕ ਪਰਮਿਟ ਦੇ ਦਿਓ, ਮੇਰਾ ਰਿਫਿਊਜੀ ਨਿਕਲ ਜਾਊਗਾ। ਇਦਾਂ ਨਹੀਂ ਹੈਗਾ। ਰਿਫਿਊਜੀ ਹਰ ਇੱਕ ਦੇ ਲਈ ਨਹੀਂ ਹੈਗਾ। ਸਟੂਡੈਂਟ ਆਇਆ, ਪੜ੍ਹਾਈ ਨਹੀਂ ਕੀਤੀ, ਮੈਂ ਤਾਂ ਰਿਫਿਊਜੀ ਲੈਣਾ ਜੀ, ਦੈਟਸ ਨਾਟ ਅ ਗੁੱਡ ਪ੍ਰੈਕਟਿਸ। ਇਹ ਸਹੀ ਨਹੀਂ ਹੈਗਾ। ਸੋ ਉਸ ਚੀਜ਼ ਨੂੰ ਮੇਰੇ ਖਿਆਲ ਦੇ ਵਿੱਚ ਰਿਫਿਊਜੀ ਜਿਹਨਾਂ ਨੂੰ ਜੈਨੂਅਨ ਦੇ ਵਿੱਚ ਰਿਫਿਊਜੀ ਦੀ ਲੋੜ ਹੈਗੀ ਆ, ਸਿਰਫ ਉਹ ਹੀ ਇਸ ਚੀਜ਼ ਨੂੰ ਅਡਾਪਟ ਕਰਨ, ਅਦਰਵਾਈਜ਼ ਹਰ ਇੱਕ ਦੇ ਲਈ ਨਹੀਂ ਹੈਗਾ ਪ੍ਰੋਗਰਾਮ। ਅੱਛਾ ਹੈਰੀ, ਇੱਕ ਹੋਰ ਸਵਾਲ ਮੈਨੂੰ ਹਾਸੇ ਵਾਲਾ ਜਿਹੜਾ ਸੀ, ਜਦੋਂ ਆਪਾਂ ਲਾਸਟ ਇੰਟਰਵਿਊ ਕੀਤੀ ਸੀ ਉੱਥੇ ਕਮੈਂਟ ਆਇਆ ਸੀ ਤੇ ਮੈਂ ਕਮੈਂਟ ਰੀਡ ਕਰ ਰਹੀ ਸੀ। ਮੈਂ ਕਿਹਾ ਮੈਂ ਹੈਰੀ ਨੂੰ ਜ਼ਰੂਰ ਪੁੱਛੂੰ। ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਕੰਟਰੀ ਤੋਂ ਨਾਮ ਲਿਆ ਸੀ ਉਹਨਾਂ ਨੇ, ਇੱਕ ਕੰਟਰੀ ਤੋਂ, ਮੈਂ ਨਾਮ ਨਹੀਂ ਲਊਂਗੀ। ਉਹ ਕਹਿੰਦੇ ਮੈਂ ਇੱਕ ਕੰਟਰੀ ਤੋਂ ਮੈਨੂੰ ਡਿਪੋਰਟੇਸ਼ਨ ਲੱਗ ਗਈ ਹੈ, ਡਿਪੋਰਟ ਕਰ ਦਿੱਤਾ ਮੈਨੂੰ ਕੈਨੇਡਾ ਦਾ ਵੀਜ਼ਾ ਲੱਗ ਸਕਦਾ। ਕੈਨੇਡਾ ਸਾਰਿਆਂ ਨੂੰ ਵੈਲਕਮ ਕਰਦਾ ਜੀ, ਲਾ ਸਕਦੇ ਹੋ। ਅੱਛਾ ਜੀ, ਇੱਕ ਕੰਟਰੀ ਤੋਂ ਡਿਪੋਰਟ ਹੋ ਜਾਏ। ਹਾਂਜੀ, ਡਿਪੈਂਡ ਕਰਦਾ ਤੁਹਾਡੇ ਕਿ ਡੈਪੂਟੇਸ਼ਨ ਕੀ ਸੀਗਾ ਕਬ ਹੈ ਨਾ। ਰੀਜ਼ਨ ਕਿ ਇਦਾਂ ਨਹੀਂ ਹੈਗਾ ਕਿ ਡੈਪੂਟੇਸ਼ਨ ਲਾਤੀ ਤਾਂ ਤੁਹਾਨੂੰ, ਉਹਦਾ ਵੈਲਿਡ ਕੁਐਸਚਨ ਸੀ। ਵੈਲਿਡ ਕੁਐਸਚਨ ਇਹ ਨਹੀਂ ਹੈਗਾ ਕਿ ਡੈਪੂਟੇਸ਼ਨ ਲੱਗੀ ਤਾਂ ਪੂਰਾ ਵਰਲਡ ਤੁਹਾਡੇ ਲਈ ਬੰਦ ਹੋ ਗਿਆ। ਇਦਾਂ ਨਹੀਂ ਹੈਗਾ, ਤੁਸੀਂ ਲਾ ਸਕਦੇ ਹੋ। ਤੇ ਉਸੇ ਕੰਟਰੀ ਦੇ ਵਿੱਚ ਦੁਬਾਰਾ ਜਾਇਆ ਜਾ ਸਕਦਾ। ਹੁਣ ਇਹ ਤਾਂ ਉਹ ਕੰਟਰੀ ਦੇ ਰੂਲ ਦੱਸਣਗੇ ਜੀ। ਜੇ ਕੈਨੇਡਾ ਤੋਂ ਮੰਨ ਲਓ ਕਿਸੇ ਨੂੰ ਡਿਪੋਰਟ ਕਰ ਦਿੱਤਾ ਗਿਆ, ਡਿਪੋਰਟ ਕਰਤਾ, ਜੇ ਉਹਨੂੰ ਬੈਨ ਕਰਤਾ 5 ਸਾਲ ਲਈ, ਜੇ ਮੰਨ ਲੈਟਸ ਸਪੋਜ਼ ਕਿ ਉਹਨੂੰ ਬੈਨ ਕਰਤਾ 5 ਸਾਲ ਲਈ, ਉਹਨਾਂ ਕੋਈ ਕੰਡੀਸ਼ਨ ਲਾਤੀ ਹੈ ਜਾਂ ਮਿਸਰੈਪ ਬਣ ਗਿਆ ਜਾਂ ਵਟ ਐਵਰ ਹੈ ਨਾ, ਫਿਰ ਜਿੰਨਾ ਕਰੋ ਬੈਨ ਨਹੀਂ ਹਟਦਾ ਉਹਨਾਂ ਟਾਈਮ ਨਹੀਂ ਤੁਸੀਂ ਕਰ ਸਕਦੇ ਜੀ। ਬਿਲਕੁਲ। ਸੋ ਬਹੁਤ ਸਾਰੀਆਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖਣੀਆਂ ਪੈਂਦੀਆਂ। ਵੱਖ-ਵੱਖ ਪ੍ਰੋਗਰਾਮ ਹੈਗੇ ਨੇ। ਹੁਣ ਸਟੂਡੈਂਟ ਹੈ, ਜੇ ਤੁਹਾਨੂੰ ਉਹ ਵੀ ਸਟੂਡੈਂਟ ਆਉਣਾ ਆ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਆਉਣਾ, ਕਿਸ ਤਰ੍ਹਾਂ ਦੇ ਨਾਲ। ਹੁਣ +2 ਤੋਂ ਬਾਅਦ ਸਾਰੇ ਲੋਕ ਜਿਵੇਂ ਇੰਡੀਆ 'ਚ +2 ਕਹਿੰਦੇ ਆ, 12th ਕਹਿੰਦੇ ਆ, 12th ਤੋਂ ਬਾਅਦ ਸਾਰੇ ਆਈ ਜਾਂਦੇ ਆ। ਹੁਣ ਉਧਰ ਗੈਪ ਦਾ ਵੀ ਬਹੁਤ ਚੱਕਰ ਸੀਗਾ ਕਿ ਕਈਆਂ ਦਾ ਕਿੰਨੇ ਸਾਲਾਂ ਦਾ ਗੈਪ ਸੀ, ਉਹ ਸਟੱਡੀ ਦੇ ਵਿੱਚ ਨਹੀਂ ਆ ਸਕਦੇ ਸੀਗੇ, ਜਾਂ ਹੋਰ ਬਹੁਤ ਸਾਰੇ ਜਿਹੜੇ ਕੀ ਪੁਆਇੰਟ ਜਿਹੜੇ ਨੇ ਉਹ ਦੇਖਣੇ ਪੈਂਦੇ ਨੇ ਕਿ ਜੇ ਤੁਸੀਂ ਐਜ਼ ਅ ਸਟੂਡੈਂਟ ਆ ਰਹੇ ਹੋ ਤੇ ਕਿਹੜਾ ਜਿਹੜਾ ਕੋਰਸ ਵੀ ਲੈ ਕੇ ਆ ਰਹੇ ਹੋ, ਕੀ ਕੁਝ ਉੱਥੇ ਕੀਤਾ ਹੈ। ਹੁਣ ਆਈਲੈਟਸ ਤੋਂ ਜਿਹੜਾ ਲੋਕ ਉਹ ਹਟ ਕੇ ਹੋਰ ਟ੍ਰੈਂਡ ਦੇ ਵੱਲ ਵੀ ਵੱਧ ਰਹੇ ਨੇ। ਉਧਰ ਵੀ ਫ੍ਰੈਂਚ ਦੇ ਕੋਰਸ ਜਿਹੜੇ ਨੇ ਹੋਣ ਲੱਗ ਗਏ ਨੇ। ਹੁਣ ਉਧਰ ਇੱਕ ਮੈਨੂੰ ਕੁਐਸਚਨ ਆਇਆ ਸੀ ਕਿ ਉਹ ਸਬਜੈਕਟ ਕੁਝ ਹੁੰਦਾ ਆ, ਉਹ ਯੂਕੇ ਦੇ ਵਿੱਚ ਤੁਹਾਨੂੰ ਆਈਲੈਟਸ ਨਹੀਂ ਕਰਨੀ ਪੈਂਦੀ ਜੇ ਤੁਸੀਂ 12ਵੀਂ 'ਚ ਉਹ ਕੀਤੀ ਹੋਵੇ। ਸੋ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ। ਕੁਝ ਨਹੀਂ ਪਤਾ ਜੀ। ਉਹ ਕਈਆਂ ਨੇ PTE ਕੀਤੀ ਹੈ, ਉਹ ਕਹਿੰਦੇ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਵਾਸਤੇ ਚੱਲਦੀ ਹੈ। ਕਈ ਕੰਸਲਟੈਂਟ ਉਹਦੇ ਬਿਹਾਫ ਤੇ ਕੈਨੇਡਾ ਦੀ ਫਾਈਲ ਲਾ ਰਹੇ ਆ।
ਅਸੀਂ ਤਾਂ ਸਿਰਫ ਕੈਨੇਡਾ ਹੀ ਡੀਲ ਕਰਦੇ ਹਾਂ, ਅਸੀਂ ਕੈਨੇਡਾ ਦੇ ਬਾਰੇ ਹੀ, ਕੈਨੇਡਾ ਦੇ ਜੋ ਰੂਲ ਨੇ ਉਹਦੇ ਬਾਰੇ ਹੀ ਜਾਣਕਾਰੀ ਦੇ ਸਕਦੇ ਹਾਂ। ਸੋ ਜਿਹੜਾ ਉਹ ਪੀਟੀ ਕਰਕੇ, ਮੇਰੇ ਕੋਲ ਇੱਕ ਕੇਸ ਵੀ ਆਇਆ ਸੀਗਾ, ਉਹਨਾਂ ਨੇ ਪੀਟੀ ਕਰਕੇ ਕਹਿੰਦੇ ਜੀ ਉਹਨਾਂ ਨੇ ਕੇਸ ਲਾਇਆ ਸੀਗਾ, ਰਿਜੈਕਟ ਹੋ ਗਿਆ। ਮੈਂ ਕਿਹਾ ਜੀ ਫਿਰ ਤੁਸੀਂ ਆਲਸ ਕਰਨੀ ਸੀਗੀ, ਤੁਹਾਡੇ ਸਕੋਰ ਚੰਗੇ ਸੀਗੇ ਤੇ ਤੁਸੀਂ ਆਲਸ ਕਰਦੇ। ਨਹੀਂ ਜੀ, ਸਾਡੇ ਨਾਲ ਦਿਆਂ ਨੇ ਕੀਤੀ ਸੀ ਕਿ ਪੀਟੀ ਉਹਨਾਂ ਦਾ ਲੱਗ ਗਿਆ। ਹਾਂਜੀ, ਹੁਣ ਜੇ ਤੁਸੀਂ ਆਇਲਸ ਤੁਸੀਂ ਕਰਦੇ ਹੋ ਤਾਂ ਤੁਸੀਂ ਸਿੱਧਾ ਜੋ ਐਲੀਜੀਬਿਲਟੀ ਮੀਟ ਕਰਦੇ ਹੋ, ਤੁਸੀਂ ਐਸਡੀਐਸ ਦੇ ਵਿੱਚ ਅਪਲਾਈ ਕਰਦੇ ਹੋ, ਸਟੂਡੈਂਟ ਜਿਹੜਾ ਤੁਸੀਂ ਲਾਉਂਦੇ ਹੋ ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ। ਜੇ ਤੁਸੀਂ ਪੀਟੀ ਕਰਕੇ ਲਾਉਂਦੇ ਹੋ, ਤੁਸੀਂ ਜਰਨਲ ਦੇ ਵਿੱਚ ਚਲੇ ਜਾਂਦੇ ਹੋ, ਉਹਦੇ ਵਿੱਚ ਅਪਰੂਵਲ ਦੇ ਚਾਂਸਸ ਸੌ ਹੀ ਹੁੰਦੇ ਨੇ। ਹੁਣ ਜੇ ਕਿਸੇ ਦਾ ਲੱਗ ਗਿਆ, ਸੀ ਉਹਨੂੰ ਐਗਜ਼ਾਮਪਲ ਕਿਉਂ ਰੱਖ ਲਈਏ? 100 ਬੰਦੇ ਨੇ ਲਾਇਆ, ਉਹ 'ਚ 5 ਦਾ ਲੱਗ ਗਿਆ, 5 ਨੂੰ ਅਸੀਂ ਮੂਹਰੇ ਲਾਤਾ ਜੀ, 5 ਦਾ ਵੀਜ਼ਾ ਲੱਗ ਗਿਆ, ਪੀਟੀ ਦੇ ਬਿਹਾਫ ਤੇ ਲਾਇਆ। ਤੁਸੀਂ ਆਲਸ ਕਿਉਂ ਨਹੀਂ ਕਰ ਰਹੇ ਹੈਗੇ? ਉਹ ਜਿਹੜੇ ਪ੍ਰੋਗਰਾਮ ਵਾਸਤੇ ਜਾ ਰਹੇ ਹੋ ਉਹਦੀ ਐਲੀਜੀਬਿਲਟੀ ਨੂੰ ਮੀਟ ਕਰੋ, ਆਲਸ ਕਰੋ, ਜ਼ਰੂਰ ਕਰੋ। ਬਿਲਕੁਲ ਜੀ। ਹੋਰ ਬਹੁਤ ਸਾਰੇ ਸਵਾਲ ਸੀਗੇ ਪਰ ਅਸੀਂ ਅਗਲੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅੱਜ ਦੇ ਲਈ ਕੀ ਮੈਸੇਜ ਆ ਸਾਡੇ ਵਿਊਅਰਸ ਨੂੰ ਜਿਹੜੇ ਆਉਣਾ ਚਾਹੁੰਦੇ ਨੇ ਜਾਂ ਇੱਥੇ ਬੈਠੇ ਨੇ ਪੀਆਰ ਹੋਣਾ ਚਾਹੁੰਦੇ ਨੇ? ਹਮੇਸ਼ਾ ਜੀ ਐਕਸਪਰਟ ਐਡਵਾਈਸ ਲਓ, ਜਿਹਦੇ ਤੋਂ ਵੀ ਤੁਸੀਂ ਐਡਵਾਈਸ ਲੈਣੀ ਹੈ ਮੇਕ ਸ਼ੋਰ ਕਰੋ ਕਿ ਉਹਦੇ ਕੋਲ ਇਨਫ ਐਕਸਪੀਰੀਅੰਸ ਹੈਗਾ, ਉਹ CICC ਦਾ ਮੈਂਬਰ ਹੈਗਾ ਕਿ ਨਹੀਂ ਹੈਗਾ। ਕਿਸੇ ਵੀ ਕਾਲਜ ਜਾ ਰਹੇ ਹੋ ਜਾਂ ਕਿਤੇ ਵੀ ਤੁਸੀਂ ਜਾ ਰਹੇ ਹੋ, ਆਪਣੀ ਰਿਸਰਚ ਜ਼ਰੂਰ ਕਰਕੇ ਜਾਓ ਕਿ ਮੈਨੂੰ ਬਾਅਦ ਦੇ ਵਿੱਚ PR ਦਾ ਅੱਗੇ ਕੀ ਸਕੋਪ ਆ। ਤੇ ਗੋਸਟ ਕੰਸਲਟੈਂਟ ਤੋਂ ਹਮੇਸ਼ਾ ਬਚੋ ਤੇ ਹਾਫ ਇਨਫੋਰਮੇਸ਼ਨ ਤੋਂ ਹਮੇਸ਼ਾ ਬਚੋ। ਅਧੂਰੀ ਇਨਫੋਰਮੇਸ਼ਨ ਹਮੇਸ਼ਾ ਹਾਨੀਕਾਰਕ ਹੁੰਦੀ ਹੈ। ਜੀ ਬਿਲਕੁਲ ਜੀ। ਸੋ ਥੈਂਕ ਯੂ ਸੋ ਮਚ ਸਟੂਡੀਓ ਦੇ ਵਿੱਚ ਆਉਣ ਦੇ ਲਈ। ਤਾਂ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਇਹਨਾਂ ਦੇ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ ਚੱਲ ਰਹੇ ਨੇ, ਤੁਸੀਂ ਇਹਨਾਂ ਦੇ ਉੱਤੋਂ ਇਹਨਾਂ ਦੇ ਜਿਹੜੇ ਨੰਬਰ ਨੇ ਕਾਲ ਕੀਤੀ ਜਾ ਸਕਦੀ ਹੈ, ਇਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਕੋਈ ਵੀ ਕੁਐਸਚਨ ਹੈਗਾ। ਸੋ ਥੈਂਕ ਯੂ ਸੋ ਮਚ ਵਾਂਸ ਅਗੇਨ। ਥੈਂਕ ਯੂ ਅਰਸ਼ੀ, ਥੈਂਕ ਯੂ ਸੋ ਮਚ ਜੀ। ਸੋ ਹੈਰੀ ਇਮੀਗ੍ਰੇਸ਼ਨ ਤੋਂ ਹੈਰੀ ਦੇ ਨਾਲ ਅੱਜ ਗੱਲਬਾਤ ਹੋਈ ਹੈ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਇਨਫੋਰਮੇਸ਼ਨ ਦਿੱਤੀ ਹੈ ਕਿ ਕੀ ਕੁਝ ਅਪਡੇਟਸ ਆ ਰਹੀਆਂ ਨੇ। ਜੇ ਤੁਸੀਂ ਮਮ ਡੈਡ ਨੂੰ ਸੁਪਰ ਵੀਜ਼ੇ ਤੇ ਬੁਲਾਉਣਾ ਚਾਹੁੰਦੇ ਹੋ, ਸਟੱਡੀ ਕਰਨ ਦੇ ਲਈ ਆਉਣਾ ਚਾਹੁੰਦੇ ਆ, ਵਰਕ ਪਰਮਿਟ ਦੇ ਲਈ, ਕੰਮ ਕਰਨ ਦੇ ਲਈ ਆਉਣਾ ਚਾਹੁੰਦੇ ਆ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਇਹਨਾਂ ਨਾਲ ਕਾਲ ਕੀਤੀ ਜਾ ਸਕਦੀ ਹੈ। ਕੋਈ ਵੀ ਤੁਹਾਡਾ ਸਵਾਲ ਹੈਗਾ ਸਾਡੇ ਤੱਕ ਵੀ ਪਹੁੰਚਾਇਆ ਜਾ ਸਕਦਾ। ਸਾਨੂੰ ਜਿਹੜਾ ਤੁਸੀਂ ਈਮੇਲ ਕਰ ਸਕਦੇ ਆ, ਫੋਨ ਕਰ ਸਕਦੇ ਆ, ਤਾਂ ਅਸੀਂ ਗਾਂ ਇਹਨਾਂ ਤੱਕ ਤੁਹਾਡੇ ਸਵਾਲ ਪਹੁੰਚਾ ਦਾਂਗੇ। ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀ ਇਨਫੋਰਮੇਸ਼ਨ ਹੈ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।